अगर लोग अपने हक्कां लई अगे आउण, एका दिखाउण, तां मेरे वर्गे कमज़ोर बुज़दिल लोग भी मौत की कतार के मूहरे नज़र आउणगे। हिक्कां तणे, मैं हिक्कां तणे की गल कर रहा। असी मेहनत कर रहे हैं, संघर्ष कर रहे हैं, संघर्ष नाल मत्था ला रहे हैं, इसलिए नहीं कि साडे नाम ते सड़क बने, स्कूल बने, डिस्पेंसरी बने, पर घट्टो घट्ट सरकार जी, घट्टो घट्ट स्कूल बने, सड़क बने, डिस्पेंसरी तो बने। P32 नवां शहर देख रहे हो, मैं तुहाडा अपना परिवारक मैंबर दिनेश सूरी। तुसीं शेयर तो अंदाज़ा ला लेंदे हो वीडियो किस बाबत होने वाली है। इस समय जाड़ले पहुँचे हुए हैं। 553 साल पुराना ये पिंड है, लेकिन फ्री इंडिया का नाम लिया जाता है जी, फील गुड इंडिया कहा जाता है। ये पिंड बारे अगर जानकारी दे दूँ, इत्थे पहुँचण का अज मकसद की है जां शेयर का मतलब की सी। इंडिया कहने आप अपने देश नूं इंडिया, लेकिन कुछ क पासे 21वीं सदी च लोग रह रहे हैं जिहड़े सच्ची इंडिया च रह रहे हैं, और कुछ क पासे आ तुसीं तरक्की देख लो, गोहा देखो, इधर पिछे छप्पड़ देखो, तो इउं लगदा कि इंडिया का आई भी नहीं पहुँचिया। पर चंगी गल ये है, सुलझी हुई गल ये लग रही है मैनू कि जिहड़े पिछे मोहतवार बंदे खड़े ने जाड़ले दे, ये भावें किसी भी पार्टी नूं बिलोंग करते होण, हालांकि वख-वख पार्टियां नूं बिलोंग करते हैं, पर ये चाहुंदे ने कि जिहड़े लोड़ींदा लोग ने, जिहड़े नीडी पीपल ने, उन्हां तक सही मायने विच ग्रांट पहुँचे। मेरे नाल भुपिंदर सिंह जी भलवान खड़े ने इत्थे, हमेशा ही इन्हां नाल गलबात हुंदी रहिंदी है। सोच चंगी लगी तो असीं जरूर पहुँचे हाँ कि इन्हां दा जिहड़ा दर्द है, जिहड़ी पीड़ है, वो जनता की कचहरी विच रखी जाए तां जो इस मसले का हल होवे। सर अगे आ जाओ भलवान जी। और पहले तो मैं तुहाडा स्वागत करदा और शलाघा करदा कि तुसीं जिहड़ी साडी टीम नूं सद्दिया कि ये आवाज़ जरूर चुकनी चाहिदी है, क्योंकि ट्रबल्स बहुत ने। ट्रबल्स ये ने कि डेंगू भी हो रहा लोगों नूं, घर घर डेंगू हो रहा, लोग घर घर पीड़ित ने, बहुत जिहड़ियां मुश्किलां ने कल्ली कल्ली करके सारियां साझियां करांगे। पहला सर दा स्वागत करते हैं, फिर पूरी गलबात करेंगे। बहुत निੱਘਾ स्वागत है जी। बहुत बहुत सूरी साहब PB32 ਦੀ ਤੁਹਾਡੀ ਸਾਰੀ ਟੀਮ ਦਾ ਮੈਂ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਅੱਜ ਸਾਡੇ ਹਿਸਟੋਰੀਕਲ ਪਿੰਡ ਜਾੜਲਾ ਦੇ ਵਿੱਚ ਪਹੁੰਚ ਕੇ ਪਿੰਡ ਦੀਆਂ ਸਮੱਸਿਆ ਦੇ ਲਈ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ। ਧੰਨਵਾਦੀ ਹਾਂ। ਤੇ ਜਿਸ ਜਗ੍ਹਾ ਤੇ ਤੁਸੀਂ ਖੜੇ ਹੋ, ਇਹ ਜਾੜਲਾ ਨਗਰ ਦਾ ਚੜ੍ਹਦਾ ਪਾਸਾ ਆ, ਤੇ ਇਸ ਗਲੀ ਦੇ ਵਿੱਚ ਮੈਂ ਤੁਹਾਨੂੰ ਦਿਖਾ ਰਿਹਾ ਕਿ ਮੇਰੇ ਸਾਰੇ ਸਹਿਯੋਗੀ ਖੜੇ। ਗਲੀ ਵੱਲ ਨੂੰ ਤੁਸੀਂ ਅਗਰ ਦੇਖੋਗੇ ਤਾਂ ਇਹ ਗਲੀ ਦੇ ਵਿੱਚ ਕੋਈ ਵੀ ਜਿਹੜੀ ਡਿਵੈਲਪਮੈਂਟ ਨਾਂ ਦੀ ਚੀਜ਼ ਨਹੀਂ ਹੈਗੀ। ਕਦੋਂ ਪਾਸ ਹੋਈ ਸੀ? ਕਾਰਨ ਇਹਦਾ ਕਾਰਨ ਕੀ ਹੈ ਕਿ ਥੋੜੀ ਅੱਗੇ ਜਾ ਕੇ ਇੱਥੇ ਰਹਿائش ਸ਼੍ਰੋਮਣੀ ਅਕਾਲੀ ਦਲ ਦੇ ਇਸ ਛੋਟੇ ਜਿਹੇ ਲੀਡਰ ਦੀ ਹੈ, ਤੇ ਪੰਚਾਇਤ ਜਿਹੜੀ ਹੈ ਉਹ ਇਸ ਸਮੇਂ ਮੌਜੂਦਾ ਕਾਂਗਰਸ ਦੀ ਹੈ। ਪਰ ਮੈਂ ਇਸ ਗਲੀ 'ਚ ਕਹਿਣਾ ਚਾਹੁੰਦਾ, ਇਸ ਪੰਚਾਇਤ ਨੂੰ, ਇਸ ਸਰਪੰਚ ਰਜਿੰਦਰ ਸਿੰਘ ਨੂੰ ਦੱਸਣਾ ਚਾਹੁੰਦਾ ਕਿ ਇਸ ਗਲੀ ਦੇ ਵਿੱਚ ਇਕੱਲਾ ਭਲਵਾਨ ਨਹੀਂ ਰਹਿੰਦਾ। ਅਗਰ ਤੁਸੀਂ ਦੇਖੋਗੇ ਬਹੁਤ ਹੀ ਵਧੀਆ ਪੜ੍ਹੇ ਲਿਖੇ ਡਾਕਟਰ, ਵਕੀਲ, ਹੋਰ ਜਿਹੜੇ ਕੈਮਿਸਟ ਹੈ, ਇਹੋ ਜਿਹੇ ਜਿਹੜੇ ਸਾਡੇ ਡਾਕਟਰ ਤਾਂ ਮਿੱਟੀ ਤੋਂ ਪਰਹੇਜ਼ ਬਹੁਤ ਕਰਦੇ ਨੇ। ਇੱਥੇ ਮਿੱਟੀ ਦੇਖੋ ਕਿੰਨੀ ਉੜ ਉੜ ਕੇ ਪੈ ਰਹੀ ਹੈ। ਇਹ ਮਿੱਟੀ ਸਾਡੀ ਜਿਹੜੀ ਪੰਚਾਇਤ ਹੈ ਨਾ, ਇਹ ਡਾਕਟਰ ਸਾਹਿਬ ਨੂੰ ਖਿਲਾ ਰਹੀ ਹੈ। ਮੈਂ ਕਹਿਣ ਦਾ ਮਤਲਬ ਉੱਥੇ ਆ ਵੀ ਇਹ 2016 ਦੇ ਵਿੱਚ ਜਦੋਂ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਸੀ, ਉਹਨਾਂ ਦੇ ਜਾੜਲਾ ਪਿੰਡ ਦੇ ਵਿੱਚ ਤੁਹਾਡੇ ਵਾਂਗਰ ਹੀ ਵਿਜ਼ਿਟ ਕੀਤਾ ਸੀਗਾ, ਔਰ ਪਿੰਡ ਨੂੰ 85 ਲੱਖ ਰੁਪਇਆ ਡਿਵੈਲਪਮੈਂਟ ਲਈ ਦੇ ਕੇ ਗਏ ਸੀ। ਔਰ ਅੱਜ ਵੀ ਅਗਰ ਤੁਸੀਂ DC ਦਫ਼ਤਰ ਜਾਓਗੇ, BDO ਦਫ਼ਤਰ ਜਾਓਗੇ, DDPO ਦਫ਼ਤਰ ਜਾਓਗੇ, ਤਾਂ ਉੱਥੇ ਤੁਹਾਨੂੰ ਇਸ ਗਲੀ ਦਾ ਨਾਮ ਮਿਲੇਗਾ। ਸਰਦਾਰ ਬਲਵੀਰ ਸਿੰਘ ਦੇ ਘਰ ਤੋਂ ਲੈ ਕੇ ਮਾਸਟਰ ਸਕਸੈਨਾ ਸਿੰਘ ਤੇ ਡਾਕਟਰ ਦੇਵਰਾਜ ਦੀ ਕੋਠੀ ਤੱਕ ਦੀ ਗਲੀ ਦੇ ਪੈਸੇ ਦੇ ਚੁੱਕੇ। ਤੁਹਾਡਾ ਨਾਮ ਵਿੱਚ ਨਹੀਂ ਹੈ? ਨਹੀਂ, ਮੇਰਾ ਨਾਮ ਚੰਗੀ ਗੱਲ ਆ, ਪਰ ਪਾਰਸ਼ੈਲਿਟੀ ਤੌਰ ਤੇ ਇਹ ਗਲੀ ਨਹੀਂ ਬਣਾਈ ਗਈ। ਤੇ ਫਿਰ ਇਹ ਪਾਸ ਕਦੋਂ ਹੋਈ ਸੀ ਜੀ? ਕਦੋਂ ਗ੍ਰਾਂਟ ਮਿਲੀ ਸੀ? 2016 ਚ ਬਕਾਇਦਾ ਇਹਦੀ ਮੇਅਰਮੈਂਟ ਹੋਣ ਤੋਂ ਬਾਅਦ, JE ਸਾਹਿਬ ਤੋਂ ਪਾਸ ਹੋਣ ਤੋਂ ਬਾਅਦ ਇਹ ਪੈਸਾ ਮਿਲਿਆ। ਔਰ ਸਭ ਤੋਂ ਬੜੀ ਗੱਲ ਆ ਕਿ ਜਿਹੜੀ 2 ਕਰਮ ਦੀ ਗਲੀ ਸਿੱਧੀ ਜਾ ਰਹੀ ਹੈ, ਸਰਕਾਰੀ ਗਲੀ ਹੈ, ਇਹ ਕੋਈ ਨਿੱਜੀ ਨਹੀਂ ਹੈ ਕਿਸੇ ਦੀ, ਇਹ ਆਲਰੇਡੀ ਨਕਸ਼ੇ ਦੇ ਵਿੱਚ ਲੱਗੀ ਹੋਈ ਹੈ। ਪਰ ਇਹ ਜਿਹੜੀ ਪੰਚਾਇਤ ਹੈ ਇੰਨਾ ਪੱਖਪਾਤ ਕਰ ਰਹੀ। ਪਿਛਲੇ ਪਾਸੇ ਛੱਪੜ ਹੈਗਾ, ਅਗਰ ਅਸੀਂ RTI ਦੇ ਵਿੱਚ ਖੁਲਾਸਾ ਹੋਇਆ ਪਿਛਲੇ ਸਮੇਂ 'ਚ ਇਸ ਛੱਪੜ ਦੇ ਵਿੱਚ, ਮੇਰਾ ਖਿਆਲ ਇਸ ਪੰਚਾਇਤ ਨੇ ਘੱਟੋ ਘੱਟ ਬਾਲਾ ਨਹੀਂ 5 ਲੱਖ ਰੁਪਈਆ ਸਿਰਫ ਸਫਾਈ ਦੇ ਨਾਂ ਤੇ ਖਾ ਲਿਆ। ਤੇ ਸਫਾਈ ਤਾਂ ਬੜੀ ਅੱਛੀ ਨਜ਼ਰ ਆ ਰਹੀ ਹੈ ਜੀ ਸਾਨੂੰ। ਤੁਸੀਂ ਦੇਖ ਸਕਦੇ ਹੋ, ਤੁਸੀਂ ਖੁਦ ਵੀ, ਅਸੀਂ ਵੀ RTI ਲੈ ਸਕਦੇ, ਤੁਸੀਂ ਵੀ ਲੈ ਸਕਦੇ ਹਾਂ। ਇੱਥੇ ਦੇਖੋ, ਅਗਰ ਜਾੜਲੇ ਦੇ ਲੋਕ ਬਿਮਾਰ ਨਹੀਂ ਹੋਣਗੇ, ਹੋਏਗਾ ਕੀ? ਅੱਜ ਅਸੀਂ ਕਿਸ ਬਿਮਾਰੀ ਨਾਲ ਜੂਝ ਰਹੇ ਹਾਂ? ਅਸੀਂ ਕਰੋਨਾ ਦੀ ਬਿਮਾਰੀ ਨਾਲ ਜੂਝ ਰਹੇ ਹਾਂ। ਪਰ ਇੱਥੇ ਤਾਂ ਦੇਖੋ ਡੇਂਗੂ, ਮਲੇਰੀਆ, ਪਤਾ ਨਹੀਂ ਕਿਹੋ ਜਿਹੀਆਂ ਬਿਮਾਰੀਆਂ। ਔਰ ਸਭ ਤੋਂ ਵੱਡੀ ਗੱਲ ਆ, ਸਾਡੇ ਸੱਜੇ ਹੱਥ ਅਗਰ ਤੁਸੀਂ ਦੇਖੋਗੇ, ਇਹ ਸਿਗਲੀਗਰ ਬਰਾਦਰੀ ਨਾਲ ਸੰਬੰਧਿਤ ਜਿਹੜੇ ਗਰੀਬ ਲੋਕ ਆ ਇੱਥੇ ਰਹਿੰਦੇ ਆ, ਔਰ ਘੱਟੋ ਘੱਟ 250 ਤੋਂ 300 ਜਿਹੜੀ ਆਬਾਦੀ ਦੇ ਲੋਕ ਹੈਗੇ ਆ। ਇਹਨਾਂ ਦਾ ਹਾਲ ਦੇਖੋ ਵਿਚਾਰੇ ਗਰੀਬ। 250 ਤੋਂ 300 ਲੋਕ ਇੱਧਰ ਰਹਿੰਦੇ ਨੇ, ਬਿਲਕੁਲ ਇਹਦੇ ਆਪੋਜ਼ਿਟ। ਬਿਲਕੁਲ ਔਰ ਆਹ ਹਾਲਾਤ ਆ ਇੱਥੋਂ ਦੀ ਪੰਚਾਇਤ ਦੇ। ਔਰ ਇੱਥੋਂ ਥੋੜੀ ਦੂਰ ਹੀ ਪੰਚਾਇਤ ਹੈ
ਬਿਲਕੁਲ ਇਹ ਹੁਣ ਤੁਸੀਂ ਦੇਖ ਰਹੇ ਹਾਲਾਤ ਹੋ। ਲੱਗ ਨਹੀਂ ਰਹੇ ਜੀ, ਕਿਉਂਕਿ ਅਗਰ ਤੁਸੀਂ ਦੱਸ ਰਹੇ ਹੋ ਕਿ 250 ਤੋਂ 300 ਬੰਦਾ ਬਿਲਕੁਲ ਸਾਹਮਣੇ ਰਹਿ ਰਿਹਾ, ਮੈਂ ਜ਼ਰੂਰ ਆਡੀਅנס ਜਿਹੜੀ ਘਰ ਬੈਠੀ ਉਹਨਾਂ ਨੂੰ ਇੱਕ ਵਾਰੀ ਜ਼ਰੂਰ ਦੱਸਣਾ ਚਾਹੁੰਦਾ ਵੀ ਜੇ ਉਜਾਗਰ ਕਰੋ ਜੀ ਇਹ ਚੀਜ਼ਾਂ। ਇਹ ਤਸਵੀਰਾਂ ਦੇਖੋ, ਦੂਜੇ ਪਾਸੇ ਵੀ ਮੈਨੂੰ ਲੋਕ ਨਜ਼ਰ ਆ ਰਹੇ ਨੇ, ਬਿਲਕੁਲ ਸਾਹਮਣੇ ਨਹੀਂ, ਨਾਲ ਵੀ ਐਡਜੈਸੈਂਟ ਵੀ ਲੋਕ ਨੇ, ਤਾਂ ਕਿਵੇਂ ਰਹਿ ਰਹੇ ਨੇ। ਔਰ ਡੇਂਗੂ ਔਰ ਕੋਵਿਡ-19 ਦਾ ਸਮਾਂ ਚੱਲ ਰਿਹਾ, ਉਸ ਦੇ ਨਾਲ ਅਗਰ ਡੇਂਗੂ ਹੋ ਜਾਵੇ ਤਾਂ ਕਿਵੇਂ ਲੋਕਾਂ ਦਾ ਬਚਾਅ ਹੋਏਗਾ। ਬਿਲਕੁਲ ਮੈਂ ਤੁਹਾਡੇ ਮਾਧਿਅਮ ਰਾਹੀਂ, ਕਿਉਂਕਿ ਦੇਖੋ PB 32 ਦਾ ਵਿਸ਼ਾਲ ਦਾਇਰਾ ਆ, ਮੈਂ DC ਸਾਹਿਬ ਨੂੰ, ਸ਼ੀਨਾ ਜੀ ਨੂੰ ਇਹ ਬੇਨਤੀ ਕਰਨੀ ਚਾਹੁੰਦਾ, ਕਿਉਂਕਿ ਉਹ ਬੜੇ ਅਗਰੈਸਿਵ ਹੈਗੇ ਆ। ਹਿੰਦੁਸਤਾਨ ਦੇ ਵਿੱਚ ਸਾਨੂੰ ਮਾਣ ਆ ਕਿ ਹਿੰਦੁਸਤਾਨ 'ਚ ਉਹ IAS ਅਫਸਰ ਪਹਿਲੇ ਨਵਾਂ ਸ਼ਹਿਰ 'ਚ ਲੱਗੇ ਆ ਜਿਹੜੇ ਹਿੰਦੁਸਤਾਨ 'ਚ IAS 'ਚ ਪਹਿਲੇ ਨੰਬਰ ਤੇ ਆਏ। ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਕਿਤੇ ਨਾ ਕਿਤੇ ਆਪਣੇ ਰੁਝੇਵਿਆਂ 'ਚੋਂ ਕੱਢ ਕੇ ਜਾੜਲਾ ਨਗਰ ਦਾ ਵਿਜ਼ਿਟ ਜ਼ਰੂਰ ਕਰੋ, ਇਸ ਨਕੰਮੀ ਪੰਚਾਇਤ ਦਾ ਹਾਲ ਜ਼ਰੂਰ ਦੇਖੋ। ਇੰਨੀ ਜ਼ਿਆਦਾ ਪਾਰਸ਼ੈਲਿਟੀ। ਤੁਹਾਡੇ ਨਾਲ ਇੱਥੇ ਪੰਚਾਇਤ ਮੈਂਬਰ ਮੌਜੂਦ ਨੇ? ਇੱਥੇ ਸਾਡੇ ਨਾਲ ਇਸ ਟਾਈਮ ਮੌਜੂਦਾ ਰਾਮ ਕੁਮਾਰ ਜੀ ਪੰਚ ਮੌਜੂਦਾ ਨੇ। ਇਲਜ਼ਾਮ ਲਾ ਰਹੇ ਜੀ ਪੰਚਾਇਤ ਤੇ, ਤੁਸੀਂ ਕੁਝ ਕਹਿਣਾ ਚਾਹੋਗੇ? ਸਰ ਸਾਨੂੰ ਤਾਂ ਅੱਜ ਤੱਕ ਕਦੀ ਇਹਨਾਂ ਨੇ ਪੰਚਾਇਤ ਜਿਹੜੀ ਸਰਪੰਚ ਆ, ਸਾਨੂੰ ਤਾਂ ਕਦੀ ਉਹਨਾਂ ਨੇ ਅੱਜ ਤੱਕ ਕਦੀ ਪੁੱਛਿਆ ਹੀ ਤੱਕ ਨਹੀਂ ਜੀ। ਮਤਲਬ ਪੱਲਾ ਤਾਂ ਨਹੀਂ ਝਾੜ ਰਹੇ ਕਿ ਸੱਚ ਹੈ? ਸੱਚ ਹੈ ਸਰ, ਅੱਜ ਤੱਕ ਸਾਨੂੰ ਕਦੀ ਵੀ ਇਹਨਾਂ ਨੇ ਜਦੋਂ ਇਕੱਠੇ ਕਰਦੇ ਆ, ਮੀਟਿੰਗਾਂ ਬੁਲਾਉਂਦੇ ਆ, ਸਾਨੂੰ ਅੱਜ ਤੱਕ ਕਦੀ ਵੀ ਇਹਨਾਂ ਨੇ ਮੀਟਿੰਗ ਦੇ ਵਿੱਚ ਨਹੀਂ ਸੱਦਿਆ। ਕਾਰਨ ਸਿਰਫ ਇੱਕ ਵਾਰ ਅਸੀਂ ਮੀਟਿੰਗ ਦੇ ਵਿੱਚ ਗਏ ਆ। ਹੁਣ ਉਹ ਇਸ ਕਰਕੇ ਕਿਉਂ ਅਸੀਂ ਅਕਾਲੀ ਦਲ ਵੱਲੋਂ ਪੈਂਚ ਖੜੇ ਸੀਗੇ ਜੀ, ਔਰ ਉਹ ਇਸ ਟਾਈਮ ਕਾਂਗਰਸ ਦੀ ਸਰਕਾਰ ਬਣੀ ਆ, ਇਸ ਕਰਕੇ ਉਹ ਸਾਡੇ ਨਾਲ 2.5 ਸਾਲ ਹੋ ਗਏ ਸਰ, ਸਾਨੂੰ ਕਦੀ ਵੀ ਅੱਜ ਤੱਕ ਨਹੀਂ ਇਹਨਾਂ ਨੇ ਬੁਲਾਇਆ। 2.5 ਸਾਲ ਵਿੱਚ ਸਿਰਫ ਇੱਕ ਮੀਟਿੰਗ ਅਟੈਂਡ ਕੀਤੀ ਆ, ਉਸ ਤੋਂ ਬਾਅਦ ਸਾਨੂੰ ਕਦੀ ਨਹੀਂ ਬੁਲਾਇਆ। ਸਾਨੂੰ ਤਾਂ ਮੀਟਿੰਗ ਦਾ ਹੀ ਨਹੀਂ ਪਤਾ ਲੱਗਦਾ ਕਿਸ ਟਾਈਮ ਇਹ ਕਿੱਥੇ ਕਰਦੇ ਆ। ਮੀਟਿੰਗ ਤਾਂ ਪੰਚਾਇਤ ਘਰ ਵਿੱਚ ਹੁੰਦੀ ਤਾਂ ਕਿੱਥੇ ਕਰ ਹੋ ਸਕਦਾ ਜੀ? ਸਰ ਕਦੀ ਵੀ ਨਹੀਂ ਮੀਟਿੰਗ, ਇੱਕੋ ਹੀ ਵਾਰੀ ਸਾਡੀ ਹੋਈ ਸੀ ਪੰਚਾਇਤ ਘਰ ਦੇ ਵਿੱਚ, ਉਸ ਤੋਂ ਬਾਅਦ ਸਾਨੂੰ ਅੱਜ ਤੱਕ ਨਹੀਂ ਕਦੀ ਇਹਨਾਂ ਨੇ ਬੁਲਾਇਆ। ਬਾਕੀ ਸਾਡੇ ਭਲਵਾਨ ਜੀ ਖੜੇ ਆ, ਇਹ ਵੀ ਮੇਰੇ ਨਾਲ ਹੀ ਆ, ਪੰਚਾਇਤ ਮੈਂਬਰ, ਮੌਜੂਦਾ ਪੰਚ ਹੈ ਜੀ। ਭਲਵਾਨ ਜੀ ਤੁਹਾਡੇ ਕੀ ਵਿਚਾਰ ਨੇ? ਔਰ ਭਲਵਾਨ ਤਾਂ ਬੜੇ ਅਗਰੈਸਿਵ ਹੁੰਦੇ ਨੇ ਸਰ, ਉਹਨਾਂ ਵੱਲ ਦੇਖੋ, ਪੂਰੀ ਹਮੇਸ਼ਾ ਮੁੱਦੇ ਚੱਕਦੇ ਰਹਿੰਦੇ ਨੇ, ਪਿੰਡ ਦਾ ਮੁੱਦਾ ਕਿਉਂ ਨਹੀਂ ਚੱਕਦੇ ਤੁਸੀਂ? ਮੁੱਦਾ ਤਾਂ ਚੱਕ ਰਹੇ ਆ ਜੀ, ਪਰ ਜਿੰਨਾ ਚਿਰ ਮੀਟਿੰਗਾਂ ਕਹਿੰਦੇ ਪੰਚਾਇਤ ਘਰ 'ਚ ਹੁੰਦੀਆਂ, ਪਰ ਸਾਨੂੰ ਅੱਜ ਤੱਕ ਲੱਗੇ ਨਹੀਂ ਪੰਚਾਇਤ ਘਰ 'ਚ ਕਦੀ ਮੀਟਿੰਗ ਹੋਈ ਆ। ਤੁਸੀਂ ਫਿਰ ਸਰਪੰਚ ਦਾ ਬੂਹਾ ਨਹੀਂ ਖੜਕਾਇਆ ਕਦੀ? ਬੂਹਾ ਜੀ ਹੁਣ ਇਹ ਮੀਟਿੰਗਾਂ ਆਪਣੀਆਂ ਕਿਤੇ ਪ੍ਰਾਈਵੇਟ ਦਾਇਰੇ 'ਚ ਕਰਦੇ ਆ ਜੀ, ਪੁੱਛਦੇ ਕਿਸੇ ਨੂੰ ਹੈ ਨਹੀਂ ਜੀ। 9 ਪੰਚਾ ਜਾਲੇ ਦੇ ਵਿੱਚ, ਤੇ ਇਹਨਾਂ ਦੀ ਜਿਹੜੀ 5 ਪੰਚ ਇਹਨਾਂ ਦੇ ਤੇ ਸਰਪੰਚ ਆਪੇ ਮੀਟਿੰਗਾਂ ਕਰਕੇ ਆਪੇ ਸਾਰਾ ਕੁਝ ਕਰਦੇ ਆ। ਅਸੀਂ ਲਿਖਤ ਸ਼ਿਕਾਇਤ ਵੀ DC ਸਾਹਿਬ ਨੂੰ ਦਿੱਤੀ ਸੀਗੀ ਉੱਥੇ, ਸਾਡੀਆਂ ਮੀਟਿੰਗਾਂ ਨਹੀਂ ਹੋ ਰਹੀਆਂ ਜੀ। ਤੇ ਬਾਕੀ ਸਾਡੇ ਨਰੈਣ ਸਿੰਘ ਅੰਕਲ ਜੀ ਹੈ, ਨਰੈਣ ਸਿੰਘ ਜੀ ਤੋਂ ਇੱਕ ਵਾਰੀ ਪੁੱਛ ਲੈਣੇ ਨੇ, ਬੜੇ ਸੁਲਝੇ ਹੋਏ ਨੇ। ਸਰਪੰਚ ਨੂੰ 2.5 ਸਾਲ ਵਿੱਚ ਹਾਲੇ ਤੱਕ ਕਿੰਨੀਆਂ ਮੀਟਿੰਗਾਂ ਕਰ ਲੈਣੀਆਂ ਚਾਹੀਦੀਆਂ ਸੀ, ਜਾਂ ਮਹੀਨੇ 'ਚ ਕਿੰਨੀਆਂ ਮੀਟਿੰਗਾਂ ਹੋਣੀਆਂ ਚਾਹੀਦੀਆਂ ਨੇ? ਮੇਰਾ ਨਾਮ ਨਰੈਣ ਸਿੰਘ ਨਹੀਂ, ਨੈਣ ਸਿੰਘ, ਰਾਣਾ ਨੈਣ ਸਿੰਘ ਜਾਲਾ। ਜੀ ਜੀ। ਇੱਦਾਂ ਪੇ ਚਾਹੀਦੀ ਮੀਟਿੰਗ ਤਾਂ ਹੁੰਦੀਆਂ, ਪਰ ਉਹ ਪੰਚਾਇਤ ਘਰ ਤੇ ਜਿੱਥੇ ਲੱਖਾਂ ਰੁਪਇਆ ਖਰਚਾ ਉੱਥੇ ਮੀਟਿੰਗ ਨਹੀਂ ਹੁੰਦੀ, ਕਿਸੇ ਦੇ ਪ੍ਰਾਈਵੇਟ ਘਰ ਦੇ ਵਿੱਚ ਮੀਟਿੰਗ ਹੁੰਦੀ ਆ। ਉਹਦਾ ਰਜਿਸਟਰ ਹੈ ਜਿਹੜਾ, ਜਿੱਦਾਂ UP ਬਿਹਾਰ ਦੇ ਵਿੱਚ ਚੱਲਦੀਆਂ ਨਾ ਪੰਚਾਇਤਾਂ, ਉਸ ਢੰਗ ਦੇ ਨਾਲ ਆਪਣੇ ਪੰਚਾਂ ਦੇ ਘਰ ਹੀ ਭੇਜ ਦਿੱਤਾ ਜਾਂਦਾ, ਉਹ ਦਸਤਖਤ ਕਰਕੇ ਆ ਜਾਂਦੇ ਆ। ਅੱਛਾ। ਸੋ ਇਹ ਮਤਲਬ ਤਰੀਕਾ ਨਹੀਂ ਡੈਮੋਕ੍ਰੇਸੀ ਦੇ ਵਿੱਚ ਪੰਚਾਇਤ ਨੂੰ ਚਲਾਉਣ ਦਾ, ਤੇ ਇਸ ਢੰਗ ਦੇ ਨਾਲ ਮੀਟਿੰਗਾਂ ਹੋਣ। ਮੀਟਿੰਗ ਬਕਾਇਦਾ ਪੰਚਾਇਤ ਘਰ ਦੇ ਵਿੱਚ ਹੋਵੇ, ਏਜੰਡਾ ਟਾਈਮ ਉਹਨੂੰ ਭੇਜਿਆ ਜਾਏ ਸਾਰੇ ਪੰਚਾਂ ਨੂੰ, ਚਾਹੇ ਉਹ ਮਤਾ ਆਪਣੀ ਬਹੁਤ ਸੰਮਤੀ ਨਾਲ ਪਾਸ ਕਰ ਲੈਣ, ਪਰ ਆਪੋਜੀਸ਼ਨ ਦੇ ਪੰਚਾਂ ਨੂੰ ਦੱਸਣਾ ਤਾਂ ਚਾਹੀਦਾ ਹੀ ਆ। ਆਖਰ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ। ਮੈਂ ਇੱਕ ਸਵਾਲ ਪੁੱਛਦਾ, ਕਿਉਂਕਿ ਮੈਨੂੰ ਪਤਾ ਤੁਸੀਂ ਸ਼ਾਇਦ ਕਾਂਗਰਸ ਨੂੰ ਬਿਲੋਂਗ ਕਰਦੇ ਹੋ, ਪਰ ਮੈਂ ਇੱਕ ਸਵਾਲ ਪੁੱਛਦਾ, ਕਿਉਂਕਿ ਅਕਾਲੀ ਕਾਂਗਰਸ ਇਕੱਠੇ ਨੇ, ਬੇਸ਼ੱਕ ਉਹਨਾਂ ਕੋਲ ਬਹੁਮਤ ਹੈ, ਕੀ ਇਹ ਇਲੈਕਟਡ ਨਹੀਂ ਨੇ? ਕੀ ਇਹ ਵਕੀਲ ਨਹੀਂ ਆਪਣੇ ਵਾਰਡ ਦੇ? ਇਹਨਾਂ ਤੋਂ ਪੁੱਛਣਾ ਜਾਇਜ਼ ਨਹੀਂ ਹੈ? ਬਿਲਕੁਲ। ਸਾਡੇ ਕੋਲ 4 ਪੰਚ ਆ, ਇਹ ਜਿਹੜੇ ਆਪੋਜੀਸ਼ਨ ਦੇ ਆ, ਸਾਰੇ ਇਲੈਕਟਡ ਪੰਚ ਆ। ਵੋਟਾਂ ਲੈ ਕੇ ਉਹ ਲੋਕ ਇਹਨਾਂ ਨੂੰ ਪੁੱਛਦੇ ਆ ਵੀ ਸਾਡੀਆਂ ਗਲੀਆਂ ਕਾਹਤੇ ਨਹੀਂ ਬਣੀਆਂ, ਕੀ ਇਹਨਾਂ ਨੂੰ ਦੱਸਣ ਪਏ। ਅਸੀਂ ਆਪੋਜੀਸ਼ਨ ਦੇ ਉੱਥੇ ਮਹੱਲੇ ਦੇ ਲੋਕ ਇੱਕ ਵਾਰੀ ਸਰਪੰਚ ਦੇ ਕੋਲ ਇਕੱਠੇ ਹੋ ਕੇ ਗਏ, ਉਹਨਾਂ ਨੇ ਕਿਹਾ ਵੀ ਸਾਡੀ ਗਲੀ ਕਾਹਤੇ ਨਹੀਂ, ਸਾਰੇ ਪਿੰਡ ਦੀਆਂ ਬਣ ਗਈ, ਸਾਡੀ ਗਲੀ ਕਾਹਤੇ ਨਹੀਂ ਬਣਦੀ? ਕਹਿੰਦੇ ਵੀ ਉੱਥੇ ਜਿਹੜੀ ਪੰਚ ਤ੍ਰਿਪਤਾ ਦੇਵੀ ਉਹਦਾ ਘਰ ਆ, ਉਹਦਾ ਘਰ ਵਾਲਾ ਜਿਹੜਾ ਕਾਂਗਰਸ ਦਾ। ਬਹੁਤ ਵੱਡੀ ਸਟੇਟਮੈਂਟ ਦੇ ਰਹੇ ਹੋ ਤੁਸੀਂ, ਇਹ ਗੱਲ ਉਹਨਾਂ ਨੇ ਕਹੀ ਹੈ, ਔਨ ਰਿਕਾਰਡ ਹੋ ਰਹੀ ਹੈ। ਪੂਰੀ ਜਵਾਬਦੇਹੀ ਨਾਲ ਮੈਂ ਗੱਲ ਕਰ ਰਿਹਾ, ਜ਼ਿੰਮੇਵਾਰੀ ਨਾਲ ਗੱਲ ਕਰ ਰਿਹਾ ਕਿ ਪੰਚ ਤ੍ਰਿਪਤਾ ਦੇਵੀ ਦਾ ਘਰ ਹੈ ਤਾਂ ਅਸੀਂ ਗਲੀ ਪਾਸ ਨਹੀਂ ਪਾਸ ਕਰਨੀ। ਕਹਿੰਦੇ ਬਣ ਜਾਊਗੀ ਜਾਂ ਟਾਈਮ ਆਊਗਾ ਬਣ ਜਾਊਗੀ। ਮਤਲਬ ਇਹ ਤਰੀਕਾ ਟਾਈਮ ਕਦੋਂ ਆਏਗਾ? ਟਾਈਮ ਤਾਂ ਜਦੋਂ ਪੰਚਾਇਤ ਜਿਹੜੀ ਖਤਮ ਹੋ ਜਾਊਗੀ, 2.5 ਸਾਲ ਹੋ ਗਏ, ਥੋੜਾ ਸਮਾਂ ਹੋਰ ਰਹਿ ਗਿਆ। ਪਰ ਉੱਥੇ ਕੱਲੀ ਤ੍ਰਿਪਤਾ ਤਾਂ ਨਹੀਂ ਰਹਿੰਦੀ ਹੋਵੇਗੀ? ਨਹੀਂ, ਸਾਰਾ ਮਹੱਲਾ 350 ਮਤਲਬ ਵੋਟ ਹੈ ਉੱਥੇ, ਪਰ ਇਹ ਵੋਟਾਂ ਤਾਂ ਪੈ ਗਈਆਂ। ਉਹ ਤੋਂ ਬਾਅਦ ਪੰਚ ਸਰਪੰਚ ਜੋ ਬਣਦੇ ਆ, ਉਹ ਤਾਂ ਪੂਰੇ ਨਗਰ ਦੇ ਹੁੰਦੇ ਆ, ਉਹਨਾਂ ਨੂੰ ਪਾਰਸ਼ੀਅਲਟੀ ਨਹੀਂ ਕਰਨੀ ਚਾਹੀਦੀ। ਉਹਨਾਂ ਜਿੱਥੇ ਜਿੱਥੇ ਆਪੋਜੀਸ਼ਨ ਦੇ ਬੰਦੇ ਆ, ਚਾਹੇ ਸੋਨੂੰ ਭਲਵਾਨ, ਮਹਿੰਦਰਪਾਲ ਭਲਵਾਨ ਦੀ ਗੱਲ ਕਰ ਲਈਏ, ਚਾਹੇ ਸਾਡੀ ਸਿਆਣਾ ਵਾਲੀ ਗਲੀ ਆ ਜੀ, ਸਿਆਣਾ ਵਾਲੀ ਗਲੀ ਆ, ਉਹ ਜਿੱਥੇ ਲੱਖਾਂ ਲੋਕ ਜਿਹੜੇ ਲੰਘਦੇ ਆ, ਹਜ਼ਾਰਾਂ ਲੋਕ ਰੋਜ਼ ਉੱਥੋਂ ਲੰਘਦੇ ਆ, ਬਾਜ਼ਾਰ ਦੇ ਵਿੱਚ ਗਲੀ ਆ, ਉਹ ਵੀ ਨਹੀਂ ਪੱਕੀ ਕੀਤੀ। ਚਲੋ ਮੈਨੂੰ ਥੋੜਾ ਜਿਹਾ ਇਸ ਲੋਕੇਸ਼ਨ ਦੀ ਗੱਲ ਅਗਰ ਕਰੀਏ ਤਾਂ ਮੈਨੂੰ ਆ ਜਿਹੜਾ ਇੱਥੇ ਛੱਪੜ ਨਜ਼ਰ ਆ ਰਿਹਾ, ਇਹਦੇ ਬਾਰੇ ਦੱਸੋ। ਇਹ ਹਾਲਾਤ ਤਾਂ ਵੱਧ ਨਾਲੋਂ ਬੱਤਰ ਨੇ,
ਇਉਂ ਮਹਿਸੂਸ ਹੋ ਰਿਹਾ ਕਿ ਕਿਤੇ 1920-25 ਚ ਆ ਕੇ ਸ਼ਾਇਦ ਗੋਰਿਆਂ ਨੇ ਉਦੋਂ ਵੀ ਸਾਫ਼ ਰੱਖਿਆ ਹੋਵੇ। ਇਹ ਹਾਲਾਤ ਮੇਰੇ ਖਿਆਲ ਮੈਂ ਪਹਿਲੀ ਵਾਰ ਦੇਖ ਰਿਹਾ, ਪੂਰੀ ਦਲਦਲ ਬਣੀ ਹੋਈ ਹੈ। ਇਸ ਤਰ੍ਹਾਂ ਜੀ, ਆ ਜਿਹੜੀ ਬਸਤੀ ਆ ਇਹ ਪੰਚਾਇਤ ਦਾ ਰਕਬਾ, ਇਹ 4.5 ਕਨਾਲ ਰਕਬਾ। ਇਹ ਆ ਜਿੱਥੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਧਰੋਂ ਇਹ ਘੱਟੋ ਘੱਟ ਇਹ 15-20 ਪਿੰਡਾਂ ਦਾ ਪਾਣੀ ਬਰਸਾਤ ਦੇ ਦਿਨਾਂ ਵਿੱਚ ਇਕੱਠਾ ਹੋ ਕੇ ਆਉਂਦਾ। ਆਹ ਖਾਲਾ ਜਿਹੜਾ ਇੱਥੇ ਕਾਗਜ਼ਾਂ ਵਿੱਚ ਲੱਗਿਆ ਆ, ਇਹ ਬੁੱਗੇ ਦੇ ਪੋਹ ਤੋਂ ਇਦਾਂ ਆ ਕੇ ਇਸ ਛੱਪੜ ਦੇ ਵਿੱਚ ਪੈਂਦਾ। ਮਤਲਬ ਹਿਸਟੋਰੀਕਲ ਪਿੰਡ ਹੋਣ ਦਾ ਇਨਾਮ ਮਿਲ ਰਿਹਾ, ਇਨਾਮ ਮਿਲ ਰਿਹਾ ਸਮਝ ਲਓ। ਜਿੱਦਾਂ ਹੀ ਇਹ ਕਾਗਜ਼ਾਂ ਦੇ ਵਿੱਚ ਜਿਹੜਾ ਇਹ ਛੱਪੜ ਆ ਐਕਚੁਅਲੀ ਅੱਧਾ ਲਾਲ ਲਕੀਰ ਦੇ ਅੰਦਰ ਆ, ਅੱਧਾ ਨੰਬਰੀ ਆ। ਤਾਂ ਇਸ ਕਰਕੇ ਪੰਚਾਇਤ ਜਿਹੜੀ ਇਹਦਾ ਗੌਰ ਹੀ ਨਹੀਂ ਕਰਦੀ, ਬਿਲਕੁਲ ਧਿਆਨ ਨਹੀਂ। ਮੈਂ ਰੀਅਲੀ ਬਹੁਤ ਵਰਡ ਆ, ਸਰਪ੍ਰਾਈਜ਼ ਨੇ ਆ ਕਿ ਕੋਵਿਡ-19 ਦਾ ਦੌਰ ਚੱਲ ਰਿਹਾ ਹੈ। ਕਿਸੇ ਨੂੰ ਮਾੜਾ ਮੋਟਾ ਬੁਖਾਰ ਵੀ ਹੋ ਜਾਏ ਤਾਂ ਬੰਦੇ ਅੰਦਰ ਡਰ ਹੋ ਜਾਂਦਾ ਕਿ ਮੈਨੂੰ ਕਿਤੇ ਕਰੋਨਾ ਨਾ ਹੋ ਗਿਆ ਹੋਵੇ। ਜਿਹਨੂੰ ਡੇਂਗੂ ਹੋ ਜਾਏਗਾ, ਸਰੀਰ ਕੰਬਦਾ, ਸਾਰਾ ਦਿਨ ਬੰਦੇ ਦੇ ਧਰਤੀ ਤੇ ਪੈਰ ਨਹੀਂ ਲੱਗਦੇ, ਉਹਦੇ ਹਾਲਾਤ ਕੀ ਹੁੰਦੇ ਹੋਣਗੇ? ਭਲਵਾਨ ਜੀ ਇੱਕ ਵਾਰੀ ਜ਼ਰੂਰ ਐਕਸਪਲੇਨ ਕਰੋ। ਦੇਖੋ ਗੱਲ ਇਹ ਹੈ ਕਿ ਜਦੋਂ ਕੋਈ ਪੰਚ, ਸਰਪੰਚ, MLA, ਮੁੱਖ ਮੰਤਰੀ ਤੱਕ ਬਣਦਾ, ਉਸ ਨੂੰ ਇਹ ਧਾਰਨਾ ਰੱਖਣੀ ਚਾਹੀਦੀ ਹੈ ਕਿ ਉਹ ਹੁਣ ਪੂਰੇ ਸਮਾਜ ਦਾ ਬਣ ਗਿਆ, ਉਹਨੂੰ ਪਾਰਸ਼ੈਲਿਟੀ ਨਹੀਂ ਕਰਨੀ ਚਾਹੀਦੀ। ਪਰ ਇੱਥੋਂ ਦੇ ਸਰਪੰਚ ਸਾਹਿਬ ਸਰਦਾਰ ਰਜਿੰਦਰ ਸਿੰਘ ਤੇ ਉਹਨਾਂ ਦੇ ਜਿਹੜੇ 5 ਪੰਚ ਹੈਗੇ ਆ, ਮੈਂ ਓਪਨਲੀ ਤੁਹਾਡੇ ਮਾਧਿਅਮ ਨਾਲ ਕਹਿਣਾ ਚਾਹੁੰਦਾ ਕਿ ਤੁਹਾਨੂੰ ਅਸੀਂ ਜਾਲਲੇ ਦਾ ਦੂਸਰਾ ਪਾਸਾ ਵੀ ਦਿਖਾਵਾਂਗੇ, ਜਿੱਥੇ ਇਹਨਾਂ ਦੇ ਆਪ ਦੇ ਖੇਤ ਹੈ, ਇਹਨਾਂ ਦੀਆਂ ਨਿੱਜੀ ਕਲੋਨੀਆਂ ਆ, ਤੇ ਪਰ ਉੱਥੇ ਆਬਾਦੀ ਕੋਈ ਨਹੀਂ ਹੈਗੀ, ਪਰ ਸੜਕਾਂ ਬਹੁਤ ਵਧੀਆ ਬਣਾਈਆਂ ਗਈਆਂ, ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਰਹਿ ਰਹੇ ਆ। ਇਹ ਮਰ ਜਾਣ, ਇਹ ਖੱਪ ਜਾਣ, ਇਹਨਾਂ ਨੂੰ ਕਰੋਨਾ ਹੋ ਜੇ, ਇਹਨਾਂ ਨੂੰ ਮਲੇਰੀਆ ਹੋ ਜੇ, ਇਹਨਾਂ ਨੂੰ ਹੋਰ ਪ੍ਰੋਬਲਮ ਹੋ ਜੇ, ਇਸ ਸਰਪੰਚ ਸਾਹਿਬ ਦੀ ਕੋਈ ਜ਼ਿੰਮੇਵਾਰੀ। ਚਲਦੇ ਚਲਦੇ ਕਿ ਵੀ ਗੱਲ ਕਰਨੀ, ਕਿਉਂਕਿ ਦੂਜੀ ਲੋਕੇਸ਼ਨ ਤੇ ਜਾਣਾ। ਤੁਸੀਂ ਇਹ ਵੀ ਕਿਹਾ ਸੀ ਪਿੱਛੇ ਆ ਜੀ, ਤੇ ਚਲੋ ਆਪਾਂ ਆਪਣੇ ਵਹੀਕਲਸ ਤੇ ਚੱਲਦੇ ਹਾਂ। ਪਰ ਤੁਸੀਂ ਇਹ ਵੀ ਦੱਸਿਆ ਸੀ ਕਿ ਘਰ ਘਰ ਕਰੋਨਾ ਦਾ ਨਹੀਂ, ਪਰ ਡੇਂਗੂ ਦਾ ਮਰੀਜ਼ ਜ਼ਰੂਰ ਹੈ। ਬਿਲਕੁਲ, ਡੈਫੀਨੇਟਲੀ। ਪਿਛਲੇ ਸਮੇਂ 'ਚ ਮੈਂ ਖੁਦ ਇਸ ਮਾੜੀ ਪੰਚਾਇਤ ਦੀ ਕਾਰਗੁਜ਼ਾਰੀ ਦੇ ਕਾਰਨ ਮੈਂ ਖੁਦ ਡੇਂਗੂ ਦਾ ਪੇਸ਼ੈਂਟ ਬਣਿਆ ਰਿਹਾ। ਕਾਰਨ ਕਿਉਂਕਿ ਜਾੜਲਾ ਜਿਹੜਾ ਆ ਉਹ ਬਹੁਤ ਵੱਡਾ, ਹਲਕੇ ਦਾ 132 ਪਿੰਡਾਂ ਦੇ ਵਿੱਚੋਂ ਸਭ ਤੋਂ ਵੱਡਾ ਪਿੰਡ ਹੈ ਔਰ ਸਭ ਤੋਂ ਬੜੀ ਆਬਾਦੀ ਵਾਲਾ ਪਿੰਡ ਹੈ। ਇੱਥੋਂ ਦਾ ਸਰਪੰਚ ਹੋਣਾ ਵੀ ਇੱਕ ਮਾਣ ਵਾਲੀ ਗੱਲ ਹੈ। ਪਰ ਇਸ ਸਰਪੰਚ ਸਾਹਿਬ ਨੂੰ ਸ਼ਾਇਦ ਆਪਣੀ ਸ਼ਰਾਬ ਪੀਣ ਤੋਂ ਇਲਾਵਾ ਟਾਈਮ ਨਹੀਂ ਹੈਗਾ, ਜਾਂ ਉਹ ਇਹ ਲੋਕਾਂ ਨੂੰ ਸਮਝਦਾ ਹੀ ਨਹੀਂ ਕਿ ਇੱਥੋਂ ਦੇ ਲੋਕ ਹੈ, ਜਾਂ ਉਹ ਇਹ ਸਮਝਦਾ ਕਿ ਇੱਕ ਡਿਕਟੇਟਰਸ਼ਿਪ ਆਪਣੀ ਚਲਾਉਣਾ ਚਾਹੁੰਦਾ। ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਬਿਲੋਂਗ ਕਰ, ਇਸ ਕਰਕੇ ਤਾਂ ਨਹੀਂ ਲਾਂਛਨ ਲਾ ਰਹੇ ਸਿੱਧਾ ਉਹਨਾਂ ਤੇ ਪੋਲੂਸ਼ਨ ਫਿਰ ਸਿੱਟ ਰਹੇ? ਜਦੋਂ ਸ਼੍ਰੋਮਣੀ ਅਕਾਲੀ ਦਲ ਸੱਤਾ ਦੇ ਉੱਤੇ ਰਹੀ ਹੈ 16 ਦੇ ਵਿੱਚ, ਅਸੀਂ ਬਾਲ ਸਾਹਿਬ ਕਹਿ ਰਹੇ ਨੇ ਕਿ ਸਿਰਫ ਸ਼ਰਾਬ ਪੀ ਰਹੇ ਨੇ। ਡੈਫੀਨੇਟਲੀ ਇਹ ਤਾਂ ਮੈਂ ਓਪਨ ਚੈਲੰਜ ਆ ਮੇਰਾ। ਦੇਖੋ ਮੈਂ ਖੁਦ ਟੈਸਟ ਕਰਾਉਣ ਨੂੰ ਤਿਆਰ ਆ, ਆਪਾਂ ਡੋਪ ਟੈਸਟ ਕਰਾ ਲੈਂਦੇ, ਮੈਂ ਓਪਨ ਚੈਲੰਜ ਕਰਦਾ। ਤੁਸੀਂ ਤਾਂ ਪਹਿਲਵਾਨ ਹੋ। ਨਹੀਂ ਠੀਕ ਹੈ, ਪਹਿਲਵਾਨ ਹੋ ਸਕਦਾ। ਮੈਂ ਕਹਿੰਦਾ ਅਗਰ ਉਹ ਨਹੀਂ ਕਰਦੇ ਮੈਂ ਤਾਂ ਕਹਿੰਦਾ ਔਰ ਤੁਸੀਂ ਡੋਪ ਟੈਸਟ ਕਰਾ ਲੈਂਦੇ, ਆਪਾਂ ਅੱਜ ਹੁਣ ਕਰਾ ਲਓ, ਆਪਾਂ ਬੁਲਾ ਲਓ, ਓਪਨ ਡਿਬੇਟ ਕਰਨ ਲਈ ਅਸੀਂ ਤਿਆਰ ਹੈ। ਤੁਸੀਂ ਇਸ ਪੰਚਾਇਤ ਨਾਲ, ਇਸ ਜਿਹੜੇ ਇਹਨਾਂ ਦੇ ਸਿੱਪੇ ਸਲਾਰ ਹੈਗੇ ਉਹਨਾਂ ਨੂੰ ਲਿਆਓ, ਅਸੀਂ ਇਸ ਵਿਕਾਸ ਦੇ ਮੁੱਦੇ ਤੇ ਓਪਨ ਡਿਬੇਟ ਕਰਨ ਨੂੰ ਤਿਆਰ ਹੈ। ਐਵਰੀ ਟਾਈਮ ਸਾਨੂੰ ਦੁਬਾਰਾ ਟਾਈਮ ਦਿਓ। ਅਗਰ ਤ੍ਰਿਪਤਾ ਜੀ ਨਾਲ ਸਾਡੀ ਮੁਲਾਕਾਤ ਹੋ ਸਕਦੀ ਹੈ ਜਿਹੜੇ ਪੰਚ ਨੇ? ਹਾਂ ਡੈਫੀਨੇਟਲੀ, ਉਹਨਾਂ ਤੁਹਾਡੀ ਕਰਾ ਦਿੰਦੇ ਅਗਲੇ ਟੌਪਿਕ ਤੇ ਇਹਨਾਂ ਦੀ ਕਰਾ। ਚਲੋ ਅਸੀਂ ਇਹ ਲਾਈਵ ਇਸੇ ਤਰ੍ਹਾਂ ਚੱਲਦਾ ਰਹਿਣਾ ਜੀ, ਔਰ ਵਿੱਚ ਆਪਾਂ ਥੋੜੇ ਜਿਹੜੇ ਵਿਚਾਰਾਂ ਦੀ ਸਾਂਝ ਵੀ ਪਾ ਲੈਣੀ ਆ। ਅਸੀਂ ਚੱਲਦੇ ਅਸੀਂ ਆਪਣੇ ਵਹੀਕਲ ਤੇ ਇਹਨਾਂ ਦੇ ਪਿੱਛੇ ਗੱਡੀ ਲਾ ਲੈਣੀ ਆ ਔਰ ਪੂਰਾ ਜਾੜਲਾ ਤੁਹਾਨੂੰ ਦਿਖਾ ਦੇਣਾ। ਤੁਸੀਂ ਲਾਈਵ ਜੁੜੇ ਰਹਿਣਾ ਜੀ। ਔਰ ਮੈਂ ਕੁਝ ਕੁ ਚੀਜ਼ਾਂ ਸਾਂਝੀਆਂ ਕਰ ਲੈਣਾ ਜਦ ਤੱਕ ਇਹ ਆਪਣੀ ਗੱਡੀ ਮੋੜਦੇ ਨੇ, ਕਿ ਇਹ ਰੀਅਲੀ ਬਹੁਤ ਸਰਪ੍ਰਾਈਜ਼ਿੰਗ ਹੈ। ਹਾਲਾਂਕਿ ਉਹਨਾਂ ਦੀ ਕੁਝ ਵਿਅਕਤੀਗਤ ਰਾਏ ਨੇ ਜਿਹੜੀਆਂ ਅਸੀਂ ਉਹਦੇ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ, ਕਿਉਂਕਿ ਅਗਰ ਕੋਈ ਇੱਕ ਦੂਜੇ ਦੇ ਓਪੋਜੀਸ਼ਨ ਵਿੱਚ ਹੁੰਦਾ ਹੈ, ਪਾਰਟੀ ਵੱਖੋ ਵੱਖਰੀ ਹੁੰਦੀ ਹੈ ਤਾਂ ਗੱਲਾਂ ਕਰਦੇ ਹੀ ਨੇ। ਪਰ ਇਹ ਤਰੱਕੀ ਵਾਲੇ ਰਸਤੇ ਨਹੀਂ ਹੈ, ਇਹ ਤਰੱਕੀ ਵਾਲੇ ਰਾਹ ਨਹੀਂ ਹੈ ਜੀ। ਕੋਈ ਗੱਲ ਨਹੀਂ ਜੀ, ਮੈਂ ਖੁਦ ਡਰਾਈਵ ਕਰ ਲੈਣੀ ਹੈ। ਵਜੇ ਤੁਸੀਂ ਮਾਈਕ ਫੜ ਲਓ ਭਾਈ, ਜਲਦੀ ਚਲੋ, ਜਲਦੀ ਚਲੋ। ਸੋ ਤੁਸੀਂ ਦੇਖ ਰਹੇ ਹੋ, ਮੈਂ ਬਿਲਕੁਲ ਵੀ ਮਾਈਕ ਨਹੀਂ ਫੜਿਆ। ਵੀਰੇ ਜੀ ਤੁਸੀਂ ਫੜ ਲਓ, ਕਿਉਂਕਿ ਅਸੀਂ ਇੱਕ ਰੈਜ਼ੋਲੂਸ਼ਨ ਲਿਆ ਸੀ ਗੱਡੀ ਚਲਾਉਂਦੇ ਹੋਏ। ਮੈਂ ਬਿਲਕੁਲ ਵੀ ਮਾਈਕ ਨਹੀਂ ਫੜਨਾ, ਮੈਂ ਸੀਟ ਬੈਲਟ ਪਾਉਣੀ ਹੈ, ਅਸੀਂ ਪ੍ਰੋਟੋਕੋਲਸ ਦੇ ਅਗੇਂਸਟ ਨਹੀਂ ਜਾਣਾ। ਤਾਂ ਸਾਡੇ ਡਰਾਈਵਰ ਕੋਲ ਹੀ, ਸਾਡੇ ਕੈਮਰਾਮੈਨ ਕੋਲ ਹੀ ਮਾਈਕ ਵੀ ਹੈ, ਕੈਮਰਾਮੈਨ ਦੇ ਕੋਲ ਹੀ ਕੈਮਰਾ ਹੈ। ਤਾਂ ਇਸ਼ੂ ਜੀ। ਔਰ ਆਈ ਐਮ ਰੀਅਲੀ ਸਰਪ੍ਰਾਈਜ਼, ਜਿਵੇਂ ਦੱਸ ਰਹੇ ਨੇ ਕਿ ਸਾਡੇ ਨਾਲ ਮੀਟਿੰਗ ਹੋਈ ਨਹੀਂ। ਇੱਕ ਵਾਰ ਮੀਟਿੰਗ ਹੋਈ ਹੈ, ਬਟ ਇਹਦੇ ਤੇ ਹਲੇ ਸਰਪੰਚ ਸਾਹਿਬ ਦਾ ਪੱਖ ਲੈਣਾ ਬਾਕੀ ਹੈ, ਕਿਉਂਕਿ ਸਾਡੀ ਟੀਮ ਵੀ ਪਹੁੰਚੀ ਸੀ ਇੱਕ ਡਾਕੂਮੈਂਟਰੀ ਦੇ ਤੌਰ ਤੇ ਇਹਨਾਂ ਦੇ ਸਵਾਲ ਜਵਾਬ ਲੈਣ ਲਈ। ਬਟ ਸਾਨੂੰ ਇਹਨਾਂ ਨੇ ਕਿਹਾ ਕਿ ਤੁਸੀਂ ਲਾਈਵ ਚਲਾਓ, ਕਿਉਂਕਿ ਜਨਤਾ ਬਹੁਤ ਜੁੜੀ ਹੋਈ ਹੈ, ਆਮ ਪਬਲਿਕ ਦੇਖਣਾ ਚਾਹੁੰਦੀ ਹੈ। ਤਾਂ ਇਹਨਾਂ ਦੀ ਬੇਨਤੀ ਤੇ ਅਸੀਂ ਲਾਈਵ ਚਲਾ ਰਹੇ ਹਾਂ, ਲੇਕਿਨ ਹਲੇ ਸਰਪੰਚ ਸਾਹਿਬ ਦਾ ਪੱਖ ਲੈਣਾ ਇਹਦੇ ਤੇ ਬਾਕੀ ਹੈ। ਔਰ ਮੈਂ ਫਿਰ ਤੋਂ ਕਹਿ ਰਿਹਾ, ਇਹਨਾਂ ਦੀ ਵਿਅਕਤੀਗਤ ਰਾਏ ਹੋ ਸਕਦੀ ਹੈ, ਲੇਕਿਨ ਛੱਪੜ ਜ਼ਰੂਰ ਨਜ਼ਰ ਆ ਰਿਹਾ। ਜਿਹੜੇ ਵੀਰ ਬਾਹਰ ਬੈਠੇ ਉਹ ਵੀ ਦੇਖ ਸਕਦੇ ਜੀ ਜੀ, ਜਾੜਲੇ ਨੂੰ ਤੁਸੀਂ ਦੇਖ ਪਾ ਰਹੇ ਹੋ, ਲਾਈਵ ਚੱਲੇਗਾ ਜੀ ਇਹ। ਔਰ ਤੁਸੀਂ ਵੀ ਜੇ ਇਸ ਪਾਸੇ ਦਿਖਾ ਦਿਓ, ਇਹ ਜਿਹੜੀਆਂ ਜਿਵੇਂ ਕਹਿ ਰਹੇ ਨੇ ਕਿ ਕੁਝ ਕੁ ਪਾਸੇ ਸੜਕਾਂ ਬਣੀਆਂ ਹੋਈਆਂ ਨੇ, ਕੁਝ ਕੁ ਪਾਸੇ ਇਹ ਹਾਲਾਤ ਨਜ਼ਰ ਆ ਰਹੇ ਨੇ।
ਇਹ ਸੜਕਾਂ ਬਿਲਕੁਲ ਨਜ਼ਰ ਨਹੀਂ ਆ ਰਹੀਆਂ ਮੈਨੂੰ, ਮੁਸ਼ਕਿਲ ਵਿੱਚ ਲੋਕ ਲੱਗ ਰਹੇ ਨੇ। ਜੀ ਪਰ ਮੈਨੂੰ ਭਲਵਾਨ ਸਾਹਿਬ ਇੱਕ ਗੱਲ ਯਾਦ ਆ ਰਹੀ ਹੈ ਕਿ ਪਿਛਲੇ ਜ਼ਮਾਨੇ ਵਿੱਚ ਜਿਵੇਂ ਇਹਨਾਂ ਨੇ ਕਿਹਾ ਕਿ ਹੁਣ ਮੀਟਿੰਗਾਂ ਨਹੀਂ ਹੋ ਰਹੀਆਂ, ਪਿਛਲੇ ਜ਼ਮਾਨੇ ਵਿੱਚ ਦਰਖਤ ਦੇ ਹੇਠਾਂ ਸਭਾ ਲੱਗਦੀ ਹੁੰਦੀ ਸੀ, ਪੰਚਾਇਤ ਮੈਂਬਰ ਇਕੱਠੇ ਹੁੰਦੇ ਸੀ, ਉੱਥੇ ਗੱਲਬਾਤ ਹੁੰਦੀ ਸੀ। ਜਿਵੇਂ ਇਹ ਦੱਸਦੇ ਨੇ ਕਿ ਹੁਣ ਕੋਈ ਟਰਾਂਸਪੇਰੈਂਸੀ ਰਹੀ ਨਹੀਂ ਹੈ, ਕੋਈ ਪਾਰਦਰਸ਼ਤਾ ਹੀ ਨਹੀਂ ਹੈ, ਇਹਨੂੰ ਕਿਵੇਂ ਦੇਖਦੇ ਹੋ? ਕਿਉਂਕਿ ਬੜੀ ਮੁਸ਼ਕਿਲ ਹੋ ਜਾਂਦੀ ਹੈ ਇਸ ਤਰ੍ਹਾਂ। ਦੇਖੋ ਸਾਡੇ ਸੰਵਿਧਾਨ ਨਿਰਮਾਤਾ ਪ੍ਰਧਾਨ ਡਾਕਟਰ BR ਅੰਬੇਦਕਰ ਸਾਹਿਬ ਦੀ ਜਿਹੜੀ ਦੇਣ ਹੈ ਉਹ ਡੈਮੋਕ੍ਰੇਸੀ ਆ, ਜਿਹਨੂੰ ਲੋਕਤੰਤਰ ਕਹਿੰਦੇ। ਲੋਕਤੰਤਰ ਦਾ ਮਤਲਬ ਸੀ ਲੋਕਾਂ ਦਾ ਰਾਜ, ਬਟ ਜਾਲੇ ਦੇ ਵਿੱਚ ਅਗਰ ਤੁਸੀਂ ਅੱਜ ਗੱਲ ਕਰਦੇ, ਇੱਥੇ ਡੈਮੋਕ੍ਰੇਸੀ ਨਹੀਂ ਹੈਗੀ, ਇੱਥੇ ਡਿਕਟੇਟਰਸ਼ਿਪ ਹੈ, ਇੱਕ ਬੰਦੇ ਦਾ ਰਾਜ ਚੱਲਦਾ ਆ। ਤੁਸੀਂ ਮੇਰੇ ਪਿੱਛੇ ਦੇਖੋਗੇ ਸਾਡੇ ਮੌਜੂਦਾ ਸਰਪੰਚ ਰਜਿੰਦਰ ਸਿੰਘ ਦੀ ਅਣਅਧਿਕਾਰਤ ਕਲੋਨੀ, ਜਿਹੜੀ ਕਿ ਕਿਸੇ ਅਦਾਰੇ ਤੋਂ ਪੁੱਡਾ ਤੋਂ ਅਪਰੂਵ ਨਹੀਂ ਹੈਗੀ, ਇਹ ਉਹ ਕਲੋਨੀ ਕੱਟੀ ਗਈ ਹੈ ਜਿੱਥੇ ਲੱਖਾਂ ਕਰੋੜਾਂ ਦੇ ਪਲਾਟ ਵੇਚੇ ਜਾਂਦੇ ਆ। ਤੇ ਨਾਲ ਕੌਣ ਰਿਹਾ ਜੀ ਪਲਾਟ ਆਮ ਲੋਕ ਵਿਚਾਰੇ ਜਿਹੜੇ ਜ਼ਰੂਰਤਮੰਦ ਆ, ਪਿੰਡ ਦੇ ਕੋ ਬਾਹਰਲੇ ਲੋਕ ਵੀ ਲੈ ਰਹੇ ਆ, ਤੇ ਉਹ ਪੈਸਾ ਕਮਾਇਆ ਜਾ ਰਿਹਾ ਟੋਟਲੀ 2 ਨੰਬਰ ਦਾ, ਟੈਕਸ ਨਹੀਂ ਦਿੱਤਾ ਜਾ ਰਿਹਾ। ਪਰ ਇਸ ਕਲੋਨੀ ਨੂੰ ਬੈਨੀਫਿਟ ਦੇਣ ਲਈ ਮੈਂ ਤੁਹਾਨੂੰ ਪਿਛਲੇ ਸਮੇਂ 'ਚ ਦਿਖਾਇਆ, ਗਲੀ ਦਿਖਾਈ ਹੈ, ਛੱਪੜ ਦਿਖਾਏ ਆ। ਹੁਣ ਮੈਂ ਤੁਹਾਨੂੰ ਇੱਕ ਉਹ ਗਲੀ ਦਿਖਾਣਾ ਜਿਹੜੀ ਇਸ ਕਲੋਨੀ ਦੇ ਨਾਲ ਸਾਈਡ ਤੋਂ ਜਾਂਦੀ ਹੈ, ਔਰ ਉਹਦੇ ਹਾਲਾਤ ਦੇਖੋ ਕਿੰਨੀ ਵਧੀਆ ਬਣੀ। ਤੁਸੀਂ ਕਹਿੰਦੇ ਚੰਡੀਗੜ੍ਹ ਦੀ ਆ, ਆਜੋ ਮੈਂ ਤੁਹਾਨੂੰ ਇਹ ਮੌਕੇ ਤੇ ਦਿਖਾ ਦਿੰਦਾ। ਤੇ ਜਿਹੜੀਆਂ ਬੀਬੀਆਂ ਪੰਚ ਨੇ ਉਹਨਾਂ ਨੂੰ ਜ਼ਰੂਰ ਸਾਡੇ ਰੂਬਰੂ ਕਰੋ ਜੀ, ਕਿਉਂਕਿ ਹਾਂ ਉਹਨਾਂ ਨੂੰ ਜ਼ਰੂਰ ਲੈ ਕੇ ਆਓ ਜੀ, ਉਹਨਾਂ ਨਾਲ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ। ਔਰ ਹਾਂ ਇਹ ਸੜਕ ਤਾਂ ਬਣੀ ਹੋਈ ਹੈ ਜੀ, ਦੇਖੋ ਇਸ ਸੜਕ ਦਾ ਜਿਹੜਾ ਬਿਲਕੁਲ ਤੁਸੀਂ ਦੇਖੋ ਕਿੰਨੀ ਸਾਫ਼ ਸੁਥਰੀ ਔਰ ਕਿੰਨੀ ਵਧੀਆ ਤਰੀਕੇ ਨਾਲ ਔਰ ਲੈਵਲ ਦੇ ਵਿੱਚ ਚੰਡੀਗੜ੍ਹ ਸਟਾਈਲ ਸੜਕ ਬਣੀ ਆ। ਕਾਰਨ ਕਿਉਂਕਿ ਇਹ ਸਰਪੰਚ ਦੀ ਅਣਅਧਿਕਾਰਿਤ ਕਲੋਨੀ ਆ ਔਰ ਇਹਨੂੰ ਬੈਨੀਫਿਟ ਦੇਣ ਲਈ ਇਹ ਸੜਕ ਜਿਹੜੀ ਵੀ ਲੱਗਦਾ ਜੀ ਸੜਕ ਦੇ ਨਾਲ ਬਿਲਕੁਲ ਸਾਰਾ ਧੁਰ ਤੁਸੀਂ ਉਹ ਦੇਖੋ। ਔਰ ਅੱਗੇ ਜਾ ਕੇ ਅਗਰ ਤੁਸੀਂ ਦੇਖੋਗੇ ਕਲੋਨੀ ਦੇ ਅੰਦਰ ਪ੍ਰਾਈਵੇਟ ਜਗ੍ਹਾ ਦੇ ਵਿੱਚ ਔਰ ਪ੍ਰੋਪਰ ਸਰਕਾਰ ਦੇ ਪੈਸੇ ਲਾ ਕੇ ਜਿਹੜੀ ਆ ਉਹ ਸੜਕ ਬਣਾਈ ਗਈ ਹੈ। ਫਿਰ ਤਾਂ ਹੀ ਤੁਹਾਨੂੰ ਜਿਹੜਾ ਗਿਲਾ ਵੀ ਹੈ ਕਿ ਜਿਹੜੀ ਦੂਜੇ ਪਾਸੇ ਪਾਸ ਹੋਈ ਹੈ ਗਲੀ ਉਹ ਬਣੀ ਨਹੀਂ। ਦੇਖੋ ਮੈਂ ਜਿੱਥੇ ਪੋਲੀਟੀਕਲ ਆ ਉੱਥੇ ਮੈਂ ਬਿਜ਼ਨਸਮੈਨ ਵੀ ਆ, ਮੇਰੇ ਸਾਰੇ ਸਤਿਕਾਰਯੋਗ ਕੰਮ ਕਰਦੇ ਆ। ਅਸੀਂ ਸਰਕਾਰ ਨੂੰ ਟੈਕਸ ਦੇ ਕੇ ਸਰਕਾਰ ਦਾ ਖਜ਼ਾਨਾ ਭਰਦੇ ਆ ਔਰ ਉਸ ਖਜ਼ਾਨੇ ਦੇ ਵਿੱਚੋਂ ਗ੍ਰਾਂਟਾਂ ਆਉਂਦੀਆਂ। ਮੈਂ ਤੁਹਾਡੇ ਮਾਧਿਅਮ ਰਾਹੀਂ ਇਸ ਨਲਾਇਕ ਸਰਪੰਚ ਨੂੰ ਜਾਲੇ ਨੂੰ ਪੁੱਛਣਾ ਚਾਹੁੰਦਾ ਕਿ ਇਹਨੇ ਆਪ ਦੀ ਜੇਬ ਦੇ ਵਿੱਚੋਂ ਅੱਜ ਤੱਕ ਕਿੰਨੇ ਪੈਸੇ ਪਿੰਡ ਦੇ ਉੱਤੇ ਲਾਏ ਆ? ਇਹ ਸਰਕਾਰੀ ਪੈਸੇ ਦੇ ਉੱਤੇ ਡਿਕਟੇਟਰਸ਼ਿਪ ਕਰਦਾ ਪਿਆ। ਇਹ ਸਰਕਾਰੀ ਪੈਸੇ ਤੇ ਆਪਣੇ ਕਲੋਨੀਆਂ ਦੇ ਵਿੱਚ ਨਜਾਇਜ਼ ਪੈਸੇ ਲਾ ਕੇ ਆਪਣੀਆਂ ਜੇਬਾਂ ਮੋਟੀਆਂ ਕਰ ਰਿਹਾ, ਜਦ ਕਿ ਇਹ ਕਲੋਨੀ ਜਿਹੜੀ ਆ ਗਲੀ ਆ ਇਹ ਸਰਪੰਚ ਨੂੰ ਨਿੱਜੀ ਤੌਰ ਤੇ ਬਣਾਉਣੀ ਸੀ। ਅੱਜ ਸਰਕਾਰ ਦੇ ਖਜ਼ਾਨੇ ਨੂੰ ਸਾਡੇ ਟੈਕਸਾਂ ਨੂੰ ਲੱਖਾਂ ਰੁਪਏ ਦਾ ਚੂਨਾ ਲਾ ਕੇ ਇਸਨੇ ਗਲੀ ਬਣਾਈ ਆ ਔਰ ਸਿੱਧਾ ਜਿਹੜਾ ਮੁਨਾਫਾ ਇਹਦੀ ਜੇਬ ਦੇ ਵਿੱਚ ਜਾ ਰਿਹਾ ਜੀ। ਤ੍ਰਿਪਤਾ ਜੀ ਮਾਤਾ ਜੀ ਸਾਡੇ ਨਾਲ ਨੇ, ਆਓ ਜੀ। ਮੇਰੇ ਸੁਣਨ ਵਿੱਚ ਗੱਲ ਆਈ ਹੈ, ਮਾਤਾ ਜੀ ਕਹਿੰਦੇ ਨੇ ਕਿ ਤੁਹਾਡੇ ਜਿਹੜੇ ਏਰੀਆ 'ਚ ਤੁਸੀਂ ਰਹਿੰਦੇ ਹੋ ਗਲੀ ਇਸ ਕਰਕੇ ਨਹੀਂ ਪਾਸ ਕੀਤੀ ਗਈ ਕਿ ਉੱਥੇ ਤੁਸੀਂ ਰਹਿੰਦੇ ਹੋ, ਇਹ ਗੱਲ ਸੱਚ ਹੈ? ਹਾਂਜੀ, ਦੇਖਣ ਵੀ ਗਈਆਂ, ਸਾਡੇ ਪਿੰਡ ਦੀਆਂ ਉਧਰਲੀਆਂ ਕੁੜੀਆਂ ਵੋਟੀਆਂ ਵੀ ਗਈਆਂ, ਕਹਿਣ ਵੀ ਸਾਡੀ ਗਲੀ ਬਣਨੀ ਚਾਹੀਦੀ, ਬਣਾਈ ਨਹੀਂ ਉਹਨੇ। ਕੀ ਜਵਾਬ ਕੀ ਮਿਲਿਆ ਫਿਰ? ਉਹ ਕਹਿੰਦੇ ਅਸੀਂ ਬਣਾਵਾਂਗੇ ਵੀ, ਫਿਰ ਮੈਨੂੰ ਨਹੀਂ ਦੱਸਿਆ, ਮੈਂ ਕਿਹਾ ਕਾਹਤੇ ਨਹੀਂ ਬਣਾਦੇ, ਫਿਰ ਉਹ ਕਹਿੰਦੇ ਵੀ ਤੁਹਾਡੇ ਕਰਕੇ ਨਹੀਂ ਬਣਾਦੇ। ਇਹ ਤੁਹਾਡੇ ਜਿਹੜੇ ਉੱਥੇ ਦੇ ਸਥਾਨਕ ਲੋਕ ਨੇ ਤੁਹਾਡੇ ਵਾਰਡ ਦੇ, ਉਹਨਾਂ ਨੇ ਕਿਹਾ ਹਾਂਜੀ ਕਿ ਤੁਹਾਡੇ ਕਰਕੇ ਨਹੀਂ ਬਣ ਰਹੀ? ਹਾਂਜੀ। ਮਤਲਬ ਆਈ ਐਮ ਰੀਅਲੀ ਸਰਪ੍ਰਾਈਜ਼ਡ ਅਗੇਨ ਕਿ ਇੱਕ ਪੰਚ ਤੇ ਐਲੀਗੇਸ਼ਨ ਲੱਗ ਰਿਹਾ ਕਿ ਤੁਹਾਡੇ ਕਰਕੇ ਸੜਕ ਨਹੀਂ ਬਣ ਰਹੀ। ਅਗਰ ਇਹ ਗੱਲ ਸੱਚ ਹੈ ਜਿਵੇਂ ਦੱਸ ਰਹੇ ਨੇ ਤਾਂ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਔਰ ਮਹੱਤਵਪੂਰਨ ਗੱਲ ਵੀ ਹੈ ਕਿ ਇਸ ਤਰ੍ਹਾਂ ਵਿਕਾਸ ਕਿਵੇਂ ਹੋਏਗਾ। ਮੈਮ ਤੁਸੀਂ ਅੱਗੇ ਆ ਜਾਓ। ਮੈਮ ਉਹਨਾਂ ਨਾਲ ਗੱਲ ਸਾਡੀ ਪਹਿਲਾਂ ਹੋ ਰਹੀ ਸੀ, ਇਹਨਾਂ ਨੇ ਇਹ ਦੱਸਿਆ, ਕਹਿੰਦੇ ਕਿ ਮੀਟਿੰਗ ਹੋ ਵੀ ਜਾਂਦੀ ਹੈ, ਮਤੇ ਪਾਸ ਵੀ ਹੋ ਜਾਂਦੇ ਨੇ, ਮੈਨੂੰ ਪਤਾ ਨਹੀਂ ਹੁੰਦਾ, ਤੇ ਸਾਡੇ ਜਿਹੜੇ ਵਾਰਡ ਦੇ ਲੋਕ ਆ ਉਹ ਮੈਨੂੰ ਆਪ ਆ ਕੇ ਦੱਸਦੇ ਨੇ। ਇਹ ਗੱਲ ਇੱਕ ਵਾਰੀ ਕੈਮਰੇ ਮੂਹਰੇ ਕਨਫਰਮ ਕਰ ਦਿਓ। ਹਾਂਜੀ ਭਾਜੀ, ਜੋ ਵੀ ਮੀਟਿੰਗ ਹੁੰਦੀ ਹੈ ਸਾਨੂੰ ਨਾ ਤਾਂ ਸੱਦਿਆ ਜਾਂਦਾ ਤੇ ਨਾ ਹੀ ਕੋਈ ਵੀ ਗੱਲ ਦੇ ਵਿੱਚ ਸਾਨੂੰ ਪੁੱਛਿਆ ਜਾਂਦਾ। ਸਾਨੂੰ ਲੋਕਾਂ ਤੋਂ ਹੀ ਜਾ ਕੇ ਪਤਾ ਚੱਲਦਾ, ਲੋਕਾਂ ਤੋਂ ਪਤਾ ਲੱਗਦਾ ਕਿ ਆਹ ਪਿੰਡ ਦੇ ਵਿੱਚ ਕੰਮ ਹੋ ਰਿਹਾ ਤੇ ਸਰਪੰਚ ਸਾਹਿਬ ਸਾਨੂੰ ਤਾਂ ਕਦੀ ਪੁੱਛਦੇ ਹੀ ਨਹੀਂ। ਅਸੀਂ ਇੱਕ ਪਹਿਲੀ ਮੀਟਿੰਗ 'ਚ ਜ਼ਰੂਰ ਨਾਲ ਗਏ ਆ ਜਦੋਂ ਏਜੰਡਾ ਉਹਨਾਂ ਨੇ ਪਾਇਆ ਸੀ ਕਿ ਅਸੀਂ ਪੰਚਾਇਤ ਦਾ ਇਹ ਕੰਮਕਾਰ ਸੰਭਾਲ ਲਿਆ ਆ, ਬਸ ਜੀ। ਉਸ ਤੋਂ ਬਾਅਦ ਸਾਨੂੰ ਕੁਝ ਨਹੀਂ ਪੁੱਛਿਆ, ਸਾਨੂੰ ਅੱਜ ਤੱਕ ਕੋਈ ਗੱਲ ਦਾ ਪਤਾ ਨਹੀਂ ਹੈਗਾ। ਚਲੋ ਕੋਈ ਨਹੀਂ, ਥੱਲੇ ਕਮੈਂਟ ਵੀ ਆ ਰਹੇ ਨੇ, ਡੈਫੀਨੇਟਲੀ ਅਸੀਂ ਸਰਪੰਚ ਸਾਹਿਬ ਦਾ ਵਰਜਨ ਵੀ ਲਵਾਂਗੇ। ਇਹ ਪੱਤਰਕਾਰਤਾ ਦੀ ਮਰਿਆਦਾ ਵੀ, ਅਸੀਂ ਉਹਨਾਂ ਦਾ ਵਰਜਨ ਵੀ ਲਵਾਂਗੇ। ਹਾਲ ਦੀ ਘੜੀ ਮੈਂ ਪਹਿਲੇ ਹੀ ਕਿਹਾ ਕਿ ਇਹਨਾਂ ਦੀ ਵਿਅਕਤੀਗਤ ਰਾਏ ਹੋ ਸਕਦੀ ਹੈ, ਲੇਕਿਨ ਇਹਨਾਂ ਨਾਲ ਦੋਨੋਂ ਪਾਰਟੀਆਂ ਦੇ ਬੰਦੇ ਮੌਜੂਦ ਨੇ, ਦੋਨਾਂ ਪਾਰਟੀਆਂ ਦੇ ਮੋਹਤਬਾਰ ਵਿਅਕਤੀ ਮੌਜੂਦ ਨੇ। ਇਹ ਆਪਣਾ ਪੱਖ ਰੱਖ ਰਹੇ ਨੇ, ਹਲੇ ਸਰਪੰਚ ਸਾਹਿਬ ਦਾ ਪੱਖ ਲੈਣਾ ਬਾਕੀ ਹੈ। ਜੀ ਸਰ, ਹੋਰ ਵੀ ਜਿਹੜੇ ਤੁਹਾਡੇ ਮਨ ਦੇ ਭਾਵ ਨੇ, ਵਲਵਲੇ ਨੇ? ਇਸ ਤੋਂ ਬਾਅਦ ਅਸੀਂ ਤੁਹਾਨੂੰ ਇੱਕ ਗਲੀ ਹੋਰ ਦਿਖਾਵਾਂਗੇ ਜਿਹੜੀ ਕਿ ਇਸ ਜਾੜਲੇ ਦਾ ਬਹੁਤ ਵੱਡਾ ਬਾਜ਼ਾਰ ਹੈ ਔਰ ਇਹ ਜਾੜਲਾ 40 ਪਿੰਡਾਂ ਨੂੰ ਲੀਡ ਕਰਦਾ। 40 ਪਿੰਡ ਦੀ ਜਿਹੜੀ ਆਵਾਮ ਹੈ, ਜਨਤਾ ਇਸ ਜਾੜਲੇ ਨੂੰ ਬਿਲੋਂਗ ਕਰਦੀ, ਇੱਥੇ ਦੇ ਬਾਜ਼ਾਰ ਹੈ, ਉਹ ਬਾਜ਼ਾਰਾਂ ਦਾ ਹਾਲ ਵੀ
ਦਿਖਾਵਾਂਗੇ ਕਿ ਸਾਡਾ ਪੂਰੇ ਨਗਰ ਦਾ ਜਿਹੜਾ ਨਾਮ ਹੈ ਉਹ ਕਿਸ ਤਰ੍ਹਾਂ ਇਸ ਸਰਪੰਚ ਨੇ ਬਦਨਾਮ ਕੀਤਾ ਹੋਇਆ ਹੈ। ਉੱਥੇ ਡਿਵੈਲਪਮੈਂਟ ਦੀ ਕਿੱਡੀ ਲੋੜ ਹੈ। ਅੱਜ ਤੁਸੀਂ ਇਹ ਦੇਖ ਲਓ ਕਿ ਜਿੱਥੇ ਕੋਈ ਐਡੀ ਆਬਾਦੀ ਨਹੀਂ ਹੈ, ਇਹ ਗਲੀਆਂ ਸੜਕਾਂ ਕਿਸ ਤਰ੍ਹਾਂ ਦੀਆਂ ਬਣ ਪਰ ਰਹੀਆਂ। ਗੋਹਾ ਨਜ਼ਰ ਆ ਰਿਹਾ ਜੀ ਇੱਥੇ ਵੀ। ਗੋਹਾ ਇਸ ਕਰਕੇ ਨਜ਼ਰ ਆ ਰਿਹਾ ਕਿਉਂਕਿ ਇੱਥੇ ਓਨਲੀ ਡੰਗਰ ਪਸ਼ੂ ਘੁੰਮਦੇ ਆ, ਆਬਾਦੀ ਨਹੀਂ ਹੈਗੀ। ਆਬਾਦੀ ਤਾਂ ਸਰਪੰਚ ਨੇ ਆਪਣੇ ਪਲਾਟ ਬਣਾਉਣੇ ਆ, ਵੇਚਣੇ ਆ, ਲੱਖਾਂ ਰੁਪਈਆ ਕਮਾਣਾ ਆ, ਫਿਰ ਇੱਥੇ ਆਬਾਦੀ ਹੋਣੀ ਉਹਨੇ ਪਹਿਲੇ ਹੀ ਤਿਆਰ ਕਰ ਦਿੱਤੀ ਆ। ਇੱਕ ਪਲੇਟਫਾਰਮ ਉਹਨੇ ਆਪਣੇ ਬਿਜ਼ਨਸ ਲਈ ਤਿਆਰ ਕਰਤਾ, ਸਰਕਾਰੀ ਖਜ਼ਾਨੇ 'ਚੋਂ, ਪੰਚਾਇਤ ਦੇ ਖਜ਼ਾਨੇ 'ਚੋਂ। ਦੂਜੇ ਪਾਸੇ ਜਿੱਥੇ ਡੇਲੀ ਹਜ਼ਾਰਾਂ ਲੋਕ ਇਸ ਜਾੜਲਾ ਨਗਰ ਦੇ ਵਿੱਚ ਆਉਂਦੇ ਆ, ਆਪਣੀਆਂ ਦਿੱਲੀ ਲੋੜਾਂ ਨੂੰ ਲੈ ਕੇ ਆਉਂਦੇ ਆ, ਸਮਾਨ ਖਰੀਦਣ ਲਈ ਆਉਂਦੇ ਆ, ਉਹ ਜਗ੍ਹਾ ਵੀ ਮੈਂ ਤੁਹਾਨੂੰ ਦਿਖਾਵਾਂਗਾ ਜੀ। ਤੇ ਉੱਥੇ ਤੁਸੀਂ ਬਾਜ਼ਾਰ ਲਿਆਓ ਸਾਡੇ ਨਾਲ ਅੱਗੇ ਬਾਜ਼ਾਰ ਦੇ ਜੀ ਮੈਂ ਇੱਕ ਵਾਰੀ ਇਹਨਾਂ ਨਾਲ ਗੱਲ ਜ਼ਰੂਰ ਕਰਨੀ ਚਾਹੁੰਦਾ ਰਾਣਾ ਜੀ ਨੇ ਕਿਉਂਕਿ ਇੱਕ ਮਹੱਤਵਪੂਰਨ ਗੱਲ ਕੀਤੀ ਸੀ ਸਕੂਲ ਦੀ ਗਰਾਊਂਡ ਦੀ, ਉਹ ਮੈਂ ਜ਼ਰੂਰ ਚਾਹੁੰਦਾ ਕਿ ਸ਼ੇਅਰ ਕਰ ਦਿਓ। ਆਪਾਂ ਥੋੜਾ ਸ਼ਾਮੇ ਆ ਜਾਂਦੇ ਆ ਜੀ ਕਿਉਂਕਿ ਇਉਂ ਲੱਗਦਾ ਕਿ ਸੂਰਜ ਬਿਲਕੁਲ ਸਾਡੇ ਸਿਰ ਤੇ ਆ ਕੇ ਬਹਿ ਗਿਆ। ਨਾਲ ਹੀ ਹੈ ਜੀ ਇੱਕ ਮਿੰਟ, ਅੱਛਾ ਮੌਕੇ ਸਕੂਲ ਨਾਲ ਹੀ ਹੈ ਜੀ। ਤਾਂ ਚਲੋ ਜੀ, ਇਹ ਜਿਹੜੇ ਸੂਰਜ ਦੀ ਟਿੱਕੀ ਇਉਂ ਲੱਗਦਾ ਕਿ ਹੁਣ ਸਾਡੇ ਸਿਰ ਤੇ ਹੀ ਰੱਖ ਦਿੱਤੀ ਗਈ ਹੈ ਜੀ। ਜੀ ਤਾਂ ਮੈਂ ਫਿਰ ਤੋਂ ਕਹਿਣਾ ਚਾਹੁੰਦਾ ਜਿਹੜੇ ਜੁੜੇ ਹੋਏ ਨੇ ਸਾਡੇ ਨਾਲ, ਹਾਲੇ ਕੁਝ ਮੋਹਤਵਾਰ ਵਿਅਕਤੀ ਜੁੜੇ ਹੋਏ ਨੇ, ਭਲਵਾਨ ਜੀ ਜੁੜੇ ਹੋਏ ਨੇ, ਰਾਣਾ ਜੀ ਜੁੜੇ ਹੋਏ ਨੇ, ਲੇਕਿਨ ਡੈਫੀਨੇਟਲੀ ਵੀ ਆਰ ਗੋਇੰਗ ਟੂ ਆਸਕ ਦਿਸ ਕੁਐਸਚਨ ਫਰੋਮ ਰਿਸਪੈਕਟਡ ਸਰਪੰਚ ਸਾਹਿਬ ਨਾਲ ਵੀ ਗੱਲ ਹੋਵੇਗੀ, ਉਹਨਾਂ ਦਾ ਵਰਜਨ ਵੀ ਜ਼ਰੂਰ ਲਿਆ ਜਾਏਗਾ। ਆਪਣੀ ਗਲੀ ਵੀ ਦਿਖਾ ਲੈਣੀ ਮੈਂ। ਅੱਛਾ ਤੁਸੀਂ ਆਪਣੀ ਗਲੀ ਵੀ ਦਿਖਾ ਲੈਣੀ? ਹਾਂਜੀ ਸਾਰਾ ਕੁਝ ਦਿਖਾ ਲੈਣਾ। ਤ੍ਰਿਪਤਾ ਜੀ ਕਹਿ ਰਹੇ ਨੇ, ਮਾਤਾ ਜੀ ਕਹਿ ਰਹੇ ਨੇ ਮੈਂ ਆਪਣੀ ਗਲੀ ਵੀ ਦਿਖਾ ਲੈਣੀ ਹੈ। ਐਕਚੁਅਲੀ ਇਹ ਵਕੀਲ ਨੇ, ਲਾਇਰ ਨੇ ਆਪਣੇ ਵਾਰਡ ਦੇ ਮੈਂਬਰਸ ਦੇ, ਜਿਨ੍ਹਾਂ ਨੇ ਇਹਨਾਂ ਨੂੰ ਇਲੈਕਟ ਕੀਤਾ ਹੈ। ਤਾਂ ਇਹਨਾਂ ਦੀ ਪ੍ਰੋਬਲਮਸ ਤੁਹਾਡੇ ਤੱਕ ਲੈ ਕੇ ਆਉਣੀਆਂ ਬਹੁਤ ਜ਼ਰੂਰੀ ਹੈ। ਔਰ ਮੇਰੇ ਬਹੁਤ, ਮੈਂ ਜਿਨ੍ਹਾਂ ਨੂੰ ਪਿਆਰ ਕਰਦਾ, ਸਤਿਕਾਰ ਕਰਦਾ, ਬੱਬੂ ਮਾਨ ਸਾਹਿਬ ਨੇ ਵੀ ਇਹ ਕਿਹਾ ਸੀਗਾ ਕਿ ਜਿਹੜਾ ਮੀਡੀਆ ਆ ਜਾਂ ਅਸੀਂ ਲੋਕ ਆ ਜਿਹੜੇ, ਇਹਨਾਂ ਨੂੰ ਆਪੋਜੀਸ਼ਨ ਦੇ ਨਾਲ ਵੀ ਹੋਣਾ ਚਾਹੀਦਾ, ਕਿਉਂਕਿ ਜਿਹੜਾ ਸੱਤਾ 'ਚ ਬੈਠਾ ਸਵਾਲ ਤਾਂ ਉਹਨੂੰ ਹੀ ਪੁੱਛਿਆ ਜਾਂਦਾ। ਸੋ ਇਹ ਸਰਪੰਚ ਸਾਹਿਬ ਤੋਂ ਸਵਾਲ ਪੁੱਛ ਰਹੇ ਨੇ, ਸਵਾਲ ਅਸੀਂ ਇਕੱਠੇ ਕਰ ਲੈਣੇ ਆ, ਸਰਪੰਚ ਸਾਹਿਬ ਨਾਲ ਗੱਲਬਾਤ ਕਰ ਲੈਣੀ, ਸਰਪੰਚ ਸਾਹਿਬ ਦਾ ਵਰਜਨ ਬਾਅਦ 'ਚ ਲੈ ਲੈਣਾ, ਤੇ ਤੁਸੀਂ ਫਿਕਰ ਨਹੀਂ ਕਰਨਾ, ਦੂਜਾ ਪਾਸਾ ਜ਼ਰੂਰ ਦੱਸਿਆ ਜਾਵੇਗਾ। ਜੀ ਵਿਜੇ ਜੀ ਆਓ। देखो ये गल भी बड़ी जैनुअन है, मैंने सीट बेल्ट लगा दी क्योंकि लाइव चल रहा, कोई कमी पेशी आती तो माफ़ करना, अपने कमेंट भेजते रहो क्योंकि ये भी गल बड़ी जैनुअन है, बड़ी एक्यूरेट है कि सरपंच साहब भी इलैक्टेड ने, सरपंच साहब नूं भी पिंड के लोग प्यार करते होणगे। इन्हां दी व्यक्तिगत राय है, असीं इन्हां दी राय जरूर रख रहे हैं, लेकिन सरपंच साहब का पाठ हाले बाकी है। सो इसनूं कोई ये मन के ना चले कि जो इन्होंने कहता बिल्कुल सत्य है, हालांकि इन्हां दे भाव ने नज़र भी आ रहे हैं, जिहड़ियां गल्लां दिखा रहे हैं, पर सरपंच साहब का पार्ट हले पेंडिंग है। ये वन साइडेड स्टोरी है हाले। और इस समय असी दुकानों वाले पासे जा रहे हैं, पर जे शरीर की गल करिए तो डेंगू करके ट्रबल आ सकती है। जिवें इन्होंने दस्सिया कि पहला जिन्ने भी लोग ने एक बारी डेंगू तो पीड़ित हो चुके हैं, तो ये इन्हां दे सवाल सी। जो साडे नाल पहला भी गल हुई है, फोन पर भी गल हुई है, मसला यही दस्सिया जा रहा सी कि डेंगू करके साडे मन च खदशे ने कि लोग बीमार ना होण, लोगों की जान ना जाए। तो ये इन्हां दे भाव जिहड़े ने वो असीं उजागर करन आए सी, लेकिन इन्हां दे होर मन दे बड़े खदशे ने, वलवले ने, पीड़ा ने, जिहड़ियां वन बाय वन साझियां कर रहे हैं। और बेनती इन्हां दी यही सी कि लाइव चलाया जाए ताकि जिहड़े लोग विदेशों च बैठे ने वो लाइव जुड़ सकन, क्योंकि इन्हां ने बहुत अपने वीर भैन भरावां नूं कह रखिया सी कि अज लाइव चलेगा। सो जी बिल्कुल। और जिन्ने भी जुड़े हुए तुहाडे कॉमेंट्स असीं जरूर लेंदे रहांगे, बट हाल दी घड़ी इन्हां दा पॉइंट ऑफ व्यू ले रहे हैं। जी विजय जी आ जाओ। सो हले डिस्कशन कर रहे हैं कि होर पार्ट दिखाना, बट जमाना बदल गया लेकिन सोचा कद बदलणगियां। जी ਭੁਪਿੰਦਰ जी की लगता ਜ਼ਖਮ ਜਿਹੜੇ ਮਿਲੇ ਨੇ ਭਰ ਸਕਦੇ ਕਿ ਨਹੀਂ? ਅੱਜ ਸੂਰੀ ਸਾਹਿਬ ਜਿਹੜਾ ਤੁਸੀਂ ਜਾੜਲੇ ਦਾ ਵਿਜ਼ਿਟ ਕਰ ਰਹੇ ਹੋ, ਇਹ ਉਹ ਗਲੀ ਹੈ ਜਿੱਥੋਂ 40 ਪਿੰਡ ਦੇ ਲੋਕ ਚੱਲ ਕੇ ਆਉਂਦੇ ਆ, ਔਰ ਇਸ ਜਾੜਲੇ ਦੀ ਜਿਹੜੀ ਵੱਡੀ ਮਾਰਕੀਟ ਹੈ
ਉਹਦੇ ਵਿੱਚੋਂ ਆਪਣੀ ਖਰੀਦਦਾਰੀ ਡੇਲੀ ਰੋਜ਼ ਦੀਆਂ ਜਿਹੜੀਆਂ ਚੀਜ਼ਾਂ ਉਹ ਲੈ ਕੇ ਪਹੁੰਚਦੇ ਆ। ਤੁਸੀਂ ਹੁਣ ਜੇ ਦੇਖੋਗੇ ਆ ਗਲੀ ਦਾ ਹਾਲ ਦੇਖੋ, ਥੋੜਾ ਅੱਗੇ ਆ ਜਾਓ, ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਟੋਏ, ਅਗਰ ਕੋਈ ਬਜ਼ੁਰਗ ਬੰਦਾ, ਕੋਈ ਗਰੀਬ ਬੰਦਾ ਜਿਹੜੇ ਕੋਲ ਕੋਈ ਆਪਣਾ, ਉਹਨਾਂ ਨੇ ਵਿਫਤਾ, ਉਹ ਟੈਕਸ ਨਹੀਂ ਦਿੰਦੇ ਕਿ ਉਹ ਸਰਕਾਰ ਦੇ ਖਜ਼ਾਨੇ ਦੇ ਵਿੱਚ ਆਪਣਾ ਹਿੱਸਾ ਨਹੀਂ ਪਾਉਂਦੇ। ਇਹ ਜਿਹੜਾ ਨਲਾਇਕ ਜਿਹੜੇ ਦੁਕਾਨਦਾਰ ਨੇ ਇਹਨਾਂ ਨੇ ਕਦੀ ਇਹ ਗੱਲ ਜ਼ਾਹਰ ਕੀਤੀ ਹੈ? ਦੇਖੋ, ਜਿਹੜਾ ਤੁਹਾਨੂੰ ਦੱਸ ਰਿਹਾ ਕਿ ਜਿਹੜਾ ਇੱਥੋਂ ਦਾ ਸਰਪੰਚ ਹੈ ਉਹ ਇੱਕ ਬਹੁਤ ਵੱਡਾ ਡਿਕਟੇਟਰ ਹੈ। ਉਸਨੇ ਕਦੀ ਇਹ ਮਹਿਸੂਸ ਹੀ ਨਹੀਂ ਕੀਤਾ। ਇਹ ਸਾਨੂੰ ਦੁਕਾਨਦਾਰ ਰੋਜ਼ ਕੰਪਲੇਂਟ ਕਰਦੇ ਆ। ਤੁਹਾਡੇ ਤੱਕ ਪਹੁੰਚ ਕਰਦੇ ਆ? ਮੀਨਾ ਰਾਣਾ ਜੀ, ਨੈਣ ਸਿੰਘ ਜੀ ਮੌਜੂਦ ਹੈ। ਅਸੀਂ ਇਹ ਮੁੱਦਾ ਲੈ ਕੇ, ਇੱਥੋਂ ਦਾ ਸਾਰਾ ਜਾਲੜੇ ਦਾ ਮੁੱਦਾ ਲੈ ਕੇ ਹਿਊਮਨ ਰਾਈਟਸ ਕਮਿਸ਼ਨ ਚੰਡੀਗੜ੍ਹ ਪਹੁੰਚੇ ਇਹ ਸਵਾਲ ਪੁੱਛਣ ਵਾਲਾ ਸੀਗਾ ਕਿ ਤੁਸੀਂ ਕਿੱਥੇ ਤੱਕ ਪਹੁੰਚ ਕੀਤੀ? ਇਸ ਮੁੱਦੇ ਨੂੰ ਲੈ ਕੇ ਅਸੀਂ ਹਿਊਮਨ ਰਾਈਟਸ ਕਮਿਸ਼ਨ ਦੇ ਵਿੱਚ ਸਾਡੀ ਟੀਮ ਹੈ, ਜਿਹੜੀ ਮੌਜੂਦਾ ਪੰਚ ਆ, ਰਾਣਾ ਸਤੀਸ਼ ਜੀ, ਰਾਮ ਜੀ, ਪਹਿਲਵਾਨ ਮਾਖਾ ਜੀ, ਰਾਣਾ ਨਰਦੇਵ ਸਿੰਘ ਜੀ, ਜਿਹੜੇ ਸਾਡੇ ਸਰਪੰਚੀ ਦਾ ਇਲੈਕਸ਼ਨ ਲੜਿਆ ਜਿਨ੍ਹਾਂ ਨੇ, ਬਹਾਦਰ ਜੀ, ਇਹ ਸਾਰੀ ਟੀਮ ਲੈ ਕੇ, ਤਾਰਾਚੰਦ ਭੀਲ ਜੀ ਨਾਲ ਲੈ ਕੇ ਅਸੀਂ ਇਹ ਮੁੱਦਾ ਲੈ ਕੇ ਜਾਲੜੇ ਦੀ ਡਿਵੈਲਪਮੈਂਟ ਦਾ ਹਿਊਮਨ ਰਾਈਟਸ ਕਮਿਸ਼ਨ ਨੂੰ ਅਪਰੋਚ ਕੀਤੀ। ਹਿਊਮਨ ਰਾਈਟਸ ਕਮਿਸ਼ਨ ਦੇ ਜੱਜ ਸਾਹਿਬ ਨੇ ਜਾਲੜੇ ਦੀਆਂ ਸੜਕਾਂ ਦੀਆਂ ਸਾਰੀਆਂ ਸਥਿਤੀਆਂ ਨੂੰ ਦੇਖਦੇ ਹੋਏ ਪੰਚਾਇਤੀ ਰਾਜ ਡਾਇਰੈਕਟਰ ਨੂੰ ਤਲਬ ਕਰਦੇ ਹੋਏ ਇਹਦੀ ਇਨਕੁਆਰੀ ਡੀਸੀ ਰੋਪੜ ਦੇ ਅਧੀਨ ਡੀਡੀਪੀ ਗਰੇਵਾਲ ਸਾਹਿਬ ਰੋਪੜ ਨੂੰ ਜਿਹੜੀ ਦਿੱਤੀ ਆ, ਜਿੱਥੇ ਅੱਜ ਇਹ ਸਰਪੰਚ ਜਿਹੜਾ ਆ ਆਪਦੀਆਂ ਤਰੀਕਾ ਭੁਗਤਦਾ, ਪਰ ਉੱਥੇ ਵੀ ਜਦੋਂ ਇਸ ਸਰਪੰਚ ਕੋਲੋਂ ਪਿੰਡ ਦਾ ਰਿਕਾਰਡ ਮੰਗਾਇਆ ਗਿਆ ਤਾਂ ਉੱਥੇ ਵੀ ਇਹ ਰਿਕਾਰਡ ਲੈ ਕੇ ਪਹੁੰਚਿਆ ਨਹੀਂ। ਤਾਂ ਤੁਹਾਡੇ ਮਾਧਿਅਮ ਨਾਲ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਤੁਸੀਂ ਹੁਣ ਪਿਛਲੇ ਸਮੇਂ 'ਚ ਦੇਖ ਰਹੇ ਹੋ, ਹੁਣ ਵੀ ਦੇਖ ਰਹੇ ਹੋ ਕਿ ਇੱਥੇ ਕਿੰਨੇ ਲੋਕਾਂ ਦੀ ਆਬਾਦੀ ਆ। ਇਹ ਸਾਡੇ ਨਾਲ ਇੱਥੋਂ ਦੇ ਦੁਕਾਨਦਾਰ ਨੇ, ਸਿਆਣ ਜੀ, ਜਿਹਨਾਂ ਦੀ ਸਿਆਣ ਸਿਆਣ ਜੀ ਆ ਰਹੀ ਹੈ ਤਕਲੀਫ, ਜਿਵੇਂ ਪਹਿਲਵਾਨ ਜੀ ਨੇ ਦੱਸਿਆ ਜੀ ਬਹੁਤ ਸਾਰੇ ਪਿੰਡ ਦੀਆਂ ਸੜਕਾਂ ਬਣ ਗਈਆਂ। ਸਾਡੇ ਆ ਦੇਖ ਲਓ ਤੁਸੀਂ ਜੀ, ਮੇਨ ਮੱਥਾ ਇਹ ਆ, 40 ਪਿੰਡ ਡਿਪੈਂਡ ਕਰਦੇ ਆ। ਇਹ ਤਾਂ ਸਾਰੀਆਂ ਪੰਚਾਇਤਾਂ ਨੇ, ਇਹ ਨਹੀਂ ਸਾਡੀ ਕਿਸੇ ਨਾਲ ਦੁਸ਼ਮਣੀ ਆ, ਸਾਰੀਆਂ ਪੰਚਾਇਤਾਂ ਨੂੰ ਕਹਿ ਕੇ ਹੱਕ ਗਏ ਜੀ, ਕਿਸੇ ਨੇ ਨਹੀਂ ਬਣਾਈ ਸਾਡੀ। ਔਰ ਇਹ ਪੰਚਾਇਤ ਮੈਂਬਰ ਕਹਿੰਦੇ ਸਾਨੂੰ ਤਾਂ ਮੀਟਿੰਗ 'ਚ ਵੀ ਨਹੀਂ ਸੱਦਦੇ। ਇਹ ਹੁਣ ਇਹਨਾਂ ਨੂੰ ਪਤਾ ਜੀ, ਪੰਚਾਇਤ ਮੈਂਬਰਾਂ ਨੂੰ, ਸਾਨੂੰ ਇਸ ਗੱਲ ਦਾ ਨਹੀਂ ਪਤਾ। ਜਾਣੀ ਸਾਨੂੰ ਜਿਹੜੀ ਪ੍ਰੋਬਲਮ ਆ ਰਹੀ, ਅਸੀਂ ਤਾਂ ਕਹਿ ਕੇ ਹਰੇਕ ਨੂੰ ਹੱਕ ਗਏ ਜੀ। ਔਰ ਇਹਨਾਂ ਨੂੰ ਦੇਖਣਾ, ਕਿਹਨੂੰ ਕਿਹਾ ਇੱਕ ਵਾਰੀ ਦੱਸ ਦਿਓ, ਕਿਹਨੂੰ ਕਿਹਾ ਇੱਕ ਵਾਰੀ ਦੱਸ ਦਿਓ। ਨਹੀਂ ਸਾਰਿਆਂ ਨੂੰ ਕਿਹਾ, ਜਿੰਨੇ ਪੰਚਾਇਤ ਪਹਿਲੀਆਂ ਪੰਚਾਇਤਾਂ ਸੀਗੀਆਂ, ਹੋਣ ਵਾਲੀਆਂ ਨੂੰ ਵੀ ਸਾਰਿਆਂ ਨੂੰ ਕਿਹਾ। ਹਾਂਜੀ ਚਲੋ, ਇਹ ਇਹਨਾਂ ਦੇ ਦੁਕਾਨਦਾਰਾਂ ਦੀ ਗੱਲ ਤੁਸੀਂ ਸੁਣ ਲਿਓ। ਕਹਿੰਦੇ ਨੇ ਕਿ ਪਹਿਲੀਆਂ ਪੰਚਾਇਤਾਂ ਨੂੰ ਵੀ ਕਹਿ ਦਿੱਤਾ, ਸਮੇਂ ਦੀਆਂ ਪੰਚਾਇਤਾਂ ਨੂੰ ਵੀ ਕਹਿ ਦਿੱਤਾ, ਲੇਕਿਨ ਸਾਰ ਕਿਸੇ ਨੇ ਨਹੀਂ ਲਈ ਜੀ। ਕੋਈ ਨਹੀਂ ਕਰ ਰਹਿੰਦਾ ਜੀ, ਪੁੱਛਦਾ ਹੀ ਨਹੀਂ ਹੈਗਾ। ਨਾਲੇ ਸਾਰਾ ਦਿਖਦਾ, ਮੇਨ ਇਹੀ ਆ, ਆਉਣ ਨੂੰ ਰਸਤਾ ਜਾਲੜੇ 'ਚ ਇਹੀ ਐਂਟਰੀ ਆ। ਸਾਰੇ ਪਿੰਡ ਦੀਆਂ ਬਣ ਗਈਆਂ ਔਰ ਇਹੀ ਤੋਂ ਇੱਕ ਦੋ ਸੜਕਾਂ ਰਹਿਣੀਆਂ ਜਿਹੜੀਆਂ। ਕੀ ਲੱਗਦਾ ਕਿਉਂ ਨਹੀਂ? ਕੋਈ ਪਤਾ ਜੀ, ਕਿਆ ਸਰਕਾਰਾਂ, ਕਿਆ ਚੱਕਰ ਹੈ, ਸਾਡੇ ਸਮਝ ਤੋਂ ਬਾਹਰ ਆ। ਸੂਰੀ ਸਾਹਿਬ, ਇਹਦੇ ਵਿੱਚ ਮੈਂ ਤੁਹਾਨੂੰ ਥੋੜ੍ਹਾ ਜਿਹਾ ਹੋਰ ਜਾਣਕਾਰੀ 'ਚ ਵਾਧਾ ਕਰਨਾ ਚਾਹੁੰਦਾ ਕਿ ਸਾਲ 2016 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਾਹਿਬ ਖੁਦ ਜਾਲੜੇ ਪਿੰਡ ਦੇ ਵਿੱਚ ਗਰਾਊਂਡ ਦੇ ਵਿੱਚ ਆਏ ਸੀ ਔਰ 85 ਲੱਖ ਰੁਪਈਆ ਪਿੰਡ ਦੀ ਡਿਵੈਲਪਮੈਂਟ ਲਈ ਦਿੱਤਾ। ਔਰ ਇੱਥੇ ਸਭ ਤੋਂ ਬੜੀ ਗੱਲ ਹੈ ਕਿ ਇਹ ਗਲੀਆਂ ਜਿੱਥੇ ਆਪਾਂ ਹੁਣ ਖੜੇ ਆ, ਉਹ ਜਿਹੜੀ ਇਸ ਤੋਂ ਪਹਿਲਾਂ ਆ, ਔਰ ਇੱਕ ਗਲੀ ਤੁਹਾਨੂੰ ਅੱਗੇ ਹੋਰ ਚੌਂਕ ਦਿਖਾਉਂਦੇ ਆ, ਇਹ ਬਾਈ ਨੇਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਸਰਕਾਰ ਨੇ ਪੰਚਾਇਤ ਨੂੰ ਬਾਈ ਨੇਮ ਪੈਸਾ ਦਿੱਤਾ, ਪਰ ਪਾਰਸ਼ੈਲਿਟੀ ਕਰਦੇ ਹੋਏ ਇਹ ਜਗ੍ਹਾ ਤੇ ਜਿਹੜੇ ਇੰਟਰਲੌਕ ਨਹੀਂ ਬਣੇ, ਪਰ ਆਪਣੀਆਂ ਚਹੇਤੇ ਦੀਆਂ ਗਲੀਆਂ ਜ਼ਰੂਰ ਬਣਾਈਆਂ। ਚਲ ਨੋ ਡਾਊਟ, ਇਹ ਨਜ਼ਰ ਵੀ ਆ ਰਿਹਾ ਕਿਹੜੀ ਚੀਜ਼ ਬਣੀ ਕਿਹੜੀ ਨਹੀਂ ਬਣੀ, ਪਰ ਬਾਰ-ਬਾਰ ਤੁਹਾਡੇ ਮੁਖ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਨਿਕਲ ਰਹੀ ਹੈ। ਕਿਤੇ ਇਹੀ ਵਜ੍ਹਾ ਤਾਂ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੰਚਾਇਤ ਨਹੀਂ ਹੈ, ਕਾਂਗਰਸ ਦੀ ਪੰਚਾਇਤ ਹੈ, ਤਾਂ ਐਲੀਗੇਸ਼ਨ ਲੱਗ ਰਹੇ ਨੇ? ਮੈਂ ਇੱਥੇ ਤੁਹਾਨੂੰ ਇੱਕ ਛੋਟਾ ਜਿਹਾ ਦੱਸਣਾ ਚਾਹੁੰਦਾ ਕਿ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਹੁੰਦੀ ਸੀ ਤੇ ਮਨਮੋਹਨ ਸਿੰਘ ਜੀ ਮਾਨਯੋਗ ਮੁੱਖ ਪ੍ਰਧਾਨ ਮੰਤਰੀ ਹੁੰਦੇ ਸੀ ਤੇ ਸੂਬੇ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣੀ ਮੁੱਖ ਮੰਤਰੀ ਹੁੰਦੇ ਸੀ। ਪਰ ਮੈਂ ਸਮਝਦਾ ਕਿ ਇੰਨੀ ਸਿਆਣਪ ਦਿਖਾਉਂਦੇ ਸੀ, ਉੱਥੇ ਜਾ ਕੇ ਮਨਮੋਹਨ ਸਿੰਘ ਦਾ ਗੋਡਾ ਫੜ ਕੇ ਵੀ ਪੰਜਾਬ ਲਈ ਪੈਸੇ ਲੈ ਆਉਂਦੇ ਸੀ। ਤੁਸੀਂ ਸਰਪੰਚ ਦਾ ਗੋਡਾ ਨਹੀਂ ਫੜਿਆ? ਮੈਂ ਅੱਜ ਤੁਹਾਡੇ ਮਾਧਿਅਮ ਨਾਲ ਕਹਿੰਦਾ ਕਿ ਅਸੀਂ ਇਸ ਪੰਚਾਇਤ ਨੂੰ ਪੈਸੇ ਦਿੱਤੇ। ਅਸੀਂ ਇਹਨਾਂ ਨੂੰ ਤਾਂ ਕਹਿੰਦੇ ਹੀ ਨਹੀਂ ਕਿ ਤੁਸੀਂ ਕੋਲੋਂ ਲਾਓ, ਅਸੀਂ ਤਾਂ ਪੈਸੇ ਆਲਰੇਡੀ ਆਪ ਦੀ ਸਰਕਾਰ 'ਚ ਉਹਨਾਂ ਨੂੰ ਪੈਸੇ ਦਿੱਤੇ ਆ ਕਿ ਆਹ ਲਾਓ ਜੀ, ਤੇ ਤੁਸੀਂ ਲਾਓ। ਕਿਉਂਕਿ ਇੱਕ ਦੇਖੋ ਰੂਲ ਹੈ ਕਿ ਪੰਚਾਇਤ ਦਾ ਪੈਸਾ ਪੰਚਾਇਤ ਹੀ ਲਾ ਸਕਦੀ, ਅਸੀਂ ਦੇ ਸਕਦੇ ਹਾਂ। ਰਾਣਾ ਜੀ ਹੈ, ਇਹ ਵੀ ਕਾਂਗਰਸੀ ਹੈ, ਬਟ ਇਹਨਾਂ ਦੇ ਅੰਦਰ ਦਰਦ ਹੈ ਜਾਲੜੇ ਦਾ। ਤੁਸੀਂ ਪਹਿਲਾਂ ਵੀ ਐਕਸਪਲੇਨ ਕਰ ਇਹ ਜ਼ਿਲ੍ਹੇ ਦੇ ਵਾਈਸ ਪ੍ਰਧਾਨ ਹੈ, ਇਹ ਵੀ ਅਸੀਂ ਉਹ ਕਾਂਗਰਸ ਨੂੰ ਮਾੜਾ ਨਹੀਂ ਕਹਿੰਦੇ, ਐਮਐਲਏ ਸਾਹਿਬ ਵੀ ਚੰਗੇ ਕੰਮ ਕਰਦੇ, ਪਰ ਇੱਥੇ ਐਮਐਲਏ ਸਾਹਿਬ ਪਤਾ ਨਹੀਂ ਕਿਉਂ ਫੇਲ ਹੋ ਜਾਂਦੇ ਆ। ਮੈਂ ਅੰਗਦ ਜੀ ਨੂੰ ਤੁਹਾਡੇ ਮਾਧਿਅਮ ਨਾਲ ਵੀ ਕਹਿਣਾ ਚਾਹੁੰਦਾ, ਜਿੱਥੇ 132 ਪਿੰਡਾਂ 'ਚ ਉਹ ਐਮਐਲਏ ਸਾਹਿਬ ਤੋਂ ਖੁਸ਼ ਹੋ ਤੁਸੀਂ? ਦੇਖੋ, ਮੈਂ ਤਾਂ ਮਾੜਾ ਕਹਿੰਦਾ ਹੀ ਨਹੀਂ ਹੈਗਾ, ਪਰ ਮੈਂ ਕਹਿੰਦਾ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ, ਪਰ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਇੱਥੇ ਤਵੱਜੋ ਤਾਂ ਦੇਣਾ ਚਾਹੀਦਾ ਹੈ ਨਾ। ਮੌਜੂਦਾ ਅਗਰ ਉਹ ਐਮਐਲਏ ਹੈਗੇ ਆ ਤਾਂ ਜਾੜਲਾ ਵੀ ਉਹਨਾਂ ਦੀ ਰਿਆਸਤ ਦੇ ਵਿੱਚ ਹੀ ਆਉਂਦਾ। ਉਹ ਤਾਂ ਕਹਿੰਦੇ ਜਾੜਲਾ ਮੈਨੂੰ ਪਿਆਰਾ ਹੀ ਬਹੁਤ ਹੈ, ਫਿਰ ਜਾੜਲੀ ਕਦੀ ਵਿਜ਼ਿਟ ਨਹੀਂ ਕੀਤਾ ਉਹਨਾਂ ਨੇ? ਸਾਨੂੰ ਵੀ ਬਹੁਤ ਹੈ, ਪਰ ਉਹ ਕਹਿੰਦੇ ਨਾ ਵੀ ਜੇ ਡਿਵੈਲਪਮੈਂਟ ਤੋਂ ਬਿਨਾਂ ਹੀ ਪਿਆਰੇ ਆ। ਡਿਵੈਲਪਮੈਂਟ ਮੈਂ ਨਿੱਜੀ ਤੌਰ ਤੇ ਵੀ ਉਹਨਾਂ ਨੂੰ ਕਈ ਵਾਰੀ ਕਹਿ ਚੁੱਕਾ ਕਿ ਐਮਐਲਏ ਸਾਹਿਬ ਜਾੜਲੇ ਦਾ ਵੱਡਾ ਇਲਾਕਾ ਆ, ਦੇਖੋ ਇੱਥੇ ਬਹੁਤ ਵੱਡਾ ਵੋਟ ਬੈਂਕ ਹੈ, ਪਰ ਐਮਐਲਏ ਸਾਹਿਬ ਵੀ ਕਿਤੇ ਨਾ ਕਿਤੇ ਹੋ ਸਕਦਾ ਕਿਸੇ ਦਬਾਅ ਦੇ ਕਾਰਨ ਇੱਥੋਂ ਦੀ ਉਹਨਾਂ ਦੀ ਪੰਚਾਇਤ ਆ, ਕੁਝ ਵੋਟਾਂ ਦੀ ਰਾਜਨੀਤੀ। ਐਮਐਲਏ ਸਾਹਿਬ ਨਾਲ ਮੇਰੀ ਮੀਟਿੰਗ ਹੋਈ ਸੀ, ਉਹ ਕਹਿੰਦੇ ਸੀ ਕਿ ਮੈਂ ਵਕੀਲ ਆ ਪੂਰੇ ਜਿਹੜਾ ਸਾਡਾ ਕਨਸੀਕੁਐਂਸੀ ਆ ਵਿਧਾਨ ਸਭਾ ਹਲਕਾ ਆ,
ਪਰ ਜੇ ਉਹ ਵਕੀਲ ਨੇ, ਵਕੀਲ ਨੂੰ ਇੱਕ ਗੇੜਾ ਤਾਂ ਮਾਰਨਾ ਚਾਹੀਦਾ ਕਿ ਨਹੀਂ ਚਾਹੀਦਾ? ਮੈਂ ਬੇਨਤੀ ਕਰਨੀ ਚਾਹੁੰਦਾ ਉਹਨਾਂ ਨੂੰ ਕਿ ਆਪਾਂ ਤਾਂ ਦੇਖੋ ਕੋਈ ਕਿਤਾਬੀ ਗੱਲਾਂ ਨਹੀਂ, ਆਮ ਤੌਰ ਤੇ ਹੁੰਦਾ ਕਿ ਪੋਲੀਟੀਕਲ ਸਟੇਟਮੈਂਟਾਂ ਘਰਾਂ 'ਚ ਬਹਿ ਕੇ ਦੇ ਦਿੱਤੀਆਂ ਜਾਂਦੀਆਂ। ਅਸੀਂ ਤਾਂ ਲੋਕਾਂ ਦੀ ਕਚਹਿਰੀ 'ਚ ਖੜੇ ਆ ਤੁਹਾਨੂੰ ਲੈ ਕੇ। ਆ ਜੋ ਹਾਲ ਆ ਜਾਲ ਦਾ ਤੁਹਾਡੇ ਸਾਹਮਣੇ ਆ, ਮੈਂ ਤੁਹਾਨੂੰ ਪਿਛਲੇ ਸਮੇਂ 'ਚ ਦੱਸ ਰਿਹਾ, ਦਿਖਾ ਕੇ ਆਇਆ। ਕੀ ਲੱਗਦਾ ਐਮਐਲਏ ਸਾਹਿਬ ਤੇ ਜਿਵੇਂ ਤੁਸੀਂ ਕਹਿੰਦੇ ਦਬਾਅ ਆ, ਤਾਂ ਉਹ ਦਬਾਅ ਬਣਿਆ ਰਹੇਗਾ ਕਿ ਉਹ ਕਦੀ ਗੇੜਾ ਮਾਰਨਗੇ ਕਿ ਨਹੀਂ ਮਾਰਨਗੇ? ਉਮੀਦ ਹੈ ਦੇਖੋ ਹਲਕੇ ਪੂਰੇ ਨੂੰ ਜਦੋਂ ਐਮਐਲਏ ਸਾਹਿਬ ਬਣੇ, ਪੂਰੇ ਹਲਕੇ ਨੂੰ ਉਮੀਦ ਸੀ ਕਿ ਯੰਗ ਮੈਨ ਹੈ ਔਰ ਜ਼ਿੰਦਗੀ ਦਾ ਬੜਾ ਵੱਡਾ ਹਜੇ ਉਹਨਾਂ ਨੇ ਸਫ਼ਰ ਤੈਅ ਕਰਨਾ। ਸਾਡੀਆਂ ਵੈਲ ਵਿਸ਼ੇਜ਼ ਆ ਕਿ ਹੋ ਸਕਦਾ ਆਉਣ ਵਾਲੇ ਸਮੇਂ 'ਚ ਉਹਨਾਂ ਦੇ ਮੰਤਰੀ ਵੀ ਬਣਨਾ ਆ, ਕੈਬਨਿਟ 'ਚ ਵੀ ਜਾਣਗੇ ਜੇ ਉਹਨਾਂ ਦੀ ਸਰਕਾਰਾਂ ਆਉਂਦੀਆਂ, ਪਰ ਉਹਨਾਂ ਦੀ ਗਰਾਊਂਡ ਇੱਥੋਂ ਤਿਆਰ ਹੋਣੀ। ਮੈਨੂੰ ਲੱਗਦਾ ਤੁਹਾਡੀ ਆਪਣੀ ਪਾਰਟੀ ਨੇ ਨਾਰਾਜ਼ ਹੋਏ ਨਾ ਜਿਵੇਂ ਉਹਨਾਂ ਨੂੰ ਦਬਾਵਾਂ ਦੇ ਰਹੇ ਹੋ। ਨਹੀਂ ਦੇਖੋ ਮੈਂ ਤਾਂ ਬਿਲਕੁਲ ਅਸੀਂ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਨੀਤੀ ਤੇ ਚੱਲਦੇ ਆ। ਉਹਨਾਂ ਨੇ ਸਾਨੂੰ ਇੱਕੋ ਗੱਲ ਸਿਖਾਈ ਹੈ ਕਿ ਮੰਦਾ ਕਿਸੇ ਨੂੰ ਬੋਲਣਾ ਨਹੀਂ, ਕੰਮ ਹਰੇਕ ਤੋਂ ਲੈਣਾ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣੀਆਂ, ਠੀਕ ਆ। ਅਸੀਂ ਕਹਿੰਦੇ 4.5 ਸਾਲ ਹੋ ਗਏ ਕਾਂਗਰਸ ਦੀ ਸਰਕਾਰ ਨੂੰ, ਪਰ ਜਾੜਲੇ ਦੇ ਵਿੱਚ ਦਿੱਤਾ ਕੁਛ ਨਹੀਂ। ਅਸੀਂ 2016 'ਚ ਇਹ ਵੱਡਾ ਸਵਾਲ ਹੈ। ਅਸੀਂ 2016 'ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਇੱਥੇ ਲੈ ਕੇ ਆਂਦਾ। ਮੈਂ ਓਪਨ ਚੈਲੰਜ ਕਰਦਾ ਕਾਂਗਰਸ ਦੀ ਸਾਰੀ ਟੀਮ ਨੂੰ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਜਾੜਲੇ 'ਚ ਲਿਆ ਕੇ ਦਿਖਾਉਣ ਔਰ 85 ਲੱਖ ਨਹੀਂ 85,000 ਹੀ ਸਾਨੂੰ ਦੇ ਕੇ ਦਿਖਾਉਣ, ਉਹਨਾਂ ਤੱਕ ਵਿਜ਼ਿਟ ਕਰਕੇ ਦਿਖਾ ਦੇਣ। ਬਹੁਤ ਅਹਿਮ ਸਵਾਲ ਕਰ ਦਿੱਤਾ ਇਹਨਾਂ ਨੇ, ਬਹੁਤ ਵੱਡਾ ਸਵਾਲ ਕਰ ਦਿੱਤਾ। ਕਹਿੰਦੇ ਕਿ ਅਸੀਂ ਮਾਣਯੋਗ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜਾੜਲੇ ਵਿੱਚ ਲੈ ਕੇ ਆਏ ਸੀ, 85 ਲੱਖ ਦੀ ਗ੍ਰਾਂਟ ਦਵਾਈ ਸੀ, ਔਰ ਇਹਨਾਂ ਨੇ ਕਾਂਗਰਸ ਤੇ ਬਹੁਤ ਵੱਡਾ ਸਵਾਲ ਖੜਾ ਕਰ ਦਿੱਤਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਜਾੜਲੇ ਵਿੱਚ ਲੈ ਕੇ ਆਣ ਤੇ 85 ਲੱਖ ਨਹੀਂ 85,000 ਦੀ ਗ੍ਰਾਂਟ ਦਵਾ ਦੇਣ ਤਾਂ ਵੀ ਮੰਨ ਜਾਾਂਗੇ। ਤਾਂ ਇਹ ਬਹੁਤ ਵੱਡਾ ਸਵਾਲ ਹੈ, ਬਹੁਤ ਅਹਿਮ ਸਵਾਲ ਹੈ। ਪਰ ਇਹ ਦੇਖਣਾ ਬਣੇਗਾ ਕਿ ਕੈਪਟਨ ਸਾਹਿਬ ਵਰਚੁਅਲ ਟਾਕਸ ਹੀ ਕਰਦੇ ਨੇ ਕਿ ਬਾਹਰ ਵੀ ਨਿਕਲਦੇ ਨੇ, ਲੋਕਾਂ ਦੇ ਦਰਦ ਵੀ ਸੁਣਦੇ ਨੇ ਜੀ। ਹੋਰ ਕਿਹੜੀ ਲੋਕੇਸ਼ਨ ਦਿਖਾਣੀ ਹੈ ਜੀ ਤੁਸੀਂ? ਬਟ ਬਾਜ਼ਾਰ ਦਾ ਮੋਢੇ ਇੱਥੇ ਸ਼ਹੀਦ ਦੀ ਪਰ ਇਹ ਤਾਂ ਜੀ ਨਵੇਂ ਸ਼ਹਿਰ ਤੇ ਕਮੇਟੀ ਘਰ ਮੋਰੇ ਵੀ ਬਹੁਤ ਹੁੰਦਾ ਹੈ ਜੀ। ਇਹ ਚੀਜ਼ਾਂ ਨੂੰ ਤਾਂ ਤੁਸੀਂ ਕਿਤੇ ਕੋ ਜਾਓਗੇ ਜੀ, ਅਸੀਂ ਉੱਥੇ ਬੜੀ ਵਾਰ ਰੌਲਾ ਪਾ ਚੁੱਕੇ ਆ ਜੀ। ਸ਼ਹਿਰ ਦੇ ਅੰਦਰ ਕਮੇਟੀ ਘਰ 'ਚ ਵੀ ਹੁੰਦਾ, ਬਟ ਫਿਰ ਵੀ ਮੈਂ ਇੱਕ ਚੀਜ਼ ਹੋਰ ਕਲੀਅਰ ਕਰ ਦਵਾਂ ਜੀ, ਜਿਹੜੀ ਆਡੀਅנס ਘਰ ਬੈਠੀ ਹੈ, ਇਹ ਵਨ ਸਾਈਡਡ ਸਟੋਰੀ ਹੈ। ਤੁਸੀਂ ਆਪਣੀ ਕੋਈ ਵੀ ਸੋਚ ਇਸ ਵੀਡੀਓ ਨੂੰ ਦੇਖ ਕੇ ਹਾਲੇ ਨਹੀਂ ਬਣਾਉਣੀ, ਕਿਉਂਕਿ ਅਸੀਂ ਸਰਪੰਚ ਸਾਹਿਬ ਦਾ ਵਰਜਨ ਲੈਣਾ ਆ। ਸਰਪੰਚ ਸਾਹਿਬ ਵੀ ਰਿਸਪੈਕਟਡ ਨੇ, ਇਲੈਕਟਡ ਨੇ, ਹਾਲੇ ਉਹਨਾਂ ਦਾ ਵਰਜਨ ਬਾਕੀ ਹੈ, ਤਾਂ ਅਸੀਂ ਇਹਨਾਂ ਦੀ ਸਟੋਰੀ ਸੁਣ ਰਹੇ ਹਾਂ ਜੀ। ਸਰ ਜਿਸ ਜਗ੍ਹਾ ਤੇ ਆਪਾਂ ਹੁਣ ਜਾੜਲੇ ਦੇ ਵਿੱਚ, ਜਾੜਲਾ ਮੇਨ ਜਾੜਲਾ ਟਾਊਨ ਦਾ ਮੇਨ ਜਾੜਲੇ ਦੀ ਲੋਕੇਸ਼ਨ ਆ, ਜਿੱਥੇ ਆਪਾਂ ਤੁਰੇ ਤੁਸੀਂ ਦੇਖ ਰਹੇ ਹੋ ਕਿ ਸੱਜੇ ਔਰ ਖੱਬੇ ਦੋਵੇਂ ਪਾਸੇ ਜਿਹੜੀਆਂ ਵੱਡੀਆਂ ਦੁਕਾਨਾਂ ਆ, ਔਰ ਇਹ ਜਾੜਲੇ ਦੇ ਲਈ ਨਹੀਂ ਆਲੇ ਦੁਆਲੇ ਦੇ 40 ਪਿੰਡਾਂ ਦੇ ਜਿਹੜੇ ਲੋੜਾਂ ਪੂਰੀਆਂ ਕਰਨ ਵਾਲੀਆਂ ਦੁਕਾਨਾਂ। ਔਰ ਜਿਸ ਜਗ੍ਹਾ ਤੇ ਆਪਾਂ ਤੁਰ ਰਹੇ ਆ, ਮੇਰੇ ਖਿਆਲ 'ਚ ਜੇ ਕੈਮਰਾਮੈਨ ਦਿਖਾ ਦੇਵੇ ਸਾਨੂੰ ਇਸ ਜਗ੍ਹਾ ਦਾ ਹਾਲ। ਔਰ ਇੱਥੇ ਸਭ ਤੋਂ ਬੜੀ ਗੱਲ ਮੈਂ ਦਿਖਾਣੀ ਚਾਹੁੰਦਾ ਕਿ ਉਹ ਜਿਹੜੀ ਪਿਛਲੀ ਪੁਲੀ ਹੈ, ਉਸ ਪੁਲੀ ਤੋਂ ਲੈ ਕੇ ਉਹ ਉੱਥੇ ਤੱਕ ਡਾਕਟਰ ਸਾਹਿਬ ਦਾ ਇੱਕ ਹਸਪੀਟਲ ਹੈ, ਬਲਕਿਸੇ ਹੋਣਾ ਡਾਕਟਰ ਸਾਹਿਬ ਦਾ, ਸਾਡੇ ਇੱਥੋਂ ਤੱਕ ਦੇ ਜਿਹੜੇ ਪੈਸੇ ਆ, ਅਸੀਂ 2016 'ਚ ਬਾਈ ਨੇਮ, ਅੱਜ ਵੀ ਰਿਕਾਰਡ ਸਾਡੇ ਕੋਲ ਆ, ਬਾਈ ਨੇਮ ਪੈਸੇ ਦਿੱਤੇ ਇਸ ਜਾੜਲੇ ਦੀ ਪੰਚਾਇਤ ਨੂੰ ਕਿ ਇਹ ਜਗ੍ਹਾ ਪੱਕੀ ਕੀਤੀ ਜਾਵੇ, ਪਰ ਇਸ ਜਗ੍ਹਾ ਤੇ ਇੰਟਰਲੌਕ ਨਹੀਂ ਲੱਗਾ। ਔਰ ਸਭ ਤੋਂ ਵੱਡੀ ਨਲਾਇਕੀ ਹੈ ਕਿ ਇਸ ਜਗ੍ਹਾ ਦੇ ਉੱਤੇ ਅਸੀਂ ਬਹੁਤ ਹੀ ਮੈਂ ਤੁਹਾਨੂੰ ਟੋਕ ਰਿਹਾ, ਤੁਸੀਂ ਔਨ ਰਿਕਾਰਡ ਕਹਿ ਰਹੇ ਹੋ ਪੈਸੇ ਦੇ ਚੁੱਕੇ ਔਰ 5 ਸਾਲ ਹੋ ਗਏ ਕੰਮ ਨਹੀਂ ਹੋਇਆ। ਇਹ ਗੱਲ ਔਨ ਰਿਕਾਰਡ ਚੱਲ ਰਹੀ ਹੈ ਜੀ, ਔਨ ਰਿਕਾਰਡ। ਔਰ ਮੇਰੇ ਕੋਲ, ਮੈਂ ਤੁਹਾਨੂੰ ਕਹਾਂਗਾ ਤਾਂ ਫੈਕਟ ਹੈ, ਔਰ ਈਵਨ ਡੀਸੀ ਸਾਹਿਬ ਦੇ ਵੀ ਉਸ ਗ੍ਰਾਂਟਾਂ ਦੇ ਉੱਤੇ ਸਾਈਨ ਹੈ, ਔਰ BDO DDPO ਐਵਰੀ, ਕਿਉਂਕਿ ਇਹ ਮੇਅਰਮੈਂਟ ਹੋਣ ਤੋਂ ਬਾਅਦ ਐਕਸ਼ਨ ਕਿਉਂ ਨਹੀਂ ਲੈਂਦਾ ਜੀ? ਅੱਗੇ ਸੁਣੋ, ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਿਹੜੀ ਜਗ੍ਹਾ ਆ ਇਹ ਸਾਡੇ ਲਈ ਬਹੁਤ ਸਤਿਕਾਰਯੋਗ ਹੈ। ਕਾਰਨ ਜਾੜਲਾ ਨਗਰ ਦਾ ਜਾਗਰਣ ਸਦੀਆਂ ਤੋਂ, ਬੜੇ ਸਾਲਾਂ ਤੋਂ ਮਸ਼ਹੂਰ ਹੈ। ਇੱਥੋਂ ਦਾ ਜਿਹੜਾ ਜਾਗਰਣ ਹੁੰਦਾ ਮਹਾਮਾਈ ਦਾ, ਉਹ ਜਾਗਰਣ ਇਸ ਜਗ੍ਹਾ ਤੇ ਹੁੰਦਾ ਆ। ਇਹ ਸਰਪੰਚ ਸਾਹਿਬ ਸਾਡੇ ਉਸ ਆਵਾਮ ਜਿਹੜੀ ਇੱਥੇ ਸੰਗਤ ਆਉਂਦੀ ਆ, ਉਹਨਾਂ ਦੇ ਬਿਠਾਉਣ ਦੇ ਲਈ ਵੀ ਇੱਥੇ ਇੰਟਰਲੌਕ ਨਹੀਂ ਲਾ ਸਕਦੇ। ਪਰ ਦੂਸਰੇ ਪਾਸੇ ਮੈਂ ਬਾਰ-ਬਾਰ ਕਹਿਣਾ ਕਿ ਆਪਣੀਆਂ ਨਿੱਜੀਆਂ ਕਲੋਨੀਆਂ ਕੱਟ ਕੇ ਪੰਚਾਇਤ ਦੇ ਉੱਥੇ ਪੈਸੇ ਲਾ ਕੇ ਆਪਣੀਆਂ ਜੇਬਾਂ ਭਰ ਰਿਹਾ ਹੈ। ਪਰ ਜਿਵੇਂ ਤੁਸੀਂ ਕਿਹਾ ਕਿ ਬਜਟ ਤੁਸੀਂ ਦੇ ਚੁੱਕੇ ਹੋ ਆਲਰੇਡੀ, ਫਿਰ 5 ਸਾਲ ਦਾ ਐਡਾ ਵੱਡਾ ਡਿਲੇ ਕਿਉਂ, ਇੰਨਾ ਮੁਲਤਵੀ ਕਿਉਂ ਕੀਤਾ ਜਾ ਰਿਹਾ? ਇਹ ਆਪਣੇ ਆਪ 'ਚ ਅਹਿਮ ਸਵਾਲ ਹੈ। ਇਹਦੇ ਵਿੱਚ ਸਭ ਤੋਂ ਬੜੀ ਗੱਲ ਨਲਾਇਕੀ ਜਿਹੜੀ ਮੈਂ ਸਮਝਦਾ ਕਿ ਦੇਖੋ, ਪੰਚਾਇਤ ਅਗਰ ਕਿਤੇ ਕੰਮ ਨਹੀਂ ਕਰਦੀ, ਉਸ ਦੀ ਸ਼ਿਕਾਇਤ ਜਿਹੜੀ ਆ ਉਹ ਦਿੱਤੀ ਜਾਂਦੀ ਆ BDO ਨੂੰ, BDPO। ਔਰ ਜਿਹੜੇ ਸਾਡੇ ਸਤਿਕਾਰਯੋਗ ਮਹਾਨ ਸ਼ਖਸੀਅਤ ਜਿਨ੍ਹਾਂ ਨੂੰ ਮੈਂ ਸ਼ਤ ਨਮਸਕਾਰ ਕਰਦਾ, ਰਜੇਸ਼ ਚੱਢਾ ਜੀ, ਜਿਹੜੇ ਜਾੜਲੇ ਦੇ ਵਿੱਚ ਅਗਰ ਕਿਸੇ ਗਰੀਬ ਸਮਾਜ ਦੇ SC ਵਰਗ ਵਾਲੇ ਕਿਸੇ ਵਿਚਾਰੇ ਗਰੀਬ ਨੇ ਮੱਝ ਦਾ ਖੁੰਡਾ ਗਲੀ ਦੇ ਵਿੱਚ ਲਾ ਲਿਆ ਤੇ ਉੱਤੇ ਪਰਚਾ ਦਰਜ ਕਰਾਉਂਦਾ 353 188 ਸਰਕਾਰੀ ਕੰਮ ਦੇ ਦਖਲਅੰਦਾਜ਼ੀਆਂ ਦੇ ਵਿੱਚ, ਤੇ ਜਿੱਥੇ ਗ੍ਰਾਂਟਾਂ ਖਾਧੀਆਂ ਜਾਂਦੀਆਂ ਲੱਖਾਂ ਰੁਪਏ, ਉੱਥੇ ਨਾਲ ਹਿੱਕ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦਾ ਆ। ਇਹੋ ਜਿਹੇ ਕਰਪਟ ਅਫਸਰ ਨੂੰ ਮੈਂ ਸਮਝਦਾ ਕਿ ਆਪਣੀ ਕੁਰਸੀ ਤੇ ਬਹਿਣ ਦਾ ਕੋਈ ਹੱਕ ਨਹੀਂਗਾ। ਔਰ ਅਸੀਂ ਜਾਣਾ ਕਿੱਥੇ ਆ ਮੁੜ ਕੇ? ਇਹਨਾਂ ਨੂੰ ਸ਼ਿਕਾਇਤਾਂ ਕਰਨੀਆਂ। ਹੁਣ ਗਏ ਆ ਹਿਊਮਨ ਰਾਈਟਸ ਕਮਿਸ਼ਨ 'ਚ, ਕਿਉਂਕਿ ਜਦੋਂ ਸਾਡੇ ਮਨੁੱਖੀ ਅਧਿਕਾਰਾਂ ਦੀ ਦੁਰਵਰਤੋਂ ਹੋਣ ਲੱਗੀ, ਡੈਫੀਨੇਟਲੀ ਉਹਨਾਂ ਦੇ ਬਹੁਤ ਵਧੀਆ ਕਰ ਰਹੇ। ਔਰ DDPO ਸਾਹਿਬ ਜਿਹੜੇ ਗਰੇਵਾਲ ਸਾਹਿਬ ਰੋਪੜ ਹੈ, ਉਹ ਵੀ ਵਧੀਆ ਤਰੀਕੇ ਨਾਲ ਕਰ ਰਹੇ। ਔਰ ਥੋੜੇ ਦਿਨਾਂ ਦੇ ਵਿੱਚ ਉਹਨਾਂ ਨੇ ਵੀ ਸਾਨੂੰ ਆਸ਼ਵਾਸਨ ਦਿੱਤਾ ਕਿ ਇੱਥੇ ਅਸੀਂ ਵਿਜ਼ਿਟ ਕਰਕੇ ਪ੍ਰੋਪਰ ਹਰ ਚੀਜ਼ ਦੇਖ ਕੇ ਜਾਵਾਂਗੇ। ਚਲੋ ਉਸ ਤੋਂ ਪਹਿਲਾਂ ਵੀਡੀਓ ਵੀ ਉਹਨਾਂ ਨੂੰ ਦਿਖਾ ਦਈਏ, ਕਿਉਂਕਿ ਬੜਾ ਕੁਝ ਪਤਾ ਲੱਗ ਜਾਣਾ। ਬਿਲਕੁਲ ਹੋਰ ਤੁਸੀਂ ਹੁਣ ਅਗਰ ਲੋਕੇਸ਼ਨ ਦਿਖਾਣੀ ਚਾਹੋ
ਤਾਂ ਕਿਉਂਕਿ ਲਾਈਵ ਜਿਹੜੀ ਜਨਤਾ ਕਿਉਂਕਿ ਆਡੀਅנס ਲਾਈਵ ਦੇਖ ਰਹੀ ਹੈ ਤਾਂ ਆ ਦੇਖੋ ਤੁਸੀਂ ਇਹ ਸਾਰਾ ਜੀ ਤਾਂ ਦੂਜੀ ਲੋਕੇਸ਼ਨ ਤੇ ਜੇ ਹੁਣ ਤੁਸੀਂ ਦੇਖਦੇ ਆ ਦੇਖੋ ਇਹ ਸਾਰਾ ਜਿਹੜਾ ਇੱਥੋਂ ਦੀ ਜਿਹੜੀ ਜਨਤਾ ਆ ਹੂੰ ਇੱਥੇ ਬਹੁਤ ਵੱਡਾ ਜਿਹੜਾ ਇਕੱਠ ਆ ਸ਼ਾਮ ਟਾਈਮ ਲੋਕਾਂ ਦਾ ਆਪਣੇ ਆਉਂਦੇ ਆ ਖਾਣ ਪੀਣ ਦੀਆਂ ਵਸਤਾਂ ਲੈਣ ਪਰ ਇੱਥੇ ਹਰ ਇੱਕ ਬੰਦਾ ਦੁਖੀ ਆ ਸੋ ਇਸ ਮੈਂ ਉਹ ਵੀ ਕਰਕੇ ਦੇਖ ਰਿਹਾ ਜਿਵੇਂ ਹੁਣ ਕੁਲਚੇ ਵਾਲਾ ਹੈ ਜੇ ਮਿੱਟੀ ਇੱਥੋਂ ਉੜ ਕੇ ਕੁਲਚਿਆਂ ਦੀ ਪੈਣੀ ਹੈ 버ਗਰਾਂ ਦੀ ਪੈਣੀ ਹੈ ਤਾਂ ਹੈਲਥ ਦਾ ਫਿਰ ਇਸ਼ੂ ਆਣਾ ਹੈ ਜੀ ਦੇਖੋ ਹੈਲਥ ਦਾ ਹਸਪੀਟਲਸ ਹੈ ਇੱਥੇ ਸਰਕਾਰੀ ਸਰਕਾਰੀ ਹਸਪੀਟਲ ਹੈ ਪ੍ਰਾਈਵੇਟ ਵੀ ਹੈ ਮੁਜ਼ੱਫਰਪੁਰ ਚਲਾ ਗਿਆ ਜਦੋਂ ਕਿ ਜਾਲੇ ਵਿੱਚ ਮੇਨ ਬਣਨਾ ਚਾਹੀਦਾ ਔਰ ਇਸ ਤੋਂ ਬਾਅਦ ਸਭ ਤੋਂ ਬੜੀ ਗੱਲ ਹੈ ਕਿ ਜਾੜਲੇ ਦੇ ਵਿੱਚ ਜਿਹੜਾ ਡੇਂਗੂ ਦਾ ਕੰਮ ਹੈ ਉਹ ਬਹੁਤ ਜ਼ਿਆਦਾ ਹਰ ਸਾਲ ਫੈਲਦਾ ਆ ਉਹਦੇ ਬਾਰੇ ਰਾਣਾ ਜੀ ਨੇ ਤੁਹਾਨੂੰ ਵਿਸਤਾਰਪੂਰਵਕ ਪਹਿਲਾਂ ਵੀ ਦੱਸਿਆ ਔਰ ਅਸੀਂ ਉਹ ਨਾਲਾ ਤੁਹਾਨੂੰ ਦਿਖਾਉਣਾ ਵੀ ਚਾਹੁੰਦੇ ਆ ਕਿ ਉਹ ਨਾਲਾ ਦੇਖੋ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਹਿਸਟੋਰੀਕਲ ਸਿਟੀ ਜਾੜਲਾ ਜਿਹੜਾ ਦੇਸ਼ਾਂ ਵਿਦੇਸ਼ਾਂ 'ਚ ਮਸ਼ਹੂਰ ਹੈ ਪਰ ਉਹਦਾ ਹਾਲ ਇਸ ਦੀ ਮੌਜੂਦਾ ਸਰਪੰਚ ਨੇ ਇੱਧਰ ਗਊ ਵੀ ਨਜ਼ਰ ਆ ਰਹੀ ਹੈ ਜੀ ਪਹਿਲਾਂ ਅਸੀਂ ਬੜੀ ਵਾਰ ਆਵਾਜ਼ ਬੁਲੰਦ ਕਰ ਚੁੱਕੇ ਆ ਇਹ ਕਦੀ 35 ਗਾਈਆਂ ਜੀ ਬਹੁਤ ਬੁਰਾ ਹਾਲ ਹੈ ਇਹ ਤਾਂ ਹਾਦਸੇ ਨੂੰ ਸੱਦਾ ਹੈ ਜੀ ਬਹੁਤ ਐਕਸੀਡੈਂਟ ਹੁੰਦੇ ਬਿਲਕੁਲ ਜੀ ਬਿਲਕੁਲ ਇਹ ਤਾਂ ਕਈ ਵਾਰ ਅਸੀਂ ਸ਼ਿਕਾਇਤ ਵੀ ਕਰ ਚੁੱਕੇ ਕੋਈ ਗੌਰ ਨਹੀਂ ਕਰਦਾ ਦੇਖੋ ਜਿਹੜਾ ਸਰਕਾਰਾਂ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਗਊ ਸੈਸ ਗਊ ਟੈਕਸ ਜਿਹੜਾ ਉਹ ਲੱਗਾ ਹੋਇਆ ਆ ਤੇ ਪਰ ਸਰਕਾਰਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਗਊ ਟੈਕਸ ਜਾਂਦਾ ਕਿੱਥੇ ਆ ਸਾਡੇ ਕਚਰਾ ਖਾਣ ਲਈ ਸਤਿਕਾਰਯੋਗ ਸਾਡਾ ਧਾਰਮਿਕ ਚਿੰਨ੍ਹ ਹੈ ਗਊ ਮਾਤਾ ਪਰ ਅੱਜ ਉਹ ਕਿਤੇ ਗੱਡੀਆਂ 'ਚ ਵੱਜ ਰਹੇ ਆ ਅੱਜ ਕਿਤੇ ਉਹ ਕਿਸਾਨ ਦੀ ਜਦੋਂ ਫਸਲ ਖਰਾਬ ਕਰਦਾ ਤਾਂ ਉਹਨਾਂ ਨੂੰ ਡਾਂਗਾ ਖਾਣੀਆਂ ਪੈਂਦੀਆਂ ਪਰ ਇਹੋ ਜਿਹੇ ਸਮਾਜ ਦੇ ਵਿੱਚ ਜਿਹੜਾ ਸਾਡਾ ਸਤਿਕਾਰਯੋਗ ਪਸ਼ੂ ਹੈ ਜਿਹਨੂੰ ਪਸ਼ੂ ਤਾਂ ਮੈਂ ਨਹੀਂ ਕਹਾਂਗਾ ਸਾਡੀ ਗਊ ਮਾਤਾ ਆ ਤੇ ਉਸ ਦਾ ਜਿਹੜਾ ਗਊ ਸੈਸ ਆ ਉਹ ਵੀ ਇਹ ਸਰਕਾਰਾਂ ਖਾ ਰਹੀਆਂ ਆ ਮੌਜੂਦਾ ਸੋ ਮੈਂ ਰੋਲ ਰਹੀਆਂ ਨੇ ਬਿਲਕੁਲ ਸ਼ਰੇਆਮ ਆਪਾਂ ਦੇਖ ਰਹੇ ਹਾਂ ਤੁਸੀਂ ਹੁਣ ਕੁਦਰਤੀ ਆ ਗਏ ਤਾਂ ਦੇਖ ਰਹੇ ਹੋ ਮੈਂ ਤੁਹਾਨੂੰ ਇੱਕ ਚੀਜ਼ ਹੋਰ ਇੱਥੇ ਦਿਖਾਵਾਂਗਾ ਕਿ ਜਿਹੜਾ ਇਹ ਪਿਛਲੇ ਸਮੇਂ ਦੇ ਵਿੱਚ ਇੱਥੇ ਛੱਪੜ ਸੀਗਾ ਔਰ ਸੁਪਰੀਮ ਕੋਰਟ ਦੀਆਂ ਹਦਾਇਤਾਂ ਇੱਦਾਂ ਤੁਰ ਕੇ ਹੋਰ ਸੁਪਰੀਮ ਕੋਰਟ ਦੀਆਂ ਹਦਾਇਤਾਂ ਆ ਕਿ ਛੱਪੜਾਂ ਦੀ ਜਿਹੜੀ ਰੂਪਰੇਖਾ ਉਹ ਇੱਦਾਂ ਰਹੇਗੀ ਛੱਪੜਾਂ ਦੇ ਵਿੱਚ ਰੂਪਰੇਖਾ ਜਿਹੜੀ ਆ ਉਹ ਬਦਲੀ ਨਹੀਂ ਜਾਏਗੀ ਪਰ ਇਸ ਛੱਪੜ ਦੇ ਵਿੱਚ ਸਾਡੇ ਇੱਕ ਸੈਕਿੰਡ ਜੀ ਮੈਂ ਤੁਹਾਨੂੰ ਟੋਕਣਾ ਚਾਹੁੰਦਾ ਵੀਰੇ ਇੱਕ ਮਿੰਟ ਇੱਧਰ ਆਓ ਆ ਕਟਿੰਗ ਹੋ ਰਹੀ ਹੈ ਹਾਲਾਂਕਿ ਦੁਕਾਨਦਾਰ ਨਾਲ ਸਾਡੀ ਹਮਦਰਦੀ ਹੈ ਥੱਲੇ ਗੰਦ ਦੇਖੋ ਔਰ ਇਹ ਵੀ ਖਤਰਾ ਹੈ ਜੀ ਦੇਖੋ ਉੱਥੇ ਕਟਿੰਗ ਹੋ ਰਹੀ ਹੈ ਬਿਲਕੁਲ ਸਾਹਮਣੇ ਔਰ ਇਹਨਾਂ ਦੇ ਵੀ ਜਿਹੜੇ ਮੱਛਰ ਤਾਂ ਲੜਦੇ ਹੀ ਹੋਣਗੇ ਵੀ ਇਨਸਾਨ ਨੇ ਮਹਿਸੂਸ ਤਾਂ ਹੁੰਦੇ ਹੋਣਗੇ ਡੇਂਗੂ ਦਾ ਖਤਰਾ ਹੈ ਬਿਮਾਰੀਆਂ ਦਾ ਖਤਰਾ ਹੈ ਤਾਂ ਇਹ ਚੀਜ਼ ਅਗਰ ਪਹਿਲੇ ਦਿਨ ਆ ਕੇ ਸਾਨੂੰ ਨਜ਼ਰ ਆ ਰਹੀ ਹੈ ਤਾਂ ਬਾਕੀ ਨੂੰ ਨਜ਼ਰ ਆ ਰਹੀ ਹੋਗੀ ਮੈਂ ਅੱਜ ਤੁਹਾਡੇ ਮਾਧਿਅਮ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਮਾਣਯੋਗ ਸਰਪੰਚ ਰਜਿੰਦਰ ਸਿੰਘ ਨੂੰ 31 ਤੋਪਾਂ ਦੀ ਸਲਾਮੀ ਦੇ ਰਿਹਾ ਜਿਸ ਨੇ ਐਡਾ ਵੱਡਾ ਕੰਮ ਕੀਤਾ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੂੰ ਛਿੱਕੇ ਟੰਗਦੇ ਹੋਏ ਇੱਕ ਇੱਥੇ ਬਾਥਰੂਮ ਬਣਾਏ ਆ ਔਰ ਇਹੋ ਜਿਹੇ ਬਾਥਰੂਮ ਬਣਾਏ ਜਿਹੜੇ ਛੱਪੜ ਦੇ ਗੱਭੇ ਇੰਨਾ ਕੁ ਵਧੀਆ ਨਕਸ਼ਾ ਤਿਆਰ ਕੀਤਾ ਇਸ ਪੰਚਾਇਤ ਨੇ ਮੈਂ ਹੈਰਾਨ ਹੈ ਕਿ ਐਡੀ ਪੜ੍ਹੀ ਲਿਖੀ ਪੰਚਾਇਤ ਸਾਨੂੰ ਮਿਲ ਕਿੱਥੋਂ ਗਈ ਆ ਆਹ ਦੇਖੋ ਤੁਸੀਂ ਇਹ ਜਿਹੜਾ ਬਾਥਰੂਮ ਬਣਾਇਆ ਗਿਆ ਇਹ ਛੱਪੜ ਦੇ ਗੱਭੇ ਬਣਾਤਾ ਤੇ ਜੇਕਰ ਕੱਲ੍ਹ ਨੂੰ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਮੁਤਾਬਕ ਛੱਪੜ ਦੁਬਾਰਾ ਬਣਦਾ ਆ ਤਾਂ ਇੱਥੇ ਕੀ ਪੋਸੀਬਲ ਹੈ ਇਸ ਬਾਥਰੂਮ ਦਾ ਕੀ ਲੌਜਿਕ ਹੈ ਇਹ ਦੇਖੋ ਤੁਸੀਂ ਆ ਛੱਪੜ ਦਾ ਹਾਲ ਦੇਖੋ ਇਹਦਾ ਕਾਰਨ ਕੀ ਹੈ ਬਣਾਉਣ ਦਾ ਜੀ ਬਸ ਬੁੱਧੀਜੀਵੀ ਹੈ ਨਾ ਬੁੱਧੀਜੀਵੀ ਬਹੁਤ ਜ਼ਿਆਦਾ ਦਿਮਾਗੀ ਬਹੁਤ ਹੈ ਉਸ ਬੰਦੇ ਦਾ ਇੰਨਾ ਜ਼ਿਆਦਾ ਪੜ੍ਹਿਆ ਲਿਖਿਆ ਮਹਾਨ ਹੈ ਕਿ ਉਹਨੂੰ ਇਹੀ ਨਹੀਂ ਸਮਝ ਆਉਂਦੀ ਕਿ ਘਰ 'ਚ ਵੀ ਅਸੀਂ ਬਾਥਰੂਮ ਬਣਾਉਂਦੇ ਤਾਂ ਸਾਈਡ ਤੇ ਬਣਾਉਂਦੇ ਆ ਅੱਛਾ ਇੱਕ ਗੱਲ ਭਲਵਾਨ ਜੀ ਮੈਨੂੰ ਜ਼ਰੂਰ ਕਲੀਅਰ ਕਰੋ ਆਉਂਦੇ ਸਮੇਂ 'ਚ ਤੁਸੀਂ ਸਰਪੰਚ ਦੀ ਚੋਣ ਤਾਂ ਨਹੀਂ ਲੜਨੀ ਕਿਉਂਕਿ ਡਾਇਰੈਕਟ ਐਲੀਗੇਸ਼ਨ ਹੋ ਰਿਹਾ ਤੁਸੀਂ ਕਹਿ ਰਹੇ 31 ਤੋਪਾਂ ਦੀ ਸਲਾਮੀ ਦਊਂਗਾ ਪਰ ਮੈਨੂੰ ਜਿੱਥੇ ਤੱਕ ਲੱਗਦਾ ਹੁਣ ਤੱਕ 31 ਤੋਪਾਂ ਤੁਸੀਂ ਮਾਰ ਦਿੱਤੀਆਂ ਨੇ ਮੈਂ ਤੁਹਾਨੂੰ ਦੱਸਦਾ ਜੀ ਮੇਰਾ ਟਾਰਗੇਟ ਸਰਪੰਚੀ ਦਾ ਅਸੀਂ ਇੱਥੇ ਇਲੈਕਸ਼ਨ ਲੜ ਚੁੱਕੇ ਆਲਰੇਡੀ ਸਰਪੰਚੀ ਦਾ ਅਸੀਂ ਕੋਈ ਬਾਹਲਾ ਵੱਡੇ ਮਾਰਜਨ ਨਾਲ ਨਹੀਂ ਸੀ ਸਿਰਫ 42 ਵੋਟਾਂ ਦੇ ਮਾਰਜਨ ਨਾਲ ਅਸੀਂ ਹਰੇ ਸੀਗੇ ਹੁਣ ਵੀ ਸਾਡੇ ਨਾਲ ਰਾਣਾ ਨੈਣ ਸਿੰਘ ਨਾੜਾ ਨਰਦੇਵ ਜੀ ਖੜੇ ਆ ਜਿਨ੍ਹਾਂ ਨੇ ਪਿਛਲਾ ਸਰਪੰਚੀ ਦਾ ਇਲੈਕਸ਼ਨ ਲੜਿਆ ਆ ਔਰ ਸਾਡੇ ਕੋਲ ਕੈਂਡੀਡੇਟ ਬਹੁਤ ਹੈ ਮੇਰਾ ਟਾਰਗੇਟ ਕੋਈ ਸਰਪੰਚੀ ਇਲੈਕਸ਼ਨ ਲੜਨ ਦਾ ਨਹੀਂ ਹੈਗਾ ਮੇਰਾ ਟਾਰਗੇਟ ਆ ਕਿਉਂਕਿ ਮੈਂ ਇੱਥੇ ਜੰਮਿਆ ਮੈਂ ਇੱਥੇ ਮਰਨਾ ਮੇਰੀ ਭਾਵਨਾ ਇੱਥੇ ਜੁੜੀ ਆ ਮੈਂ ਚਾਹੁੰਦਾ ਕਿ ਮੇਰੇ ਨਗਰ ਦੀ ਡਿਵੈਲਪਮੈਂਟ ਹੋਣੀ ਚਾਹੀਦੀ ਆ ਇਹੀ ਭਾਵਨਾ ਨਾਲ ਮੇਰੇ ਸਾਰੇ ਜਿਹੜੇ ਸਤਿਕਾਰਯੋਗ ਸਿਆਣੇ ਬਜ਼ੁਰਗ ਆ ਸਾਡੇ ਨਾਲ ਹੈ ਰਾਣਾ ਜਿਹੜੇ ਤੁਰੇ ਹੋਏ ਆ ਸੋ ਇਹੀ ਸਾਡੀ ਭਾਵਨਾ ਹੋਰ ਕੋਈ ਮੈਂ ਬਸ ਵਿੱਚ ਸਵਾਲ ਆ ਰਹੇ ਨੇ ਉਹ ਵੀ ਪੁੱਛਣਾ ਚਾਹੁੰਦਾ ਮੈਂ ਇਹਨਾਂ ਨਾਲ ਵੀ ਗੱਲ ਕਰਾਂਗਾ ਜ਼ਰੂਰ ਕਿਉਂਕਿ ਇਹਨਾਂ ਨੇ ਬੜੇ ਅੱਛੇ ਇਸ਼ੂਜ਼ ਪਹਿਲਾਂ ਗੱਲ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਰੇਜ਼ ਕੀਤੇ ਸੀ ਸਰ ਉਹਨਾਂ ਨਾਲ ਵੀ ਗੱਲ ਕਰਾਂਗੇ ਪਰ ਮੈਂ ਇੱਕ ਚੀਜ਼ ਜ਼ਰੂਰ ਪੁੱਛਣੀ ਚਾਹੁੰਦਾ ਵਿੱਚ ਕਮੈਂਟ ਆ ਰਹੇ ਨੇ ਉਹ ਕਹਿ ਰਹੇ ਨੇ ਕਿ ਭਲਵਾਨ ਜੀ ਜਿਹੜੇ ਕੰਮ ਕੀਤੇ ਉਹ ਵੀ ਗਿਣਾ ਦਿਓ ਜਿਹੜੇ ਨਹੀਂ ਕੀਤੇ ਤੁਸੀਂ ਉਹੀ ਦੱਸ ਰਹੇ ਹੋ ਤੁਸੀਂ 5-7 ਕੰਮ ਉਹ ਗਿਣਾਤੇ ਜਿਹੜੇ ਨਹੀਂ ਕੀਤੇ 15 ਵੀ ਜਿਹੜੇ ਕੰਮ ਕੀਤੇ ਉਹ ਵੀ ਗਿਣਾ ਦਿਓ ਮੈਂ ਤੁਹਾਨੂੰ ਉਹੀ ਕਹਿ ਰਿਹਾ ਜੀ ਕਿ ਜੇਕਰ 15-20 ਕੰਮ ਸਰਪੰਚ ਨੇ ਕੀਤੇ ਅਸੀਂ ਤਾਂ ਕਹਿੰਦੇ ਲਾਈਵ ਡਿਬੇਟ ਕਰ ਲਓ ਬੜੀ ਵਧੀਆ ਖੁੱਲੀ ਜਗ੍ਹਾ ਆ ਇਹਨਾਂ ਨੇ ਕੁਝ ਨਹੀਂ ਕੀਤਾ ਜਿੱਥੇ ਕੀਤਾ ਇਸ ਪੰਚਾਇਤ ਨੇ ਜਿਹੜੇ ਮੇਰੇ ਵੀਰ ਕਮੈਂਟ ਕਰ ਰਹੇ ਆ ਉਹਦੀ ਮੈਂ ਜਾਣਕਾਰੀ 'ਚ ਵਾਧਾ ਕਰਦਾ ਪਿਛਲੇ ਸਮੇਂ ਦੇ ਵਿੱਚ ਇਸ ਪੰਚਾਇਤ ਨੇ ਵਾਲਮੀਕ ਮਹੱਲੇ ਦਾ ਛੱਪੜ ਸਾਫ਼ ਕੀਤਾ ਉਹ ਛੱਪੜ ਕਾਗਜ਼ਾਂ 'ਚ ਹੀ ਸਾਫ਼ ਕਰ ਦਿੱਤਾ
ਔਰ ਉਹਦਾ ਮਤੇ ਪਾ ਦਿੱਤੇ ਗਏ। ਜੀਸੀਬੀ ਵਾਲਾ ਫ੍ਰੀ ਦੇ ਵਿੱਚ ਹੀ ਮਤਲਬ ਉਸ ਤਰ੍ਹਾਂ ਦੇ ਜਿਹੜੇ ਮਤੇ ਪਾ ਕੇ ਉਹਦੇ ਬਿੱਲ ਲਾ ਦਿੱਤੇ ਗਏ। ਐਸਡੀਐਮ ਮੈਡਮ ਨਵਾਂ ਸ਼ਹਿਰ ਜਗਜੀਵਨਜੋਤ ਕੌਰ ਹੁਣਾਂ ਨੇ ਉਹਦੀ ਇਨਕੁਆਇਰੀ ਕੀਤੀ ਔਰ ਇਸ ਪੰਚਾਇਤ ਦਾ ਜਿਹੜਾ ਗਵਨ ਹੈ ਉਹ ਸਾਬਤ ਹੋਇਆ, ਕਲੀਅਰ ਹੋਇਆ ਔਰ ਇਹਨਾਂ ਤੇ ਪਰਚਾ ਦਰਜ ਹੋਣ ਦੀਆਂ ਸਿਫਾਰਿਸ਼ਾਂ ਹੋਈਆਂ। ਮਿਹਨਤਾਂ ਕਰਕੇ ਮਾਫੀਆ ਮੰਗ ਕੇ ਪੰਚਾਇਤ ਛੁੱਟੀ ਆ। ਇਹ ਕੰਮ ਜਿਹੜੇ ਤੁਸੀਂ ਦੱਸ ਰਹੇ 10-15 ਕੋਈ 10-15 ਕੰਮ ਤਾਂ ਹੋਏ ਨਹੀਂ। ਜਿਹੜਾ ਇੱਕਾ ਦੁੱਕਾ ਕੰਮ ਹੋਇਆ ਉਹ ਵੀ ਇਹਨਾਂ ਨੇ ਆਪਣੇ ਜੇਬਾਂ ਭਰਨ ਲਈ ਕੰਮ ਕੀਤਾ। ਦਿਸ ਇਜ਼ ਵੈਰੀ ਇਲੌਜੀਕਲ। ਅਗਰ ਛੱਪੜ ਕੱਲ ਫਿਰ ਬਣਦਾ, ਜਿਵੇਂ ਇਹਨਾਂ ਨੇ ਦੱਸਿਆ ਕਿ ਸਰਕਾਰ ਨੇ ਕਿਹਾ ਛੱਪੜਾਂ ਦੀ ਰੂਪ ਰੇਖਾ ਉਹੀ ਰਹੇਗੀ, ਤਾਂ ਵਿੱਚ ਬਾਥਰੂਮ ਆਣਗੇ ਤਾਂ ਫਿਰ ਛੱਪੜ ਕਿਵੇਂ ਜੀ? ਮੈਂ ਸਮਝਾਣਾ ਜੀ, ਇਹ ਜਿਹੜਾ ਛੱਪੜ ਹੈ ਨਾ, ਇਹਦੇ ਦੋ ਪਾਰਟ ਆ। ਇਹ ਜਿਹੜਾ ਪਹਾੜ ਵਾਲਾ ਪਾਸਾ, ਇੱਥੇ ਪਹਿਲਾਂ ਬੋਰਡ ਹੁੰਦਾ ਸੀ, ਇਹ ਨੰਬਰ ਵੱਖਰਾ ਆ ਇੰਨਾ, ਜਿਹਦੇ ਵਿੱਚ ਇਹਨਾਂ ਨੇ ਇਹ ਬਾਥਰੂਮ ਬਣਾਤਾ। ਇਹ ਆਹ ਜਗ੍ਹਾ ਜਿਹੜੀ ਛੱਪੜ ਦੀ ਆ, ਇਹਦੇ ਬਾਅਦ ਦੂਸਰਾ ਇਹ ਜਿਹੜਾ ਬਾਥਰੂਮ ਆ, ਇੱਥੇ ਇੱਕ ਸਮੇਂ ਅਸੀਂ ਪਲੈਨਿੰਗ ਕੀਤੀ ਸੀ, ਮੈਂ ਵੀ ਉਸ ਵੇਲੇ ਪੰਚਾਇਤ ਮੈਂਬਰ ਸੀ, ਪਲੈਨਿੰਗ ਕੀਤੀ ਸੀ ਵੀ ਇੱਥੇ ਇੱਕ ਪਿੰਡ ਦੇ ਜਿਹੜੇ ਬਜ਼ੁਰਗ ਬੰਦੇ ਆ ਉਹਨਾਂ ਦੇ ਬੈਠਣ ਨੂੰ ਪਾਰਕ ਬਣਾ ਦਿੱਤਾ ਜਾਵੇ, ਤਾਂ ਇੱਧਰਲੇ ਪਾਸੇ ਛੱਪੜ ਦੀ ਸਫਾਈ ਕਰਕੇ ਵਿੱਚ ਸਾਫ਼ ਪਾਣੀ ਛੱਡ ਕੇ ਇੱਕ ਪੌਂਡ ਬਣਾ ਦਿੱਤਾ ਜਾਏ ਜਿੱਥੇ ਲੋਕੀ ਸ਼ਾਮ ਨੂੰ ਬੈਂਚਾਂ ਦੇ ਉੱਤੇ ਬੈਠ ਸਕਣ। ਉਹਦੇ ਲਈ 7.5 ਲੱਖ ਰੁਪਇਆ ਉਸ ਮੌਕੇ ਦੀ ਪੰਚਾਇਤ ਮਤਲਬ ਸਰਕਾਰ ਨੇ ਦਿੱਤਾ ਸੀ। ਇਹਦੇ ਪਰਲੇ ਪਾਸੇ ਪੱਥਰ ਵੀ ਲੱਗਿਆ ਹੋਇਆ, ਪਰਲੀ ਕੰਧ ਬਣ ਗਈ, ਪਰ ਉਹ ਤੋਂ ਬਾਅਦ ਬਾਕੀ ਦੇ ਜਿਹੜੇ ਖੁਰਦ-ਬੁਰਦ ਹੋ ਗਿਆ। ਸੋ ਇਸ ਕਰਕੇ ਜਿਹੜਾ ਗੱਬੇ ਕਰਕੇ ਇਹ ਬਣਾਤਾ ਬਾਥਰੂਮ, ਇਹ ਸਾਰੀ ਪੰਚਾਇਤ ਦੀ ਜਗ੍ਹਾ ਜੀ ਇਹ? ਹਾਂਜੀ, ਸੋਸਾਇਟੀ ਦੀ, ਕੋਆਪਰੇਟਿਵ ਸੋਸਾਇਟੀ ਜਾਲੜਾ ਦੀ ਜਗ੍ਹਾ। ਸੋ ਉਹ ਜਿਹੜਾ ਗੱਬੇ ਬਣਾ ਕੇ ਨਾ, ਉਹ ਪਾਰਕ ਵਾਲੀ ਜਗ੍ਹਾ ਦਾ ਸੱਤਿਆਨਾਸ਼ ਜਿਹੜਾ ਕਰ ਦਿੱਤਾ। ਉਹ ਇੱਕ ਪਾਸੇ ਵੀ ਬਣਾਇਆ ਜਾ ਸਕਦਾ ਸੀ, ਪਰ ਉਹ ਬਣਾਇਆ ਬਿਲਕੁਲ ਗੱਬੇ ਆ। ਜਦ ਕਿ ਇੱਥੇ ਲੋੜ ਤਾਂ ਇਸ ਗੱਲ ਦੀ ਸੀ, ਜਿਹੜੇ ਬਾਹਰੋਂ ਕਸਟਮਰ ਆਉਂਦੇ ਆ ਮਾਰਕੀਟ ਦੇ ਵਿੱਚ, ਉਹ ਕਸਟਮਰਾਂ ਨੂੰ ਜਿਹੜੇ NRI ਵਗੈਰਾ ਹੁੰਦੇ ਆ, ਜੇ ਬਾਥਰੂਮ ਕਿਤੇ ਜਾਣਾ, ਉਹ ਕੋਈ ਜਗ੍ਹਾ ਨਹੀਂ ਸੀ ਬਾਜ਼ਾਰ ਦੇ ਵਿੱਚ, ਉਹ ਬਾਜ਼ਾਰ ਦੇ ਵਿੱਚ ਕਿਤੇ ਬਣਾਉਣੀ ਚਾਹੀਦੀ ਸੀ ਜਗ੍ਹਾ। ਤੁਸੀਂ ਕਿਉਂ ਹੱਥ ਜੋੜ ਰਹੇ ਹੋ ਜੀ? ਕਿਉਂ ਹੱਥ ਜੋੜ ਰਹੇ ਹੋ? ਕੁਛ ਤਾਂ ਇੱਕ ਤਾਂ ਇਹ ਸਾਡੇ ਪੰਜਾਬ 'ਚ ਮੁੱਦਾ ਬਹੁਤ ਰੇਜ਼ ਹੋਣਾ ਚਾਹੀਦਾ ਸੀ ਬੈਗਰ ਦਾ, ਕਿਉਂਕਿ ਇਹ ਸਿਰਫ ਮੰਗਦੇ ਹੀ ਰਹਿੰਦੇ ਨੇ ਜੀ। ਕੋਈ ਨਹੀਂ, ਕੋਵਿਡ ਹੋ ਰਿਹਾ ਜੀ, ਹੁਣ ਕੱਲੀ ਪਾਰਟੀ ਨੇ ਆਣਾ ਤੁਹਾਡੇ ਕੋਲ ਰਾਸ਼ਨ ਲੈ ਕੇ ਜੀ। ਸਫਾਈ ਦਿਖਾਓ ਦਿਓ, ਦੇਖੋ ਕਿਆ ਬੁਰਾ ਹਾਲ ਹੈ ਜੀ ਸਫਾਈ ਦਾ। ਇੱਥੇ ਸਾਰਾ ਪਿੰਡ ਦਾ ਗੰਦ, ਮਹੱਲੇ ਦਾ ਸਾਰਾ ਮੋਹਰੇ ਸਿੱਟਿਆ ਜਾਂਦਾ, ਕਿਉਂਕਿ ਅਸੀਂ ਇੱਥੇ ਸਾਡੇ ਜਿਹੜਾ ਐਪੋਜੀਸ਼ਨ ਦਾ ਪੈਂਚ ਹੈ ਉਹਦੇ ਬਣਨ ਦਾ ਇਹ ਸਜ਼ਾ ਮਿਲ ਰਹੀ ਹੈ ਜੀ ਸਾਨੂੰ। ਸਾਡੇ ਇਹ ਘਰ ਲੱਗਦੇ ਆ ਨਾਲ, ਤੇ ਇੱਥੇ ਸੁਦਾ ਗੰਦ ਹੈ। ਪਰ ਮੈਨੂੰ ਇੱਕ ਚੀਜ਼ ਸਮਝਾਓ ਸਰ, ਅਗਰ ਸਰਪੰਚ ਕਾਂਗਰਸ ਦਿੰਦਾ ਫਿਰ ਇਹ ਸਫਾਈ ਹੋ ਜਾਂਦੀ? ਨਹੀਂ, ਸਫਾਈ ਤਾਂ ਹੋਣੀ ਚਾਹੀਦੀ ਹੈ ਜੀ, ਕਿਉਂਕਿ ਜਦ ਸਰਪੰਚੇ ਬਣ ਗਿਆ ਫਿਰ ਤਾਂ ਉਹਨੂੰ ਇਦਾਂ ਦੀ ਰੱਖਣੀ ਨਹੀਂ ਚਾਹੀਦੀ, ਸਾਰਿਆਂ ਲਈ ਇੱਕੋ ਜਿਹਾ ਹੋਣਾ ਚਾਹੀਦਾ। ਤੇ ਇਹ ਜਾਣ ਕੇ ਸਾਡੇ ਨਾਲ ਦੇਸ਼ ਭਾਵਨਾ ਕੀਤੀ ਜਾਂਦੀ ਹੈ, ਕਿਉਂਕਿ ਇਹ ਸਜ਼ਾ ਮਿਲ ਰਹੀ ਸਾਨੂੰ ਵੀ ਇੱਥੇ ਐਪੋਜੀਸ਼ਨ ਦਾ ਪੈਂਚ ਕਿਉਂ ਬਣ ਰਿਹਾ। ਆਹ ਹੈ ਜੀ ਗੱਲਬਾਤ ਜੀ ਸਰ। ਗਲੀ ਦਿਖਾ ਦਿਓ ਜਿਹੜੀ ਤ੍ਰਿਪਤਾ ਦੇਵੀ ਦੀ ਇਹਨਾਂ ਨੇ ਨਹੀਂ ਬਣਾਈ ਪੰਚ ਜੀ। ਤੇ ਚਲੋ ਆਪਾਂ ਜਲਦੀ ਵੀਡੀਓ ਨੂੰ ਰੈਪ ਅਪ ਵੀ ਕਰਨਾ ਹੈ ਜੀ। ਇਹ ਮੈਮ ਉਹਨਾਂ ਦੀ ਗਲੀ ਹੈ ਜੀ, ਤ੍ਰਿਪਤਾ ਜੀ ਦੀ। ਨਾਲੀਆਂ ਦਾ ਦੇਖੋ ਜੀ ਕਿਆ ਹਾਲ ਹੈ। ਇੱਥੇ ਨਾਲੀ 3-3 ਫੁੱਟ ਡੂੰਘੀ ਹੈ, ਇੱਥੇ ਕੋਈ ਬੱਚਾ ਡਿੱਗ ਜਵੇ ਤਾਂ ਨਿਕਲ ਨਹੀਂ ਸਕਦਾ ਜੀ ਵਿੱਚੋਂ। ਬਹੁਤ ਬੁਰਾ ਹਾਲ ਹੈ ਨਾਲੀਆਂ ਦਾ, ਕਦੀ ਬਣਾਈਆਂ ਨਹੀਂ ਜੀ ਇਹ 20 ਸਾਲ 25 ਹੋ ਗਏ ਸਾਡੀਆਂ ਨਾਲੀਆਂ ਨਹੀਂ ਦੇਖਿਆ। ਇਸ ਕਰਕੇ ਤਾਂ ਨਹੀਂ ਰੱਖਿਆ, ਅਗਰ ਪੁਰਾਣੀ ਫਿਲਮਾਂ ਦੀ ਸ਼ੂਟਿੰਗ ਹੋਣੀ ਤਾਂ ਇੱਥੇ ਆ ਕੇ ਕਰ ਲਵੇ, ਪੰਚਾਇਤ ਨੂੰ ਥੋੜੇ ਪੈਸੇ ਪੂਸੇ ਮਿਲ ਜਾਣ। ਆਹ ਦੇਖੋ ਅੱਗੇ ਆ ਜਾਓ, ਇਹ ਉਹ ਘਰ ਤ੍ਰਿਪਤਾ ਦੇਵੀ ਦਾ ਉਧਰਲੇ ਪਾਸੇ ਜੀ, ਤਾਂ ਇਹ ਜਿਹੜਾ ਵਾਰਡ ਹੈ ਤ੍ਰਿਪਤਾ ਦੇਵੀ ਦਾ। ਅੱਛਾ, ਹੁਣ ਇਹ ਆ ਵੀ ਆਹ ਗਲੀ ਜਿਹੜੀ ਸਾਰੀ ਦੀ ਸਾਰੀ ਕੰਪਲੀਟ, ਇਸ ਕਰਕੇ ਖਾਲੀ ਉਹ ਤੋਂ ਬਾਅਦ ਚੱਲਦੇ ਡੇਂਗੂ ਖਾਲਾ ਤੁਹਾਨੂੰ ਦਿਖਾਉਂਦੇ ਆ। ਇਹ ਗਲੀ ਜਿਹੜੀ ਗਾਹਾਂ ਤੱਕ ਜਾ ਕੇ ਇਹ ਸਾਰੀ ਦੀ ਸਾਰੀ ਇਦਾਂ ਹੀ ਇੱਟਾਂ ਦੀ ਰਹਿ ਗਈ, ਇਹਦੇ ਵਿੱਚ ਬਲੋਕ ਨਹੀਂ ਲਾਏ, ਜਦ ਕਿ ਸਾਰੀ ਇਹਦੇ ਨਾਲ ਆਹ ਦੇਖਿਓ ਆਹ ਗਲੀ ਜੀ, ਆਹ ਗਲੀ ਉਹ ਸਤੀਸ਼ ਸਿੰਘ ਦਾ ਘਰ ਆ, ਸਤੀਸ਼ ਕੁਮਾਰ ਦਾ, ਉਹ ਉਧਰ ਨੂੰ ਜਾਂਦੀ ਹੈ, ਇਸ ਕਰਕੇ ਨਹੀਂ ਬਣਾਈ। ਉਹ ਗਾਹਾਂ ਫੇਰ ਇੱਕ ਗਲੀ ਇੱਧਰ ਨੂੰ ਨਿਕਲਦੀ ਆ, ਉਹ ਵੀ ਨਹੀਂ। ਮਤਲਬ ਸਾਡੇ ਵਾਰਡ ਦੀ ਬਿਲਕੁਲ ਹੀ ਕੋਈ ਗਲੀ ਨਹੀਂ ਇਹਨਾਂ ਨੇ ਬਣਾਈ। ਸਫਾਈ ਨਹੀਂ ਜੀ ਇੱਥੇ ਦੇ ਵਾਰਡ ਦੀ ਸਾਡੀ ਕਰਾਈ, ਕਦੀ ਵੀ ਸਫਾਈ ਕਰਮਚਾਰੀ ਵੀ ਨਹੀਂ ਆਉਂਦੇ, ਆਇਆ ਹੀ ਨਹੀਂ ਜੀ ਇੱਥੇ ਸਾਡੇ। ਚਲੋ ਪੂਰੀ ਇਹਨਾਂ ਦੀ ਗੱਲ ਸੁਣ ਲਈ, ਕਹਿੰਦੇ ਸਫਾਈ ਕਰਮਚਾਰੀ ਵੀ ਨਹੀਂ ਆਇਆ। ਹੁਣ ਸਰ ਕਿਹੜੀ ਲੋਕੇਸ਼ਨ ਤੇ ਲੈ ਕੇ ਜਾ ਰਹੇ ਹੋ? ਡੇਂਗੂ ਖਾਣਾ ਦਿਖਾਣਾ ਇਸ ਤੋਂ ਬਾਅਦ ਜਿਹੜਾ ਹੁਣ ਆਪਾਂ ਤੁਹਾਨੂੰ ਨਾ ਇੱਕ ਜਾੜਲੇ ਦਾ ਬੜਾ ਫੇਮਸ ਖਾੜਾ ਹੈ ਡੇਂਗੂ ਖਾੜਾ, ਜਿੱਥੋਂ ਡੇਂਗੂ ਪਲਪਦਾ ਬਣਦਾ, ਡੇਂਗੂ ਦਾ ਲਾਰਵਾ ਬਣਦਾ। ਸਾਡੀ ਅੱਜ ਦੀ ਸਰਕਾਰ ਹੈ ਜਿਹੜੀ ਬੜੇ ਵੱਡੇ ਪੈਕੇਜ ਨੇ ਜਾਰੀ ਕੀਤੇ ਆ ਡੇਂਗੂ ਦੇ ਉੱਤੇ, ਕਿ ਡੇਂਗੂ ਦੀ ਰੋਕਥਾਮ ਕਰਨੀ ਹੈ, ਡੇਂਗੂ ਲਈ ਆਹ ਕਰਨਾ, ਡੇਂਗੂ ਲਈ ਉਹ ਕਰਨਾ।
ਪਰ ਸਾਡੀਆਂ ਸਰਕਾਰਾਂ ਇਹ ਜਿਹੜਾ ਹੈਲਥ ਮਹਿਕਮਾ ਜਾਗਦਾ ਹੀ ਉਦੋਂ ਆ ਜਦੋਂ ਬਿਮਾਰੀ ਇੰਨੇ ਵੱਡੇ ਲੈਵਲ ਤੇ ਵੱਧ ਜਾਂਦੀ ਆ। ਸੋ ਇਹੋ ਜਿਹਾ ਇੱਕ ਖਾਲਾ ਬਣਿਆ ਜਿਹੜਾ ਪਿੰਡ ਦੇ ਵਿੱਚ, ਜਿਹੜਾ ਕਿ ਪਿੰਡ ਦੇ ਨਿਕਾਸੀ ਲਈ, ਪਿੰਡ ਦੇ ਸੁਧਾਰ ਲਈ ਬਣਾਇਆ ਗਿਆ ਸੀ, ਪਰ ਅੱਗੋਂ ਜਾ ਕੇ ਪੰਚਾਇਤ ਨੇ ਇਸ ਦਾ ਕੋਈ ਸਾਂਭ ਸੰਭਾਲ ਨਹੀਂ ਕੀਤੀ। ਉਹ ਤੁਹਾਨੂੰ ਅਸੀਂ ਦਿਖਾਉਂਦੇ ਕਿ ਉਸ ਦੇ ਵਿੱਚ ਵੱਡੇ ਲੈਵਲ ਤੇ ਜਿਹੜਾ ਪਾਣੀ ਖੜ ਜਾਂਦਾ, ਜਦੋਂ ਪਾਣੀ ਨਿੱਤਰ ਜਾਂਦਾ, ਸਾਫ਼ ਪਾਣੀ ਉੱਪਰ ਹੋ ਜਾਂਦਾ, ਤੇ ਆਪਾਂ ਨੂੰ ਪਤਾ ਸਾਫ਼ ਪਾਣੀ 'ਚ ਫਿਰ ਡੇਂਗੂ ਜਿਹੜਾ ਮੱਛਰ ਹੈ ਉਹ ਪੈਦਾ ਹੁੰਦਾ, ਤੇ ਜਿਹੜਾ ਜਾੜਲੇ ਦੀ ਸਾਰੀ ਜਨਤਾ ਆ ਉਸ ਨੂੰ ਬਿਮਾਰ ਕਰਦਾ। ਲੱਖਾਂ ਹਜ਼ਾਰਾਂ ਰੁਪਈਆ ਲਾ ਕੇ ਜਿਹੜੇ ਲੋਕ ਇਸ ਬਿਮਾਰੀ ਤੋਂ ਨਿਜਾਤ ਪਾਉਂਦੇ ਆ, ਕਈ ਤਾਂ ਵਿਚਾਰੇ ਫਿਰ ਅੱਲਾ ਪਿਆਰਾ ਵੀ ਹੋ ਜਾਂਦੇ ਆ। ਤੇ ਸਾਰਾ ਜਿਹੜਾ ਸਿਹਰਾ ਆ ਇਹ ਸਾਡੀ ਮੌਜੂਦਾ ਸਰਪੰਚ ਜਿਹੜੇ ਆ ਤੇ ਪੰਚਾਇਤ ਆ ਉਸ ਨੂੰ ਜਾਂਦਾ ਆ। ਤੇ ਹਾਲ ਦੇਖੋ ਤੁਸੀਂ ਇਸ ਖਾਲੇ ਦਾ, ਇਹਦੇ ਵਿੱਚ ਕਿੰਨੀ ਵੱਡੀ ਜਿਹੜੀ ਡਿੱਬ ਖੜੀ ਆ। ਤੇ ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਨਰੇਗਾ ਦਾ ਪੈਸਾ ਕਿੱਥੇ ਜਾਂਦਾ, ਨਰੇਗਾ ਦੇ ਜਿਹੜੇ ਹੈਗੇ ਆ ਮੈਂਬਰਸ ਉਹ ਕਿੱਥੇ ਸਫਾਈਆਂ ਕਰਦੇ ਆ। ਹਾਲ ਦੇਖੋ, ਇਹ ਆ ਡੇਂਗੂ ਖਾਲਾ। ਇਧਰੋਂ ਤੁਸੀਂ ਦੇਖੋਗੇ, ਇਧਰੋਂ ਨਿਗਾਹ ਮਾਰੋਗੇ, ਇਹ ਹਾਲ ਹੈ ਜਾੜਲੇ ਦਾ। ਤੇ ਇੰਨੀ ਸੁਚੱਜੀ ਸਾਡੀ ਪੰਚਾਇਤ ਹੈਗੀ ਆ। ਤੇ ਜਿਹੜੇ ਮੇਰੇ ਵੀਰ ਇੱਥੇ ਵੀ ਹੈ, ਬਿਲਕੁਲ ਸਾਰੇ ਪਾਸੇ ਬਸੋ ਹੈ। ਔਰ ਇੱਕ ਬੰਦਾ ਵੀ ਰਹਿੰਦਾ ਹੋਵੇ ਪਰ ਉਹਦੇ ਅਸੀਂ ਜ਼ਿੰਦਗੀ ਨੂੰ ਖਤਰੇ 'ਚ ਨਹੀਂ ਪਾ ਸਕਦੇ। ਔਰ ਸਭ ਤੋਂ ਵੱਡੀ ਗੱਲ ਇਹ ਹੈ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਸ ਤੋਂ ਬਾਅਦ ਮੈਂ ਸਮਝਦਾ ਕਿ ਤੁਹਾਡਾ ਸਮਾਂ ਅਸੀਂ ਬਹੁਤ ਜ਼ਿਆਦਾ ਲੈ ਲਿਆ। ਇਹ ਇੱਥੋਂ ਦੇ ਮੌਜੂਦਾ ਪੰਚ ਜਿਨ੍ਹਾਂ ਦਾ ਮੁਕੱਦਮਾ, ਜਿਨ੍ਹਾਂ ਦਾ ਮੁੱਦਾ DDPO ਸਾਹਿਬ ਰੋਪੜ ਕੋਲ ਚੱਲ ਰਿਹਾ ਆ, ਉਹਨਾਂ ਨੇ ਛੱਪੜ ਤੇ ਆਪਣੀਆਂ ਨਜਾਇਜ਼ ਕਬਜ਼ੇ ਕਰਕੇ ਮਕਾਨ ਛੱਪੜਾਂ ਦੇ ਵਿੱਚ ਪਾਏ ਆ। ਉਹ ਵੀ ਚੱਲ ਰਿਹਾ ਵਿੱਚ ਮਕਾਨ ਬਿਲਕੁਲ। ਉਹ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਛੱਪੜ ਦੇ ਜਿਹੜੇ ਕਾਰਨਰਾਂ ਦੇ ਉੱਤੇ ਉਹਨਾਂ ਨੇ ਆਪਦੇ ਮਕਾਨ ਪਾ ਕੇ ਆਪਣੀ, ਜਦੋਂ ਸੱਤਾ ਦੇ ਵਿੱਚ ਸੀ, ਅੱਜ ਵੀ ਹੈਗੇ ਆ। ਪਰ ਉਹਨਾਂ ਨੂੰ ਡਰ ਨਹੀਂ ਲੱਗਦਾ ਕਿ ਛੱਪੜ ਦੇ ਵਿੱਚ ਮਕਾਨ ਪਾ ਲੇ? ਦੇਖੋ ਡਿਕਟੇਟਰ ਤਾਂ ਡਿਕਟੇਟਰਸ਼ਿਪ ਹੀ ਹੁੰਦੀ ਨਾ, ਜਿਹਨੇ ਡਿਕਟੇਟਰਸ਼ਿਪ ਕਰਨੀ ਜਿਹਨੂੰ ਕੋਈ ਪੁੱਛੇ ਨਹੀਂ ਸਕਦਾ। ਅੱਜ ਸਾਰੇ ਜਾਗੇ ਆ, ਹੁਣ ਉਹ ਜਵਾਬ ਦੇ ਉਹਨੂੰ ਦੇਣੇ ਪੈਣੇ ਆ। ਤੇ ਅੱਗੇ ਮੈਂ ਕਹਿੰਦਾ ਵੀ 2 ਮਿੰਟ ਰਾਣਾ ਜੀ ਕਰਨ ਤੇ ਫਿਰ ਅਸੀਂ ਤੁਹਾਨੂੰ ਛੱਪੜ ਦਿਖਾਵਾਂਗੇ। ਆਓ ਸਰ ਚੱਲ। ਮੱਛਰ ਵੀ ਆ ਗਏ ਤੁਹਾਡੇ ਕੁੜਤੇ ਤੇ, ਇਹਨੂੰ ਪਲੀਜ਼ ਸਾਫ਼ ਕਰ ਲਓ। ਇੱਥੇ ਡੇਂਗੂ ਮੱਛਰ ਆ ਜੀ। ਨਿਕਲੀਏ ਅਸੀਂ ਵੀ, ਸਾਡੀ ਜਾਨ ਵੀ ਖਤਰੇ ਵਿੱਚ ਨਜ਼ਰ ਆ ਰਹੀ ਹੈ ਜੀ। ਸਰ ਅੱਗੇ ਆ ਜਾਓ ਰਾਣਾ ਜੀ। ਇਹ ਖਾਲਾ ਜਿਹੜਾ ਜੀ, ਇਹਨੂੰ ਡੇਂਗੂ ਖਾਲਾ ਕਹਿੰਦੇ ਆ ਸਾਡੇ ਪਿੰਡ ਦੇ ਲੋਕ, ਆਲੇ ਦੁਆਲੇ ਦੇ ਲੋਕ ਵੀ ਕਹਿੰਦੇ ਆ। ਵੈਸੇ ਸਾਡਾ ਜਿਹੜਾ ਨਗਰ ਆ ਬਹੁਤ ਹੀ ਵਧੀਆ ਨਗਰ ਆ, ਇਹਦੇ ਬਹੁਤ ਬੁੱਧੀਜੀਵੀ ਲੀਡਰ ਸਾਰੇ ਰਹਿੰਦੇ ਆ, ਬਹੁਤ ਨਾਈਸ ਪਿੰਡ ਆ ਇਹ। ਪਰ ਇੱਥੇ ਜਿਹੜੀ ਇਸ ਪੰਚਾਇਤ ਤੋਂ ਪਿਛਲੀ ਪੰਚਾਇਤ ਸੀਗੀ ਨਾ, ਉਹਨੇ 27.5 ਲੱਖ ਰੁਪਇਆ ਇਸ ਖਾਲੇ ਦੇ ਉੱਤੇ ਖਰਚਿਆ। ਠੀਕ ਹੈ ਜੀ, ਪੂਰਾ 27.5 ਲੱਖ ਰੁਪਇਆ। 27.5 ਲੱਖ 'ਚ ਕੀ ਦਿੱਤਾ? ਕੀ ਹੈ ਜੀ ਦਿੱਤਾ? ਇਹ ਆ ਵੀ ਡੇਂਗੂ 27.5 ਲੱਖ ਦੇ ਪਿੰਡ ਨੂੰ ਡੇਂਗੂ ਦਾ ਜਿਹੜਾ ਦਿੱਤਾ। ਇਹਦੇ ਵਿੱਚ ਲਗਭਗ 3-3 ਫੁੱਟ ਪਾਣੀ ਜਿਹੜਾ ਐਦਾਂ ਹੀ ਖੜਾ ਰਹਿੰਦਾ, ਜਿਹੜਾ ਨਿੱਤਰ ਜਾਂਦਾ, ਨਿੱਤਰ ਕੇ ਉਹਦੇ ਉੱਤੇ ਜਿਹੜਾ ਡੇਂਗੂ ਦਾ ਮੱਛਰ ਜਿਹੜਾ ਲਾਰਵਾ ਪੈਦਾ ਹੋ ਜਾਂਦਾ। ਉਹ ਫਿਰ ਪਹਿਲਾਂ ਜਿਹੜਾ ਸਟਾਰਟਿੰਗ ਆ ਨਾ ਡੇਂਗੂ ਦੀ ਸਾਡੇ ਪਿੰਡ ਦੇ ਵਿੱਚ ਹੁੰਦੀ, ਉਹ ਇੱਥੇ ਸਾਡੇ ਮੁਹੱਲੇ ਤੋਂ ਹੁੰਦੀ ਆ। ਉਹ ਸਾਹਮਣੇ ਘਰ ਤ੍ਰਿਪਤਾ ਦੇਵੀ ਦਾ ਜੀ, ਉਹ ਚਿੱਟਾ ਜਿਹਾ ਤ੍ਰਿਪਤਾ ਦੇਵੀ ਦਾ ਘਰ ਹੈ। ਚਲੋ ਇਸ ਕਰਕੇ ਮਤਲਬ ਇਸ ਇਲਾਕੇ ਦੇ ਵਿੱਚ ਡਿਵੈਲਪਮੈਂਟ ਕਰਨੇ ਨੂੰ ਉਹਨਾਂ ਦੀ ਰੂਹ ਨਹੀਂ ਕਰਦੀ। ਕਿਉਂ? ਆਪੋਜੀਸ਼ਨ ਦਾ ਜਿਹੜਾ ਮੈਂਬਰ ਹੈ ਇੱਥੇ, ਤਾਂ ਕਿ ਆਉਣ ਵਾਲੇ ਵਕਤ ਵਿੱਚ ਇਹ ਕਿਹਾ ਜਾਵੇ ਕਿ ਇੱਥੇ ਦੇ ਪੰਚ ਨੇ ਤਾਂ ਕੁਝ ਕੀਤਾ ਹੀ ਨਹੀਂ, ਕੋਈ ਡਿਵੈਲਪਮੈਂਟ ਨਹੀਂ ਕਰਾਉਂਦੇ ਆਪ ਵੀ ਨਹੀਂ, ਕੋਈ ਸਟਰੀਟ ਲਾਈਟ ਨਹੀਂ, ਕੋਈ ਕੁਛ ਨਹੀਂ। ਚਲੋ ਕੋਈ ਨਹੀਂ, ਨੈਕਸਟ ਟਾਈਮ ਅਸੀਂ ਕੋਸ਼ਿਸ਼ ਕਰਾਂਗੇ। ਕਿੱਥੇ ਜਾਣਾ ਮੈਂ ਕੋਈ ਪੁੱਛ ਲੈਣਾ, ਕਿੰਨੀ ਕੁ ਦੂਰ ਹੈ ਤੁਹਾਨੂੰ ਬੱਲ ਅੱਗੇ ਛੱਪੜ ਹੈ, ਕੋ ਦਿਖਾ ਕੇ ਤੁਹਾਡੀ ਸਮਾਪਤੀ ਕਰ ਛੱਪੜ ਬੜੇ ਦੇਖ ਲੈ ਜੀ। ਹੁਣ ਆਡੀਅנס ਨੇ ਵੀ ਤੰਗ ਹੋ ਜਾਣਾ, ਉਹਨਾਂ ਨੇ ਕਹਿਣਾ ਬਾਹਰਲੀ ਕੰਟਰੀ ਤਾਂ ਸੁਣੀ ਤਾਂ ਕਿ ਨਹਿਰਾਂ ਬਹੁਤ ਆ ਜੀ, ਸਮੁੰਦਰ ਬਹੁਤ, ਇੱਥੇ ਛੱਪੜ ਬਹੁਤ ਆ। ਹੁਣ ਉਹ ਛੱਪੜ ਦਿਖਾਣਾ, ਹੁਣ ਤੁਹਾਨੂੰ ਉਹ ਛੱਪੜ ਦਿਖਾਣਾ ਜਿਸ ਦੇ ਵਿੱਚ ਮਾਨਯੋਗ ਹਿਊਮਨ ਰਾਈਟਸ ਕਮਿਸ਼ਨ ਇਨਕੁਆਇਰੀ ਕਰਾ ਰਹੇ ਆ, ਜਿਹਦੇ ਵਿੱਚ ਕੋਠੀਆਂ ਬਸ ਲੱਗੇ ਆ ਬਿਲਕੁਲ, ਜਿਹਦੀਆਂ ਕੋਠੀਆਂ, ਹਾਂ ਗੱਡੀ ਜਾਣਾ, ਵਿੱਚੇ ਬਹਿ ਜਾਓ ਗੱਡੀ, ਜਿਹੜੇ ਕੋਠੀਆਂ ਜਿੱਥੇ ਵਿੱਚ ਬਣੀਆਂ ਉਹ ਤੁਹਾਨੂੰ ਦਿਖਾਣੀ। ਸਾਡੀ ਗੱਡੀ ਨੂੰ ਪਲੀਜ਼ ਤੁਸੀਂ ਲਿਆਓ, ਆਹ ਲਿਆ ਬਾਈ ਜੀ ਵਾਲੀ ਗੱਡੀ, ਆ ਜਾਓ ਆ ਜਾਓ ਰਾਣਾ ਜੀ। ਔਰ ਕਹਿਣ ਦਾ ਮਤਲਬ ਇਹ ਆ ਕਿ ਅਸੀਂ ਕੋਈ ਕਿਸੇ ਨਾਲ ਇੱਥੇ ਪਾਰਟੀਬਾਜ਼ੀ ਨਹੀਂ ਕਰ ਰਹੇ। ਦੇਖੋ ਸਾਰੇ ਪਾਰਟੀਆਂ ਦੇ ਗੱਲਾਂ 'ਚੋਂ ਲੱਗ ਰਿਹਾ ਕਿ ਪਾਰਟੀਬਾਜ਼ੀ ਹੋ ਰਹੀ ਹੈ, ਕਿਉਂਕਿ ਕਮੈਂਟ ਸਾਰੇ ਨੇ। ਦੇਖੋ ਕਮੈਂਟਸ ਤਾਂ ਦੇਖੋ ਪਤਾ ਕੀ ਹੁੰਦਾ, ਸੋਸ਼ਲ ਮੀਡੀਆ ਆ, ਜਿਹਦਾ ਜਿਹੜਾ ਸਪੋਰਟਰ ਹੈ ਉਹਨੂੰ ਅਗਰ ਮੈਂ ਕਿਸੇ ਦੇ ਖਿਲਾਫ ਬੋਲਾਂਗਾ, ਜੇ ਉਹਦਾ ਹੈ ਹੀ ਅੰਧਾ ਭਗਤ ਹੈ, ਤਾਂ ਭਗਤ ਨੇ ਤਾਂ ਆਪਣੇ ਗੁਰੂ ਦਾ ਹੀ ਕਹਿਣਾ, ਉਹਨੇ ਭਗਤ ਨੇ ਤਾਂ ਇਹ ਕਹਿਣਾ ਹੀ ਨਹੀਂ ਮੈਂ ਆਪਣੇ ਗੁਰੂ ਨੂੰ। ਕਿ ਜੀ ਇਹ ਗਲਤ ਆ। ਜਿਹੜੇ ਮੇਰੇ ਵੀਰ ਕਮੈਂਟ ਕਰ ਰਹੇ ਮੇਰੇ ਜੋਗੇ ਸਤਿਕਾਰਯੋਗ ਹੈ ਮੇਰੇ ਲਈ, ਮੈਂ ਇਹ ਚਾਹੁੰਦਾ ਬਾਤ ਨਹੀਂ, ਮੈਂ ਇਹ ਕਹਿਣਾ ਕਿ ਉਹ ਮੇਰੇ ਵੀਰ ਇਹ ਚੀਜ਼ ਨੂੰ ਲੈ ਕੇ ਚੱਲਣ ਨਾਲ ਅੱਗੇ ਆ ਜਾਓ ਜੀ। ਤਾਂ ਹੁਣ ਕਲਾਸ ਲੋਕੇਸ਼ਨ ਤੇ ਜਾਣਾ, ਜਿਹੜੇ ਪਿਛਲੇ ਲੰਬੇ ਸਮੇਂ ਤੋਂ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦੀ ਬੜੀ ਮਿਹਰਬਾਨੀ, ਬੜਾ ਸ਼ੁਕਰੀਆ ਉਹਨਾਂ ਦਾ। ਲੇਕਿਨ ਜਗ੍ਹਾ ਛੱਡ ਦਿਓ ਪਿੱਛੇ, ਇੱਕ 2 ਜਾਣਿਆਂ ਦੀ ਜਗ੍ਹਾ ਛੱਡ ਦਿਓ ਜੀ ਪਿੱਛੇ ਪਲੀਜ਼, ਇਹ ਰਿਕੁਐਸਟ ਹੈ। ਜਦ ਤੱਕ ਸਾਡੀ ਗੱਡੀ ਆਉਂਦੀ ਹੈ, ਇੱਕ ਮੋਰੇ ਇੱਕ ਪਿੱਛੇ, ਹਾਂ ਇੱਕ ਅੱਗੇ ਇੱਕ ਪਿੱਛੇ, ਪਲੀਜ਼ ਸਪੇਸ ਦੇ ਦਿਓ ਜੀ। ਔਰ ਹੁਣ ਇਹਨਾਂ ਨੇ ਕਲਾਸ ਲੋਕੇਸ਼ਨ ਤੇ ਲੈ ਕੇ ਜਾਣਾ, ਜਿਹੜੇ ਛੱਪੜ ਦੀ ਸ਼ਿਕਾਇਤ ਇਹਨਾਂ ਨੇ ਹਿਊਮਨ ਰਾਈਟਸ ਤੱਕ ਪਹੁੰਚਾਈ ਹੈ। ਤ੍ਰਿਪਤਾ ਜੀ ਵੀ ਪਿੱਛੇ ਮੌਜੂਦ ਨੇ, ਉਹ ਗਲੀ ਦੇਖ ਲਈ ਹੈ, ਮਾਤਾ ਜੀ ਤ੍ਰਿਪਤਾ ਜੀ ਪੰਚ ਨੇ, ਔਰ ਦੂਜੇ ਭੈਣ ਜੀ ਵੀ ਨਾਲ ਨੇ। ਔਰ
ਸਾਡੇ ਵੱਲ ਲਿਖਾ ਦਿਓ ਮਾੜਾ ਜੀ ਪਹਿਲਾਂ ਸੰਦੇਸ਼ ਵਾਲਾ ਫਿਰ ਉੱਧਰ। ਚਲੋ ਜੀ ਤੋ ਇਹਨਾਂ ਨੇ ਜਿਵੇਂ ਦੱਸਿਆ ਕਿ ਹਿਊਮਨ ਰਾਈਟਸ ਤੱਕ ਇਹ ਸ਼ਿਕਾਇਤ ਪਹੁੰਚਾ ਚੁੱਕੇ ਨੇ, ਇਹਨਾਂ ਨੂੰ ਆਸ਼ਵਾਸਨ ਮਿਲਿਆ ਹੋਇਆ ਔਰ ਇਹ ਸੰਤੁਸ਼ਟ ਵੀ ਨੇ ਕਿ ਹਿਊਮਨ ਰਾਈਟਸ ਅੱਛਾ ਕੰਮ ਕਰ ਰਿਹਾ, ਸੁਚੱਜਾ ਕੰਮ ਕਰ ਰਿਹਾ। ਪਰ ਹੁਣ ਕਿਹੜੀ ਲੋਕੇਸ਼ਨ ਤੇ ਲੈ ਕੇ ਜਾ ਰਹੇ ਹੋ ਭਲਵਾਨ ਜੀ ਸਾਨੂੰ? ਅਸੀਂ ਤੁਹਾਨੂੰ ਹੁਣ ਜਿਹੜਾ ਪਿੰਡ ਦੇ ਜਿਹੜੇ 2 ਛੱਪੜ ਹੈਗੇ ਆ, ਜਿਹਦੇ ਵਿੱਚ ਹਿਊਮਨ ਰਾਈਟਸ ਕਮਿਸ਼ਨ ਵੱਲੋਂ ਇਨਕੁਆਇਰੀ ਕੀਤੀ ਜਾ ਰਹੀ ਹੈ ਕਿ ਜਿਹਦੇ 'ਚ ਨਜਾਇਜ਼ ਉਸਾਰੀ ਹੋਈ ਆ, ਔਰ ਉਹ ਨਜਾਇਜ਼ ਉਸਾਰੀ ਵੀ ਮੌਜੂਦਾ ਅੱਜ ਦੇ ਪੰਚ ਵੱਲੋਂ ਜਿਹੜੀ ਉਸਾਰੀ ਕੀਤੀ ਗਈ ਆ। ਮੈਂ ਸਮਝਦਾ ਕਿ ਜੇ ਬਾੜੇ ਖੇਤ ਨੂੰ ਖਾਣ ਲੱਗ ਪਊਗੀ ਤਾਂ ਫਿਰ ਤਾਂ ਔਖਾ ਖੇਤ ਕਿੱਦਾਂ ਬਚ ਜੂਗਾ। ਤਾਂ ਇਸ ਕਰਕੇ ਜਿਹੜਾ ਜਾਲਲੇ ਦਾ ਹਾਲ ਆ ਉਹ ਤੁਹਾਨੂੰ ਦਿਖਾ ਰਹੇ। ਪਿਛਲੇ ਸਮੇਂ ਦੇ ਵਿੱਚ ਇੱਕ ਆਰਟੀਕਲ ਛਪਿਆ ਸੀਗਾ, ਇਸ ਪੰਚਾਇਤ ਕਿੰਨੀ ਸ਼ੈਤਾਨੀ ਦੇ ਨਾਲ ਇਹਨਾਂ ਨੇ ਲੋਕਾਂ ਵੱਲੋਂ, ਮੁੰਡਿਆਂ ਪਿੰਡ ਦੇ ਯੂਥ ਵੱਲੋਂ ਜਿਹੜਾ ਸ਼ਮਸ਼ਾਨ ਭੂਮੀ ਦੀ ਡਿਵੈਲਪਮੈਂਟ ਕੀਤੀ ਸੀਗੀ, ਉਹਨੂੰ ਦਿਖਾਉਂਦੇ ਹੋਏ ਇਹਨਾਂ ਨੇ ਹਿੰਦੁਸਤਾਨ ਦੇ ਵਿੱਚੋਂ 5ਵਾਂ 7ਵਾਂ ਨੰਬਰ ਜਿਹੜਾ ਆ ਉਹ ਲਿਆ ਸਫਾਈ ਦੇ ਵਿੱਚ। ਤੇ ਗਰਾਊਂਡ ਲੈਵਲ ਤੇ ਰਿਪੋਰਟ ਆਇਆ ਜੋ ਤੁਹਾਡੇ ਸਾਹਮਣੇ ਆ। ਅਸੀਂ ਕੋਈ ਬੈਠੇ ਪੋਲੀਟੀਕਲ ਸਟੇਟਮੈਂਟਸ ਨਹੀਂ ਦੇ ਰਹੇ। 7ਵੇਂ ਨੰਬਰ ਤੇ ਸਫਾਈ ਦੇ ਵਿੱਚ ਇਸ ਨਗਰ ਨੂੰ ਮਿਲਿਆ। ਹੁਣ ਮੈਂ ਤੁਹਾਨੂੰ ਦਿਖਾ ਰਿਹਾ ਕਿ ਕੈਮਰੇ ਦੇ ਵਿੱਚੋਂ ਦਿਖਾਓ, ਟਾਈਮ ਦੀ ਥੋੜੀ ਕਿਵੇਂ। ਆ ਵੀ ਛੱਪੜ ਹੈ ਕਿਉਂਕਿ ਪਿੰਡ ਵੱਡਾ ਆ ਛੱਪੜ ਦਾ ਹਾਲ ਦੇਖੋ। ਅਗਰ ਇਹਨਾਂ ਨੂੰ ਕੋਈ ਲੜ ਜਾਂਦਾ ਹੈ ਮੱਛਰ ਤੇ ਆ ਦੇਖੋ ਤੁਸੀਂ ਆ ਛੱਪੜ ਦੇ ਹਾਲ। ਇਹ ਡਿਵੈਲਪਮੈਂਟ ਹੈ ਸਾਡੇ ਜਾਲਲੇ ਦੀ, ਔਰ ਇਹ ਕਰਵਾਉਣੀ ਕਿਹਨੇ ਹੈ, ਇਹਦੀ ਰਿਸਪੌਂਸਿਬਿਲਟੀ ਕਿਹਦੀ ਹੈ? ਇਹ ਸਾਰੀ ਨਗਰ ਪੰਚਾਇਤ ਦੀ। ਤੇ ਮੈਂ ਸਭ ਤੋਂ ਵੱਡੀ ਗੱਲ ਦੱਸਣੀ ਚਾਹੁੰਦਾ ਕਿ ਜਾਲਲੇ ਦੇ ਵਿੱਚ ਕੋਈ ਗ੍ਰਾਂਟ ਦਾ ਇਸ਼ੂ ਨਹੀਂ ਹੈਗਾ, ਕਾਰਨ ਨਗਰ ਦੇ ਆਪ ਦੇ 50 ਏਕੜ ਜ਼ਮੀਨ ਦੇ ਵਾਹੀਯੋਗ ਹੈ। ਹਰ ਸਾਲ 15 ਲੱਖ ਰੁਪਏ ਦੇ ਨੇੜੇ ਤੇੜੇ ਜਿਹੜਾ ਠੇਕਾ ਆ ਉਹ ਪਿੰਡ ਦੀ ਪੰਚਾਇਤ ਨੂੰ ਸਾਡੀ ਜ਼ਮੀਨ ਤੋਂ ਆਉਂਦਾ ਆ, ਪਰ ਉਹ ਸਾਰਾ ਪੈਸਾ ਕਿੱਥੇ ਜਾਂਦਾ ਉਹਦਾ ਕੋਈ ਹਿਸਾਬ ਨਹੀਂਗਾ। ਮੈਂ ਚਾਹੁੰਦਾ, ਸਾਫ ਚਾਹੁੰਦੇ ਹੋ ਤੁਸੀਂ? ਮੈਂ ਚਾਹੁੰਦਾ ਅੱਗੇ ਕੀ ਹੈ ਕਿ ਮੈਂ ਆਪਦੀ ਜਦੋਂ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਸੱਤਾ ਸਰਕਾਰ ਆਏਗੀ, ਮੈਂ ਉੱਥੇ ਵੀ ਇਹ ਗੱਲ ਜ਼ਰੂਰ ਉਠਾਵਾਂਗਾ ਕਿ ਨਗਰ ਦੇ ਵਿੱਚ, ਪਿੰਡ ਦੇ ਵਿੱਚ ਜਿੱਥੇ ਵੀ ਪੰਚਾਇਤਾਂ ਹੈਗੀਆਂ, ਪਾਰਸ਼ੈਲਿਟੀ ਗ੍ਰਾਂਟਾਂ ਦੀ ਔਰ ਖਰਚੇ ਦੀ ਪਾਰਸ਼ੈਲਿਟੀ ਹਰ ਇੱਕ ਜਿਹੜਾ ਆਦਮੀ ਆ ਉਹਨੂੰ ਜਵਾਬਦੇਹ ਹੋਣਾ ਚਾਹੀਦਾ ਆ। ਨਗਰ ਦੇ ਵਿੱਚ ਕੋਈ ਵੀ ਆਮ ਪਬਲਿਕ, ਕੋਈ ਵੀ ਇੱਕ ਸਧਾਰਨ ਬੰਦਾ ਵੀ ਉੱਠ ਕੇ ਅਗਰ ਪੰਚਾਇਤ ਕੋਲੋਂ ਹਿਸਾਬ ਮੰਗਦਾ ਤਾਂ ਪੰਚਾਇਤ ਉਹਦੀ ਲਾਮਬੰਦ ਹੋਣੀ ਚਾਹੀਦੀ ਹੈ, ਜਵਾਬਦੇਹ ਹੋਣੀ ਚਾਹੀਦੀ ਹੈ। ਪੰਚਾਇਤ ਜਵਾਬਦੇਹ ਹੈ ਵੀ। ਔਰ ਇੱਥੇ ਜੇਕਰ ਕੋਈ ਆਰਟੀਆਈ ਪਾ ਕੇ ਵੀ ਥਰੂ ਆਰਟੀਆਈ ਦੇ ਵੀ ਕੋਈ ਜਾਣਕਾਰੀ ਮੰਗਦਾ ਤਾਂ ਇੱਥੋਂ ਦੀ ਪੰਚਾਇਤ 4-4 ਮਹੀਨੇ ਜਵਾਬ ਨਹੀਂ ਦਿੰਦੀ ਹੈਗੀ। ਔਰ ਬੜੇ ਜਿਹੜੇ ਗੇੜੇ ਮਾਰਨ ਤੋਂ ਬਾਅਦ ਉਹ ਕਿਤੇ ਕੋਈ ਜਵਾਬ ਦਿੰਦੀ, ਉਹ ਵੀ ਅਧੂਰਾ ਜਿਹਾ। ਸੋ ਇਸ ਕਰਕੇ ਇਹ ਜਿਹੜੀ ਮੌਜੂਦਾ ਸਰਕਾਰ ਹੈ ਕਾਂਗਰਸ ਦੀ, ਇਹ ਉਹਦੀ ਜਿਹੜੀ ਸ਼ੈਲਟਰ ਲੈ ਰਹੇ ਆ। ਸੋ ਮੈਂ ਬਾਰ-ਬਾਰ ਇਹ ਗੱਲ ਧਿਆਨ 'ਚ ਲਿਆਉਣੀ ਚਾਹੁੰਦਾ ਤੁਹਾਡੇ ਮਾਧਿਅਮ। ਆਹ ਦੇਖੋ ਇਹ ਆ ਜੀ ਸਾਡੇ ਜਾੜਲੇ ਦਾ ਹਾਲ। ਤੇ ਦੇਖੋ ਕਿ ਤੁਸੀਂ ਕਰੋਨਾ ਤੋਂ ਡਰ ਰਹੇ ਹੋ। ਮੇਰਾ ਖਿਆਲ ਤਾਂ ਇੱਥੇ ਕਰੋਨਾ ਆ ਕੇ ਵੈਸੇ ਮਰ ਜਾਏਗਾ, ਤੇ ਕਰੋਨਾ ਦੇਖ ਕੇ ਭੱਜੇਗਾ। ਕਰੋਨਾ ਦਾ ਸ਼ਾਇਦ ਸਾਫ਼ ਸੁਥਰੇ ਬੰਦਿਆਂ ਨੂੰ ਹੁੰਦਾ ਹੋਵੇਗਾ। ਮੈਨੂੰ ਨਵੇਂ ਸ਼ਹਿਰ ਵਿੱਚ 2-4 ਜਗ੍ਹਾ ਗੰਦਗੀ ਦੇਖ ਕੇ ਮਹਿਸੂਸ ਹੋਇਆ ਸੀ ਕਿ ਨਵੇਂ ਸ਼ਹਿਰ ਵਿੱਚ ਬਹੁਤ ਗੰਦਗੀ ਹੈ, ਪਰ ਤੁਹਾਡਾ ਜਾੜਲਾ ਬਾਜੀ ਮਾਰ ਗਿਆ, ਮੇਰੀ ਸੋਚ ਬਦਲਦੀ ਹੈ। ਗੱਲ ਤਾਂ ਹੈਗੀ ਆ, ਇੱਥੇ ਦੇ ਪੰਚਾਇਤ ਨੇ ਤਾਂ, ਤੁਸੀਂ ਪਿਛਲੀ ਵਾਰ ਕਵਰ ਕਰਕੇ ਗਏ ਸੀ, ਮੇਰੇ ਸੱਜੇ ਪਾਸੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਸਟੈਚੂ ਸੀਗਾ, ਇੱਥੇ ਨਿਰਮਾਣ ਕੀਤਾ ਗਿਆ। ਦੇਖੋ ਇਹ ਭੀਮ ਰਾਓ ਅੰਬੇਦਕਰ ਜੀ ਡਾਕਟਰ ਸਾਹਿਬ ਪੂਰੇ ਸਮਾਜ ਦੇ ਸੰਵਿਧਾਨ ਨਿਮਰਾਤਾ ਹੈਗੇ ਆ। ਤੁਸੀਂ ਦੇਖੋ ਅਸੀਂ ਇੱਥੇ ਕਿੱਡਾ ਸੰਘਰਸ਼ ਸਾਨੂੰ ਕਰਨਾ ਪਿਆ ਸੀਗਾ। ਇਸ ਪੰਚਾਇਤ ਨੇ ਉੱਥੇ ਵੀ ਸਾਨੂੰ ਜਿਹੜਾ ਆ ਬਹੁਤ ਤੰਗ ਕਰਨ ਤੋਂ ਬਾਅਦ ਜਿਹੜਾ ਇੱਥੇ ਆ ਇਹ ਜਿਹੜਾ ਬੁੱਤ ਆ ਉਹ ਲੱਗਾ ਸੀਗਾ। ਮੈਂ ਤੁਹਾਨੂੰ ਦਿਖਾ ਦਿੰਦਾ ਹੈਗਾ। ਪਹਿਲਵਾਨ ਜੀ ਮੈਂ ਇੱਕ ਗੱਲ ਜ਼ਰੂਰ ਤੁਹਾਨੂੰ ਕਹਾਂਗਾ, ਇੱਕ ਤੁਸੀਂ ਸਾਡਾ ਵੀ ਧੋਣਾ ਅੱਜ ਧੋ ਦੇਣਾ, ਪਰ ਸਾਡੇ ਤੇ ਨਵਾਂ ਐਲੀਗੇਸ਼ਨ ਲੱਗ ਜਾਣਾ। ਉਹ ਮੈਂ ਉੱਤਰ ਕੇ ਦੱਸਦਾ ਕਿਹੜਾ ਧੋਣਾ ਧੋ ਹੋ ਜਾਣਾ, ਕਿਹੜਾ ਐਲੀਗੇਸ਼ਨ ਲੱਗ ਜਾਣਾ। ਜੀ ਵਿਜੇ ਜੀ ਥੋੜਾ ਨੂੰ ਕਰ ਇਸ ਲੋਕੇਸ਼ਨ ਤੇ ਅਸੀਂ ਪਹਿਲਾਂ ਵੀ ਆ ਚੁੱਕੇ ਹਾਂ ਜੀ। ਔਰ ਸੰਵਿਧਾਨ ਨਿਰਮਾਤਾ ਦੇ ਸਾਹਮਣੇ ਤੁਸੀਂ ਹਾਲਾਤ ਦੇਖ ਸਕਦੇ ਹੋ। ਇਹ ਚੀਜ਼ ਲਈ ਮੈਂ ਖੁੱਲ੍ਹ ਕੇ ਬੋਲ ਸਕਦਾ, ਇਸ ਚੀਜ਼ ਲਈ ਮੈਨੂੰ ਕੋਈ ਸੰਕੋਚ ਨਹੀਂ ਹੈ ਕਿ ਜਿਨ੍ਹਾਂ ਨੇ ਆਵਾਜ਼ ਉਠਾਈ ਸੀ ਕਿ ਘਰ ਘਰ ਐਜੂਕੇਸ਼ਨ ਹੋਣੀ ਚਾਹੀਦੀ ਹੈ, ਅੱਜ ਉਹਨਾਂ ਦੇ ਸਾਹਮਣੇ ਹਾਲਾਤ ਦੇਖੋ ਕੀ ਨੇ। ਉਹਨਾਂ ਦੇ ਸਟੈਚੂ ਦੇ ਸਾਹਮਣੇ ਅਸੀਂ ਉਹਨਾਂ ਦੇ ਸਾਹਮਣੇ ਇਸ ਲਈ ਗਿਆ ਕਿਉਂਕਿ ਅਸੀਂ ਮੰਨਦੇ ਹਾਂ ਕਿ ਉਹ ਹਮੇਸ਼ਾ ਨਾਲ ਨੇ, ਕਿਉਂਕਿ ਉਹਨਾਂ ਨੇ ਹਰੇਕ ਲਈ ਆਵਾਜ਼ ਬੁਲੰਦ ਕੀਤੀ ਸੀ। ਜਿਵੇਂ ਮੈਂ ਪਹਿਲਾਂ ਵੀ ਇੱਕ ਦਿਨ ਵੀਡੀਓ ਬਣਾਈ ਸੀਗੀ, ਨੰਬਰ 1 ਸਕਾਲਰ ਮਿਲਿਆ ਸੀ ਇਹਨਾਂ ਨੂੰ ਯੂਨੀਵਰਸਿਟੀ ਕੋਲੰਬੀਆ ਵੱਲੋਂ, ਇੰਗਲੈਂਡ ਵਿੱਚ ਪੜ੍ਹਨੇ, ਅਮਰੀਕਾ ਵਿੱਚ ਪੜ੍ਹਨੇ, ਲੇਕਿਨ ਇੰਡੀਆ ਵਾਪਸ ਆਏ ਸੀ। ਸਿਰਫ ਇਸੇ ਸੋਚ ਲਈ ਆਏ ਸੀ ਕਿ ਮੈਂ ਲੋਕਾਂ ਨੂੰ ਅੱਗੇ ਲੈ ਕੇ ਆਉਣਾ, ਸੋਚ ਨੂੰ ਜਾਗਰੂਕ ਕਰਨਾ। ਜਿਹਨੇ ਸੋਚ ਨੂੰ ਜਾਗਰੂਕ ਕੀਤਾ ਉਸ ਦੇ ਸਾਹਮਣੇ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ। ਤਾਂ ਇਹ ਚੀਜ਼ ਮੇਰੇ ਮਨ ਨੂੰ ਵੀ ਠੇਸ ਪਹੁੰਚਾਉਂਦੀ ਹੈ, ਮੈਨੂੰ ਵੀ ਚੁੱਭਦੀ ਹੈ। ਅਸੀਂ ਪਹਿਲਾਂ ਵੀ ਵੀਡੀਓ ਬਣਾ ਚੁੱਕੇ ਸੀ। ਇਹ ਚੀਜ਼ ਢੁਕਵੀਂ ਨਹੀਂ ਹੈ, ਇਹ ਚੀਜ਼ ਉਚਿਤ ਨਹੀਂ ਹੈ, ਇਹ 'ਤੇ ਸਟ੍ਰਿਕਟ ਐਕਸ਼ਨ ਹੋਣਾ ਚਾਹੀਦਾ ਹੈ। ਅਸੀਂ ਪਹਿਲਾਂ ਵੀ ਅਪੀਲ ਕੀਤੀ ਸੀ, ਅੱਜ ਫਿਰ ਨਿਰਸੰਕੋਚ ਕਰ ਰਹੇ ਹਾਂ। ਔਰ ਪੂਰੇ
ਆਪਣੇ ਸੋਚ ਦੇ ਸਮਝ ਦੇ ਨਾਲ ਕਰ ਰਹੇ ਹਾਂ। ਇਹ ਚੀਜ਼ ਬੜੀ ਲਾਜ਼ਮੀ ਤੇ ਐਕਸ਼ਨ ਹੋਣਾ ਚਾਹੀਦਾ। ਤੁਸੀਂ ਮੇਰੇ ਨਾਲ ਪਹਿਲਾਂ ਵੀ ਗੱਲ ਕੀਤੀ ਜਦੋਂ ਤੁਸੀਂ ਬਾਜ਼ਾਰ ਦੇ ਵਿੱਚ ਸੀਗੇ, ਡਿਵੈਲਪਮੈਂਟ ਦੀ ਗੱਲ ਹੋਈ ਆ। ਤੁਸੀਂ ਸ਼ਾਇਦ ਦੇਖ ਰਹੇ ਹੋ ਕਿ ਜਿਹੜਾ ਇੰਟਰਲੌਕ ਦਾ ਢੇਰ ਲੱਗਾ ਪਿਆ ਆ, ਇਹ ਕੋਈ ਡਿਵੈਲਪਮੈਂਟ ਲਈ ਨਹੀਂ ਲਿਆਂਦੇ ਸੀਗੇ। ਇੱਕ ਜਿਹੜੀ ਸੜਕ ਬਣੀ ਆ ਉਸ ਦਾ ਬਰਮ ਪੱਕਾ ਕੀਤਾ ਗਿਆ ਸੀ ਇਸ ਕਮੇਟੀ ਵੱਲੋਂ। ਜਿਹੜੇ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦੀ ਨੌਜਵਾਨ ਸਭਾ ਆ, ਇਹਨਾਂ ਵੱਲੋਂ ਇਹ ਸਿਰਫ ਬਰਮ ਪੱਕਾ ਕੀਤਾ ਗਿਆ ਸੀ। ਪਰ ਸਾਡੇ ਮਾਣਯੋਗ ਜਿਹਨਾਂ ਨੂੰ 21 ਤੋਪਾਂ ਦੀ ਸਲਾਮੀ ਆ, ਉਹ ਸਰਪੰਚ ਨਹੀਂ, ਮੈਂ 31 ਚਲੋ 10 ਵਧਾ ਦਿੰਦਾ, ਮੈਂ ਹੁਣ ਵਧਾ ਦਿੰਦਾ, ਨਹੀਂ ਮੈਂ ਵਧਾ ਦਿੰਦਾ। ਵੈਸੇ ਸਲਾਮੀ 21 ਤੋਪਾਂ ਦੀ ਹੈ ਤੇ ਉਹ ਦੁਆਰਾ ਦਿੰਦਾ ਹੋਇਆ ਮੈਂ ਦੱਸਦਾ ਕਿ ਇਹ ਬਰਮ ਪੱਕਾ ਕਰਾਉਣ ਲਈ ਸਰਪੰਚ ਸਾਹਿਬ ਦੇ ਪੂਰੇ ਜ਼ੋਰ ਸਦਕਾ BDO ਸਾਹਿਬ ਆਪ ਆਏ ਇੱਥੇ ਰਜੇਸ਼ ਚੱਡਾ ਜੀ, ਉਹ ਇਹ ਪੱਟ ਕੇ ਗਏ ਬਰਮ। ਤੁਸੀਂ ਦੇਖੋ ਪਿੰਡਾਂ ਦੇ ਵਿੱਚ ਲੋਕ ਬਰਮ ਪੱਕੇ ਕਰਦੇ ਆ, ਪਰ ਇੱਥੇ ਡਾਕਟਰ ਸਾਹਿਬ ਸਾਡੇ ਭੀਮਰਾਓ ਅੰਬੇਦਕਰ ਜੀ ਇਸ ਚੀਜ਼ ਦੀ ਸ਼ਿਕਾਇਤ ਕੀਤੀ ਕਿ ਨਹੀਂ ਕੀਤੀ? ਮੈਂ ਕਿਹਾ ਜੀ ਸਾਰਾ ਕੁਝ ਕੀਤਾ। ਔਰ ਦੇਖੋ ਜਿਹੜੇ ਪਿੱਛੇ ਮੇਰੇ ਬਹੁਤ ਸਤਿਕਾਰਯੋਗ ਸਾਡੇ ਜਿਨ੍ਹਾਂ ਕਰਕੇ ਅੱਜ ਅਸੀਂ ਇਸ ਮਾਈਕ ਤੇ ਬੋਲਣ ਜੋਗੇ ਹੋਏ ਆ, ਉਹ ਇਹ ਨੇ। ਅੱਜ ਵੋਟ ਦਾ ਅਧਿਕਾਰ ਉਹ ਇਹ ਨੇ। ਨਾਰੀ ਜਨਨੀ ਨੂੰ ਅਗਰ ਯਾਦ ਕਰਵਾਇਆ ਤਾਂ ਉਹ ਇਹ ਨੇ। ਅਗਰ ਇਹਨਾਂ ਦੇ ਜਿੱਥੇ ਸਟੈਚੂ ਲੱਗੇ ਹੋਏ ਆ, ਜਿਹੜਾ ਪਾਵਨ ਜਗ੍ਹਾ ਆ, ਅਗਰ ਉੱਥੇ ਇਹੋ ਜੀ ਸਰਕਾਰ ਜਾਂ ਇਹੋ ਜਿਹੇ ਅਫਸਰ ਆ ਕੇ ਬਰਮ ਪੱਟ ਸਕਦੇ ਆ ਤਾਂ ਅਸੀਂ ਕੀ ਆਸ ਰੱਖ ਸਕਦੇ ਇਹਨਾਂ ਤੋਂ? ਇਹ ਚੀਜ਼ ਦਿਲ ਨੂੰ ਚੁੱਭਦੀ ਆ ਜੀ। ਇੱਥੇ ਕੋਈ ਆਪਾਂ ਸੰਕੋਚ ਨਹੀਂ ਕਰਦੇ। ਤਾਂ ਫਿਰ ਇਹ ਕਹਿੰਦੇ ਜੀ ਬੋਲਦੇ ਆ, ਸਮਾਜ ਨੇ ਤਾਂ ਬੋਲਣਾ ਹੀ ਆ, ਸਮਾਜ ਨੇ ਆਪਣੇ ਹੱਕਾਂ ਦੀ ਬੋਲਣਾ ਹੀ ਆ ਜੀ। ਸਾਡੇ ਸਤਿਕਾਰਯੋਗ ਭਾਟੀਆ ਸਾਹਿਬ ਜੀ ਖੜੇ ਆ, ਮੱਖਣ ਜੀ ਖੜੇ ਆ, ਸਤਪਾਲ ਜੀ ਖੜੇ ਆ, ਵਿਜੇ ਭਾਟੀਆ ਜੀ ਖੜੇ ਆ, ਠੀਕ ਹੈ। ਤੁਹਾਨੂੰ ਪਤਾ ਇਸ ਬੁੱਤ ਦੇ ਲਈ ਵੀ ਸਾਨੂੰ ਕਿੱਡਾ ਸੰਘਰਸ਼ ਕਰਨਾ ਪਿਆ। ਸੋ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਇਸ ਸਰਕਾਰ ਨੂੰ, ਜੇਕਰ ਸਾਨੂੰ ਇਸ ਜਗ੍ਹਾ ਲਈ ਕੁਝ ਦੇਣਾ ਨਹੀਂ, ਪਰ ਸਾਨੂੰ ਕਰਤਾ ਲੈਣ ਦਿਓ। ਜੇਕਰ ਇਹ ਕਮੇਟੀ ਆਪਣੇ ਕੋਲੋਂ ਕੁਝ ਕਰਨਾ ਚਾਹੁੰਦੀ ਹੈ ਤਾਂ ਕਰਨ ਤਾਂ ਦਿਓ ਨਾ। ਬਾਕੀ ਮੈਂ ਚਾਹੁੰਦਾ ਕਿ ਭਾਟੀਆ ਜੀ ਥੋੜਾ ਦੱਸ ਦੇਣ ਇਸ ਬਾਰੇ। ਭਾਟੀਆ ਜੀ ਸਾਡੇ ਹੁਕਮ ਚਾਹੁੰਦੇ। ਦੇਖੋ ਜੀ, ਗੱਲ ਇਹ ਆ ਵੀ ਸਾਡੀ ਜਿਹੜੀ ਇੱਕ ਕਮੇਟੀ ਬਣੀ ਆ, ਕਮੇਟੀ ਬਣਾਈ ਆ ਵੀ ਇਹ ਸਟੈਚੂ ਲਾਇਆ ਤੇ ਜਿਹੜਾ ਇੱਥੇ ਨਜਾਇਜ਼ ਆ ਕਬਜ਼ਾ ਹੋਇਆ ਵਾ, ਅਸੀਂ ਚਾਹੁੰਦੇ ਸੀ ਵੀ ਜਿਹੜੀ ਆ ਸਾਡਾ ਸਟੈਚੂ ਲੱਗਿਆ ਇਹਦਾ ਜਿਹੜਾ ਗੇਟ ਬਣਨਾ ਜਾ ਕੇ ਅਸੀਂ ਸੜਕ ਤੇ ਚਾਹੁੰਦੇ ਸੀ, ਮੋਹਰੇ ਨਜਾਇਜ਼ ਕਬਜ਼ੇ ਹੋਏ ਵਾ। ਤੇ ਦੇਖੋ ਇਸ ਪੰਚਾਇਤ ਦੇ ਕੰਮ ਇੱਧਰ ਤਾਂ ਕੰਧ ਕੀਤੀ ਵਾ। ਬੜੀ ਹੈਰਾਨੀ ਵਾਲੀ ਗੱਲ ਵਾ, ਇਸ ਪਾਸੇ ਕਬਜ਼ੇ ਕਰਵਾਉਣ ਲੱਗੇ ਵਾ। ਇਹ ਸਾਡੀ ਪੰਚਾਇਤ ਦੇ ਦੋ ਪੱਖ ਦੇਖੋ ਕਿੱਦਾਂ ਦੇ ਕਾਨੂੰਨ ਇਹਨਾਂ ਨੇ ਆਪਣੀ ਮਰਜ਼ੀ ਨਾਲ ਬਣਾਏ ਵਾ। ਅੱਛਾ, ਸਾਡੇ ਲੋਕਾਂ ਨੇ ਰਲ ਕੇ ਆ ਸਟੈਚੂ ਲਾਇਆ, ਬਹੁਤ ਵਧੀਆ ਕੰਮ ਕੀਤਾ ਆ। ਪਰ ਹੁਣ ਸਾਨੂੰ ਪੰਚਾਇਤ ਇਹ ਕਰ ਨਹੀਂ ਦਿੰਦੀ ਸਹੀ ਢੰਗ ਨਾਲ। ਜੇ ਸਾਨੂੰ ਸਹਿਯੋਗ ਦੇਵੇ, ਅਸੀਂ ਚਾਹੁੰਦੇ ਹਾਂ ਵੀ ਪਿੰਡ ਦੇ ਵਿੱਚ। ਮੈਨੂੰ ਪਤਾ ਜੀ, ਮੈਂ ਪਿਛਲੀ ਵਾਰ ਆਇਆ ਸੀ, ਕਹਿੰਦੇ ਸੀਗੇ ਕੁਝ ਲੋਕ ਨਹੀਂ ਚਾਹੁੰਦੇ ਸੀ ਕਿ ਸਟੈਚੂ ਲੱਗੇ, ਕੁਝ ਲੋਕ ਚਾਹੁੰਦੇ ਸੀ ਕਿ ਲੱਗੇ। ਪਰ ਅਗਰ ਸਟੈਚੂ ਸੁਸ਼ੋਭਿਤ ਹੈ, ਹੁਣ ਤਾਂ ਜਿਹੜੀ ਮਰਿਆਦਾ ਵਿੱਚ ਰਹਿਣਾ ਚਾਹੀਦਾ ਨਾ ਸਾਨੂੰ। ਹਾਂਜੀ ਉਦੋਂ ਨਹੀਂ ਸੀ, ਚਲੋ ਕੋਈ ਗੱਲ ਨਹੀਂ। ਹੁਣ ਜਿੱਥੇ ਸੁਸ਼ੋਭਿਤ ਹੈ ਤਾਂ ਹੁਣ ਜ਼ਰੂਰ ਮਰਿਆਦਾ ਰੱਖਣੀ ਚਾਹੀਦੀ। ਉਹੀ ਤਾਂ ਗੱਲ ਹੈ ਜੀ, ਪੰਚਾਇਤ ਭੰਗ ਕਰਨ ਲੱਗੀ ਹੋਈ ਇਸ ਮਰਿਆਦਾ ਨੂੰ। ਜੇ ਕਿਤੇ ਉਹ ਸਾਥ ਦੇਵੇ ਤਾਂ ਬੜਾ ਵਧੀਆ ਚੀਜ਼ ਬਣ ਸਕਦੀ ਹੈ। ਬਹੁਤ ਸਹੀ ਵਿਚਾਰ ਨੇ, ਬਹੁਤ ਚੰਗੇ ਵਿਚਾਰ ਨੇ। ਸੋ ਤੁਸੀਂ ਪੂਰੀ ਵੀਡੀਓ ਜਿਹੜੀ ਆ ਦੇਖ ਲਈ ਆ ਜੀ, ਔਰ ਵੀਡੀਓ ਬੜੀ ਲੰਬੀ ਹੋ ਗਈ ਹੈ ਤਾਂ ਮੈਂ ਵੀਡੀਓ ਨੂੰ ਇੱਥੇ ਰੈਪ ਅਪ ਕਰ ਦਿੰਦਾ। ਮੈਂ ਭਲਵਾਨ ਜੀ ਨੂੰ ਜਿਹੜੀ ਗੱਲ ਗੱਡੀ 'ਚ ਕਹੀ ਸੀ ਉਹ ਇਹ ਸੀਗੀ ਕਿ ਸਾਡਾ ਇੱਕ ਧੋਣਾ ਧੋਤਾ, ਇਹ ਧੋਣਾ ਧੋਤਾ ਕਿ ਕੁਝ ਲੋਕ ਐਲੀਗੇਸ਼ਨ ਲਾਉਂਦੇ ਨੇ ਕਿ ਜੀ ਇਹ ਸ਼ਾਇਦ ਥੋੜੇ ਕਾਂਗਰਸੀ ਤਰਫ ਹੋ ਕੇ ਚੱਲਦੇ ਨੇ। ਪਰ ਉਹ ਧੋਣਾ ਤਾਂ ਧੋ ਜਾਏਗਾ ਅੱਜ ਮੇਰੇ ਖਿਆਲ, ਲੇਕਿਨ ਨਵਾਂ ਸਾਡੇ ਤੇ ਐਲੀਗੇਸ਼ਨ ਲੱਗ ਜਾਣਾ ਕਿ ਅਕਾਲੀਆਂ ਵੱਲ ਹੋ ਕੇ ਚੱਲਦੇ ਨੇ। ਪਰ ਜਿਹੜਾ ਮੀਡੀਆ ਆ ਜਾਂ ਪੱਤਰਕਾਰਤਾ ਆ, ਉਹ ਜਿਨ੍ਹਾਂ ਦੇ ਦੁੱਖ ਤਕਲੀਫਾਂ ਆ ਉਹ ਜ਼ਾਹਰ ਕਰਨ ਦੀ ਗੱਲ ਹੈ। ਤਾਂ ਅਗਰ ਨਵਾਂ ਐਲੀਗੇਸ਼ਨ ਕੋਈ ਲੱਗ ਗਿਆ, ਸਾਡੇ ਲਈ ਨਵੀਆਂ ਪੋਸਟਾਂ ਆਉਣੀਆਂ ਸ਼ੁਰੂ ਹੋ ਗਈਆਂ, ਤਾਂ ਹੈਰਾਨ ਪਰੇਸ਼ਾਨ ਨਾ ਹੋਣਾ, ਇਹ ਹੁੰਦੀਆਂ ਰਹਿਣਗੀਆਂ। ਪਰ ਅਸੀਂ ਸੰਘਰਸ਼ ਕਰਦੇ ਰਹਾਂਗੇ। ਤੁਸੀਂ ਬਣੇ ਰਹਿਣਾ PBT ਨਵਾਂ ਸ਼ਹਿਰ ਨਾਲ। ਆਪਣੇ ਛੋਟੇ ਵੀਰ ਦਿਨੇਸ਼ ਸੂਰੀ, ਕੈਮਰਾ ਪਰਸਨ ਵਿਜੇ ਕੁਮਾਰ ਨੂੰ ਪਿੰਡ ਜਾੜਲੇ ਤੋਂ ਇਜਾਜ਼ਤ ਦਿਓ। ਬਹੁਤ ਜਲਦੀ ਫਿਰ ਮੈਂ ਹਾਜ਼ਰ ਹੁੰਦੇ ਹਾਂ। ਇਉਂ ਗਏ ਇਉਂ ਆਏ।